ਲਓ ਜੀ ਦੇਖੋ ਬੱਚੇ, ਉਹਨੇ ਪੁੱਛਿਆ ਹੈਗਾ ਇਹ ਸਾਡਾ ਇੱਧਰ I2 ਕਰੰਟ ਜਾ ਰਿਹਾ, ਇੱਧਰ ਸਾਡਾ ਕਰੰਟ ਜਾ ਰਿਹਾ I1। ਉਹਨੇ ਸਭ ਤੋਂ ਪਹਿਲਾ ਕੁਐਸਚਨ ਤਾਂ ਪੁੱਛਿਆ ਸੀਗਾ, ਚਲੋ ਮੈਂ ਬਾਕੀਆਂ ਨੂੰ ਦੇਖ ਲਓ। ਜਿਹੜੀ ਪਾਵਰ ਕੰਜ਼ਿਊਮਡ ਪੁੱਛੀ ਸੀ ਕਿ ਟੋਟਲ ਪਾਵਰ ਕੰਜ਼ਿਊਮਡ ਕਿੰਨੀ ਹੋ ਰਹੀ ਹੈਗੀ। ਟੋਟਲ ਪਾਵਰ ਕੰਜ਼ਿਊਮਡ ਪੁੱਛਿਆ ਸੀਗਾ, ਮਤਲਬ ਕੰਜ਼ਿਊਮਡ ਦਾ ਮਤਲਬ ਹੈ ਕਿ ਵਾਟੇ ਦੇ ਵਿੱਚ ਟੋਟਲ ਪਾਵਰ, ਵਾਟ ਦੇ ਵਿੱਚ ਕਿੰਨੀ ਪਾਵਰ ਪੈਦਾ ਹੋ ਰਹੀ ਆ। ਵਾਟ ਦੇ ਵਿੱਚ ਪਾਵਰ ਕੱਢਣ ਵਾਸਤੇ ਕੀ ਕਰਦੇ ਹੁੰਦੇ ਆ ਜੀ, ਸਾਨੂੰ ਕੀ ਪਤਾ ਹੋਣਾ ਚਾਹੀਦਾ, ਇਹ ਵਾਲੀ ਰੈਜ਼ਿਸਟੈਂਸ ਦੇ ਕ੍ਰਾਸ ਟੋਟਲ ਪਾਵਰ ਤੇ ਇਹ ਵਾਲੀ ਰੈਜ਼ਿਸਟੈਂਸ ਦੇ ਕ੍ਰਾਸ ਟੋਟਲ ਪਾਵਰ। ਇਹ ਦੋਏ ਪਾਵਰ ਜਿਹੜੀਆਂ ਹੋਣਗੀਆਂ, ਇਹਨਾਂ ਪਾਵਰ ਨੂੰ ਅਸੀਂ ਜੋੜ ਦਾਂਗੇ ਤੇ ਸਾਡੇ ਕੋਲ ਟੋਟਲ ਪਾਵਰ ਆ ਜਾਊਗੀ। ਸੁਨੀਲ ਜੀ ਏਦਾਂ ਹੀ ਕੱਢਿਆ ਸੀਗਾ ਤੁਸੀਂ ਕੁਐਸਚਨ ਨੂੰ? ਯੈਸ ਸਰ। ਠੀਕ ਹੈ ਜੀ। ਸਾਨੂੰ ਪਤਾ ਹੈਗਾ ਵੀ ਆਹ ਸਰਕਟ ਜਿਹੜਾ ਸਾਡਾ ਪੁਆਇੰਟ ਆ ਗਏ, ਪੁਆਇੰਟ ਦੇ ਵਿੱਚ ਸਾਡੇ ਕੋਲ ਜਿਹੜੀ ਟੋਟਲ ਇੰਪੀਡੈਂਸ ਹੈਗੀ ਸਾਡੇ ਕੋਲੇ ਉਹ 4 ਓਮ ਤੇ 3 ਓਮ, ਸਾਡੇ ਕੋਲ ਟੋਟਲ ਇੰਪੀਡੈਂਸ 5 ਓਮ ਦੀ ਆ ਇਸ AB ਪੁਆਇੰਟ ਦੀ। ਇਸ AB ਪੁਆਇੰਟ ਦੇ ਅੰਦਰ ਸਾਡੀ ਕੋਲ ਟੋਟਲ ਜਿਹੜੀ ਇੰਪੀਡੈਂਸ ਆ ਦੈਟ ਇਜ਼ 5 ਓਮ, ਹਨਾ। ਤਾਂ ਸਾਡੇ ਕੋਲ ਕਰੰਟ ਕਿੰਨਾ ਆ ਜਾਏਗਾ ਜੀ, I1 ਜੇ ਕਰੰਟ ਅਸੀਂ ਕੱਢੀਏ ਉਹ ਆ ਜਾਏਗਾ ਟੋਟਲ ਵੋਲਟੇਜ। ਇਹ ਦੋ ਸਿਰਿਆਂ ਦੇ ਉੱਪਰ ਵੋਲਟੇਜ ਕਿੰਨੀ ਹੈਗੀ, 120 ਵੋਲਟ। ਤਾਂ ਟੋਟਲ ਵੋਲਟੇਜ 120 ਡਿਵਾਈਡ ਬਾਈ ਸਾਡੇ ਕੋਲ ਇੰਪੀਡੈਂਸ ਹੈਗੀ, ਆ ਲਓ ਜੀ ਕਿੰਨਾ ਆ ਗਿਆ ਜੀ, ਇਹ 24 ਆ ਜਾਏਗਾ ਜੀ। ਠੀਕ ਹੈ ਜੀ, 24 ਐਂਪੀਅਰ ਆ ਗਿਆ। ਇਸੇ ਤਰੀਕੇ ਨਾਲ ਇਹ ਵੀ ਜਿਹੜਾ ਸਾਡਾ ਪੁਆਇੰਟ ਹੈਗਾ, ਇਹ ਵੀ 3 ਤੇ 4 ਹੈਗਾ, ਇਸ ਤੇ ਵੀ ਸਾਡੇ ਕੋਲੇ 24 ਐਂਪੀਅਰ ਹੀ ਆਏਗਾ। I2 ਦੀ ਵੈਲਿਊ ਵੀ ਸਾਡੀ ਕਿੰਨੀ ਆਏਗੀ, 24 ਐਂਪੀਅਰ ਹੀ ਆਏਗੀ। ਵੋਲਟੇਜ ਵੀ ਦੋ ਬਰਾਬਰ ਹੈਗੀ ਤੇ ਇੰਪੀਡੈਂਸ ਵੀ ਬਰਾਬਰ ਹੈ। ਤਾਂ ਸਾਡੇ ਕੋਲੇ ਅਸੀਂ ਕੀ ਕਰਾਂਗੇ, I²R, ਪਹਿਲਾਂ ਅਸੀਂ ਇਹਦਾ ਆਹ ਕਰੰਟ I²R 24 ਦਾ ਸਕੁਅਰ, ਅਸੀਂ ਜਦੋਂ ਇਸ ਰੈਜ਼ਿਸਟੈਂਸ ਦੇ ਕ੍ਰਾਸ ਜਦੋਂ ਪਾਵਰ ਕੱਢਾਂਗੇ ਤਾਂ I²R ਕਰਾਂਗੇ R1, I1 ਦਾ ਸਕੁਅਰ ਇੰਟੂ R1। ਤਾਂ ਮਤਲਬ 24 ਦਾ ਸਕੁਅਰ ਮਲਟੀਪਲਾਈ ਬਾਈ ਰੈਜ਼ਿਸਟੈਂਸ ਹੈਗੀ ਇੱਥੇ 4, ਇੱਥੋਂ ਇੱਕ ਪਾਵਰ ਆ ਜੂਗੀ। ਇੱਕ ਸਾਡੀ ਪਾਵਰ ਆਏਗੀ I2 ਦਾ ਸਕੁਅਰ ਇੰਟੂ R2, ਇੱਕ ਇਹਦੀ ਪਾਵਰ ਕੱਢਾਂਗੇ I²R ਨਾਲ। ਇਹ ਵੀ ਸਾਡੀ ਆਏਗਾ 24 ਦਾ ਸਕੁਅਰ ਮਲਟੀਪਲਾਈ ਬਾਈ 3। ਇੱਥੋਂ ਸਾਡੇ ਕੋਲ ਦੋਨੇ ਜਿਹੜੀਆਂ ਪਾਵਰ ਆ ਗਈਆਂ ਇਹਨਾਂ ਨੂੰ ਆਪਾਂ ਐਡ ਕਰ ਦਾਂਗੇ, ਟੋਟਲ ਸਾਡੀ ਪਾਵਰ ਕੰਜ਼ਿਊਮਡ ਆ ਜਾਏਗੀ। ਠੀਕ ਹੈ ਜੀ, ਇੱਥੇ ਤੱਕ ਤਾਂ ਠੀਕ ਹੈ। R ਵਾਲਾ ਵੀ ਲੱਗ ਜਾਂਦਾ ਨਹੀਂ? B²R ਤਾਂ ਤੁਸੀਂ ਨਹੀਂ ਲਗਾ ਸਕਦੇ ਰਾਜੇ, ਕਿਵੇਂ ਲਗਾਓਗੇ? ਇੰਪੀਡੈਂਸ ਕੱਢ ਕੇ ਜੀ। ਇੰਪੀਡੈਂਸ ਕੱਢ ਲਈ, ਫਿਰ ਉਸ ਤੋਂ ਬਾਅਦ ਇੰਪੀਡੈਂਸ ਤਾਂ ਨਿਕਲੀ ਹੋਈ ਹੋਗੀ ਸਾਡੀ, ਆਹ ਸੀਗੀ ਸਾਡੀ ਜਿਹੜੀ ਇੰਪੀਡੈਂਸ ਆ ਉਹ ਤਾਂ 5 ਨਿਕਲੀ ਹੋਈ ਹੈਗੀ। ਫਿਰ ਉਸ ਤੋਂ ਬਾਅਦ ਕੀ ਕਰੀਏ, ਆਹ ਸਰਕਟ ਦੀ ਜਿਹੜੀ ਇੰਪੀਡੈਂਸ ਹੈ AB ਦੀ ਜਿਹੜੀ ਇੰਪੀਡੈਂਸ ਹੈਗੀ ZAB ਆ, AB ਦੇ ਕ੍ਰਾਸ ਇੰਪੀਡੈਂਸ ਉਹ 5 ਆ। ਹੁਣ ਇਸ ਤੋਂ ਬਾਅਦ ਕੀ ਕਰੀਏ, ਕੱਲੇ ਕੱਲੇ ਦੇ ਕ੍ਰਾਸ ਵੋਲਟੇਜ ਨਿਕਲ ਜੂਗੀ ਜੀ ਆਪਣੀ ਕਰੰਟ। ਜੇ ਤੁਸੀਂ ਕੱਲੇ ਕੱਲੇ ਦੇ ਕ੍ਰਾਸ ਵੋਲਟੇਜ ਕੱਢੋਗੇ ਨਾ ਜੀ, ਫਿਰ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਵੀ ਤੁਸੀਂ ਪਹਿਲਾਂ ਇੱਥੇ ਵੋਲਟੇਜ ਕੱਢੋ, ਜਿਹੜਾ ਕਰੰਟ ਹੈ ਇਸ ਕਰੰਟ ਨੂੰ 4 ਨਾਲ ਗੁਣਾ ਕਰੋ, ਜਿਹੜੀ ਉਹ ਵੋਲਟੇਜ ਬਣੂਗੀ ਉਸ ਵੋਲਟੇਜ ਦਾ V²/R ਕਰੋਗੇ, ਫੇਰ ਠੀਕ ਹੈ ਰਾਜੇ ਕੁਐਸਚਨ। ਹਾਂਜੀ ਸਰ ਜੀ। ਹਾਂ ਫੇਰ ਠੀਕ ਹੈ, ਫਿਰ ਕੋਈ ਦਿੱਕਤ ਨਹੀਂ ਹੈਗੀ। ਫਿਰ ਇਹ ਤਾਂ ਚਾਹੇ ਤੁਸੀਂ P=V ਕਰ ਲਓ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ। ਠੀਕ ਹੈ ਸਰ। ਇੱਥੇ ਕਿੰਨੀ ਵੋਲਟੇਜ ਹੈਗੀ ਤੇ ਇੱਥੇ ਕਰੰਟ ਕਿੰਨਾ, ਵੋਲਟੇਜ ਤੇ ਕਰੰਟ ਦੋਨਾਂ ਨੂੰ ਗੁਣਾ ਕਰ ਲਓ ਤਾਂ ਵੀ ਤੁਹਾਡਾ ਆਨਸਰ ਆ ਜਾਏਗਾ। ਠੀਕ ਹੈ। ਪਰ ਬੈਸਟ ਤਰੀਕਾ ਕੀ ਹੈਗਾ, ਬੈਸਟ ਫਾਰਮੂਲਾ ਇਹ ਹੈਗਾ ਜਿਹੜਾ ਅਸੀਂ ਹਮੇਸ਼ਾ ਲਗਾਉਣਾ। ਓਕੇ, I²R ਲਗਾਉਣਾ ਅਸੀਂ ਹਮੇਸ਼ਾ। ਹੁਣ ਆ ਗਈ ਰਾਜੇ ਗੱਲ ਦੂਜੀ, ਜਿਹੜੀ ਸਾਡੇ ਅਸੀਂ ਪਤਾ ਕਰ ਰਹੇ ਹੈਗੇ ਵੀ ਇੱਥੇ ਅਸੀਂ ਪਾਵਰ ਫੈਕਟਰ ਸਾਡਾ ਲੀਡਿੰਗ ਅੱਗੇ ਲੈਗਿੰਗ ਆ। ਤਾਂ ਯਾਦ ਰੱਖਣਾਗਾ ਇਹ ਸਾਡਾ ਸਰਕਟ ਕੋਈ ਇਹ ਨਹੀਂ ਹੈਗਾ ਵੀ ਕੱਲਾ ਇਹਦੇ ਵਿੱਚ ਸਾਡਾ ਇੰਡਕਟਰ ਲੱਗਿਆ ਹੋਇਆ ਹੈਗਾ। ਜੇ ਕੱਲਾ ਇੰਡਕਟਰ ਲੱਗਿਆ ਹੋਵੇ ਜਾਂ ਕੱਲਾ ਕਪੈਸਿਟਰ ਲੱਗਿਆ ਹੋਵੇ, ਫਿਰ ਅਸੀਂ ਦੇਖ ਲੈਂਦੇ ਹੁੰਦੇ ਹੈਗੇ ਕਿ ਕਪੈਸਿਟਰ ਦੀ ਵੈਲਿਊ ਛੋਟੀ ਹੈਗੀ ਕਿ ਇੰਡਕਟਰ ਦੀ ਵੈਲਿਊ ਛੋਟੀ ਹੈ। ਜਿਹਦੇ ਵਿੱਚ ਕਰੰਟ ਵੱਧ ਹੁੰਦਾ ਗਾ, ਜੇ IL ਕਰੰਟ ਵੱਧਦਾ ਤਾਂ ਸਰਕਟ ਜਿਹੜਾ ਹੁੰਦਾ ਉਹ ਇੰਡਕਟਿਵ ਹੁੰਦਾ, ਜੇ IC ਕਰੰਟ ਵੱਧਦਾ ਹੈਗਾ ਤਾਂ ਸਾਡਾ ਸਰਕਟ ਕੀ ਹੁੰਦਾ ਹੈਗਾ, ਕਪੈਸਿਟਿਵ ਹੁੰਦਾ ਹੈਗਾ। ਲੋੜ ਨਹੀਂ ਹੈਗੀ। ਦੇਖੋ ਮੈਨੂੰ ਇਹ ਦੱਸੋ ਜਿਹੜਾ ਸਾਡਾ I1 ਕਰੰਟ ਹੈਗਾ, ਜਿਹੜਾ ਸਾਡਾ ਇੱਥੇ I1 ਕਰੰਟ ਆ ਜਿਹੜਾ ਸਾਡਾ, ਤੇ I2 ਕਰੰਟ ਆ ਜਿਹੜਾ ਸਾਡਾ, ਇਹ I1 I2 ਜਿਹੜਾ ਕਰੰਟ ਦਾ ਜਿਹੜਾ ਐਂਗਲ ਹੋਏਗਾ ਉਹ ਕਿਤੇ ਡਿਪੈਂਡ ਕਰੇਗਾ ਕਿ ਵੋਲਟੇਜ ਇਹਦੀ, ਜੇ ਆਪਾਂ ਫੇਜ਼ਰ ਡਾਇਗਰਾਮ ਬਣਾਵਾਂਗੇ, ਫੇਜ਼ਰ ਡਾਇਗਰਾਮ ਕਿਵੇਂ ਬਣੂਗੀ ਦੇਖਿਓ ਜੀ। ਇਹਦੀ ਫੇਜ਼ਰ ਡਾਇਗਰਾਮ, ਕਿਉਂਕਿ ਇਹ ਕੀ ਹੈਗਾ, ਇਹ ਪੈਰਲਲ ਸਰਕਟ ਹੈ ਨਾ, ਤਾਂ ਰੈਫਰੈਂਸ ਤੇ ਕੀ ਬਣੇਗਾ, ਵੋਲਟੇਜ ਕਿਹੜੀ 120 ਵੋਲਟ। ਤੇ ਜਿਹੜਾ ਸਾਡਾ ਇਹ ਕਰੰਟ ਹੈਗਾ ਇਹਦੇ ਵਿੱਚ ਇੰਡਕਟਰ ਲੱਗਿਆ ਹੈਗਾ, ਇਹ ਕਰੰਟ ਕੀ ਕਰੇਗਾ, ਲੈਗ ਕਰੇਗਾ। ਕਿੰਨਾ ਡਿਗਰੀ ਲੈਗ ਕਰੇਗਾ ਰਾਜੇ? R/Z ਲਾ ਕੇ ਜੀ। ਨਹੀਂ, R/Z ਨਾਲ ਤਾਂ ਰਾਜੇ ਪਾਵਰ ਫੈਕਟਰ ਨਿਕਲਦਾ ਪਾਵਰ ਫੈਕਟਰ ਆਪਣੀ ਐਂਗਲ ਕੱਢਣਾ ਨਹੀਂ, ਉਹਦੇ ਨਾਲ ਤਾਂ ਪਾਵਰ ਫੈਕਟਰ ਨਿਕਲਦਾ, ਇਸ ਤਾਂ ਐਂਗਲ ਕੱਢਣਾ XL/R। ਹਾਂ ਅਸੀਂ ਕਰਾਂਗੇ ਰਾਜੇ ਇਸ ਦਾ AB ਦੇ ਕ੍ਰਾਸ ਜਿਹੜਾ ਕਰੰਟ ਹੈਗਾ, AB ਦੇ ਕ੍ਰਾਸ ਜਿਹੜਾ ਸਾਡੀ ਕਰੰਟ ਹੈਗਾ, ਇਹ ਕਰੰਟ ਕੱਢਣ ਵਾਸਤੇ ਸਾਨੂੰ ਦੇਖਣਾ ਪਏਗਾ ਵੀ ਸਾਡੇ ਕੋਲੇ ਥੀਟਾ ਜਿਹੜਾ ਹੈਗਾ ਸਾਡਾ, ਇਹ ਐਂਗਲ ਕਿੰਨੇ ਤੇ ਆ। ਇਹਦਾ ਕਰੰਟ ਤਾਂ ਆ ਗਿਆ ਸੀ ਕਹਿੰਦਾ 24, ਵੀ ਇੱਥੇ ਜਿਹੜਾ ਕਰੰਟ ਜਿਹੜਾ ਉਹ 24 ਫਲੋ ਹੋ ਰਿਹਾ, ਇਹ ਤਾਂ ਗੱਲ ਪਤਾ ਲੱਗ ਗਈ ਸੀਗੀ। ਪਰ ਉਹ 24 ਦਾ ਐਂਗਲ ਕਿੰਨਾ ਇਹ ਨਹੀਂ ਪਤਾ ਲੱਗਿਆ ਸੀਗਾ। ਉਹ ਐਂਗਲ ਨਿਕਲਿਆ ਸਾਡਾ tan ਇਨਵਰਸ XL/R ਤੋਂ। ਜਿਹੜਾ ਥੀਟਾ ਹੁੰਦਾ ਰਾਜੇ ਉਹ ਕਾਹਤੇ ਡਿਪੈਂਡ ਕਰਦਾ ਹੁੰਦਾ, XL ਤੇ ਕਿ R ਤੇ?
ਦੋਨਾਂ ਤੇ ਕਰੂਗਾ ਸਰ। ਹਾਂ ਰਾਜੇ ਦੇਖੋ ਇਹ ਦੋ ਚੀਜ਼ਾਂ ਇੱਥੇ ਲਿਖੀਆਂ ਹੋਈਆਂ ਨੇਗੀਆਂ, ਦੋ ਟਰਮਾਂ ਲਿਖਿਆ ਤੇ ਦੋਨਾਂ ਦੀ ਰੇਸ਼ੋ ਦੇ ਉੱਪਰ ਕਰੇਗਾ ਬੱਚੇ। ਆ ਦੇਖੋ ਮੈਂ ਤੈਨੂੰ ਇੱਕ ਐਗਜ਼ਾਮਪਲ ਲੈਣਾ ਹੈਗਾ, ਆਪਾਂ ਪਹਿਲਾਂ ਨਾ ਸਿੰਪਲੀਫਾਈ ਕਰਦੇ ਇਹਨੂੰ। ਮੇਰੇ ਕੋਲ ਇੱਕ ਆ ਰੈਜ਼ਿਸਟੈਂਸ ਹੈਗੀ, ਇੱਕ ਮੇਰੇ ਕੋਲ ਆ ਇੰਡਕਟਰ। ਮੰਨ ਲਓ ਇੱਥੇ ਹੈਗਾ 3 ਓਮ, ਇਹ ਹੈਗਾ ਗਾ ਇੱਥੇ 5 ਓਮ। ਇਹਦਾ ਜਿਹੜਾ ਐਂਗਲ ਸੀਗਾ, ਸਪੋਜ਼ ਕਰੋ ਵੀ ਜਿਹੜੀ ਆ ਵੋਲਟੇਜ ਤੋਂ ਇਹਦਾ ਐਂਗਲ ਸੀ ਜਿਹੜਾ ਇਹਦੇ ਵਿੱਚ ਕਰੰਟ ਫਲੋ ਹੋ ਰਿਹਾ ਸੀਗਾ, ਉਹ 40 ਡਿਗਰੀ ਲੈਗ ਕਰ ਰਿਹਾ ਸੀਗਾ ਸਪੋਜ਼। ਜੇ ਮੈਂ ਇੰਡਕਟਰ ਨੂੰ ਨਾ ਛੇੜਾ, ਮੈਂ ਸਿਰਫ ਇਸ ਰੈਜ਼ਿਸਟੈਂਸ ਨੂੰ 3 ਓਮ ਤੋਂ 4 ਓਮ ਕਰਦਾ, ਕੀ ਸਾਡਾ ਇਹ ਕਰੰਟ ਜਿਹੜਾ ਇੱਥੇ ਸੀਗਾ ਪਹਿਲਾਂ, ਉਹ ਫਰਕ ਪਊਗਾ? ਉਹਦਾ ਮੈਗਨੀਟਿਊਡ ਤਾਂ ਚਲੋ ਵਧੂਗਾ ਘਟੂਗਾ, ਇਹ ਤਾਂ ਛੱਡੋ। ਇਸ ਐਂਗਲ ਦਾ ਜਿਹੜਾ ਐਂਗਲ 40 ਸੀਗਾ, ਇਹਦਾ ਕੋਈ ਫਰਕ ਪਊਗਾ ਕਿ ਨਹੀਂ ਪਊਗਾ, ਇਹ ਦੱਸੋ। ਸਰ ਲੀਡ ਕਰੂਗਾ ਜੀ ਐਂਗਲ। ਐਂਗਲ ਕੀ ਕਰੇਗਾ? ਲੀਡ ਕਰੇਗਾ। ਹਾਂਜੀ। ਕਾਰਨ ਕੀ ਹੈ ਜੀ ਉਹਦਾ? ਸਰ ਸਰਕਟ ਰੈਜ਼ਿਸਟਿਵ ਹੋ ਗਿਆ, ਯੂਨਿਟੀ ਦੇ ਨੇੜੇ ਲੱਗੀ ਜਾਊ ਜਿੰਨਾ ਆਪਾਂ ਰੈਜ਼ਿਸਟੈਂਸ ਵਧਾਈ ਜਾਵਾਂਗੇ। ਜਿੰਨੀ ਤੁਸੀਂ ਰੈਜ਼ਿਸਟੈਂਸ ਨੂੰ ਵਧਾ ਰਹੇ ਹੋ ਨਾ ਤੁਸੀਂ, ਉਹਨਾਂ ਤੁਹਾਡੇ ਸਰਕਟ ਦੇ ਵਿੱਚ ਕਿਹੜਾ ਕੰਪੋਨੈਂਟ ਵੱਧ ਰਿਹਾ ਹੈਗਾ? ਰੈਜ਼ਿਸਟਿਵ ਕੰਪੋਨੈਂਟ ਵੱਧ ਰਿਹਾ ਹੈਗਾ, ਹਨਾ। ਰੈਜ਼ਿਸਟੈਂਸ ਕੀ ਕੋਸ਼ਿਸ਼ ਕਰਦਾ ਹੁੰਦਾ? ਇਟ ਆਲਵੇਸ ਟੈਂਡਸ ਟੂ ਇਨ ਫੇਸ ਦਾ ਵੋਲਟੇਜ ਐਂਡ ਕਰੰਟ ਤੇ ਵੋਲਟੇਜ ਨੂੰ ਉਹ ਇਨ ਫੇਸ ਦੇ ਵਿੱਚ ਨੇੜੇ ਲੈ ਕੇ ਆਉਣ ਦੀ ਕੋਸ਼ਿਸ਼ ਕਰਦਾ ਰਾਜੇ, ਕਰੰਟ ਤੇ ਵੋਲਟੇਜ ਨੂੰ। ਜਿਸ ਸਰਕਟ ਦੇ ਵਿੱਚ ਰੈਜ਼ਿਸਟੈਂਸ ਜਿੱਡੀ ਵੱਡੀ ਹੋਏਗੀ ਬੱਚੇ, ਉਹਨਾਂ ਉਹ ਜਿਹੜਾ ਕਰੰਟ ਹੋਊਗਾ ਉਹ ਸਾਡੀ ਇਸ ਵੋਲਟੇਜ ਦੇ ਨੇੜੇ ਹੋਊਗਾ। ਗੱਲ ਸਮਝੇ? ਯੈਸ ਸਰ। ਤੇ ਜੇ ਰੈਜ਼ਿਸਟੈਂਸ ਕਿਸੇ ਸਰਕਟ ਦੇ ਵਿੱਚ ਬਹੁਤ ਘੱਟ ਆ ਗਈ, ਇਹ ਆ ਚਾਹੇ ਐਕਸਲ ਤਾਂ ਉਨੀ ਹੋਵੇ, ਚਾਹੇ ਐਕਸਲ ਦਾ ਕੋਈ ਚੱਕਰ ਨਹੀਂ ਹੈਗਾ। ਇਹਦਾ ਮਤਲਬ ਕੀ ਆ ਰਾਜੇ, ਜੇ ਰੈਜ਼ਿਸਟੈਂਸ ਵੱਧ ਗਈ ਤਾਂ ਸਾਡਾ ਸਰਕਟ ਰੈਜ਼ਿਸਟਿਵ ਵਾਲੇ ਪਾਸੇ ਜਾਊਗਾ। ਇਹ ਬੇਸ਼ੱਕ ਕਰੰਟ ਘਟ ਗਿਆ, ਪਰ ਆ ਐਂਗਲ ਸਾਡਾ ਛੋਟਾ ਹੋ ਜਾਏਗਾ। ਜਿਹੜਾ ਪਹਿਲਾ ਐਂਗਲ ਸੀ ਜਿਹੜਾ ਸਾਡਾ, ਜੇ ਆਹ ਐਂਗਲ ਸੀਗਾ ਸਾਡਾ ਪਹਿਲਾ ਐਂਗਲ, ਜੇ ਆਹ ਐਂਗਲ ਸੀਗਾ ਇੰਨਾ, ਤਾਂ ਹੁਣ ਸਿਰਫ ਇੰਨਾ ਕੁ ਰਹਿ ਜਾਏਗਾ ਐਂਗਲ। ਇਹ ਗੱਲ ਸਾਰਿਆਂ ਨੂੰ ਕਲੀਅਰ ਹੋ ਗਈ ਜੀ? ਯੈਸ ਸਰ। ਇਹਦਾ ਮਤਲਬ ਕੀ ਹੈਗਾ, ਜਿਹੜਾ ਸਾਡਾ ਕਿਸੇ ਵੀ ਬ੍ਰਾਂਚ ਦੇ ਵਿੱਚ ਕਰੰਟ ਜਾਂਦਾ ਹੁੰਦਾ, ਉਹਦਾ ਜਿਹੜਾ ਐਂਗਲ ਹੁੰਦਾ ਉਹ ਨਾ ਸਿਰਫ ਐਕਸਐਲ ਜਾਂ ਐਕਸੀ ਤੇ ਡਿਪੈਂਡ ਕਰਦਾ ਹੈਗਾ, ਉਹ ਆਰ ਤੇ ਵੀ ਡਿਪੈਂਡ ਕਰਦਾ, ਜਾਂ ਫਿਰ ਕਹੋ ਪ੍ਰੋਪਰਲੀ ਉਹ ਐਕਸਐਲ ਬਟੇ ਆਰ ਦੀ ਰੇਸ਼ੋ ਤੇ ਡਿਪੈਂਡ ਕਰਦਾ। ਜਾਂ ਫਿਰ ਜੇ ਉੱਥੇ ਸਾਡੇ ਕੋਲ ਜਿਹੜਾ ਸਰਕਟ ਹੈਗਾ ਸਾਡਾ ਜੇ ਕੈਪੈਸਿਟਿਵ ਹੋਵੇ, ਤਾਂ ਐਕਸ ਟੈਨ ਇਨਵਰਸ ਐਕਸ ਸੀ ਬਟੇ ਆਰ ਦੀ ਵੈਲਿਊ ਤੇ ਡਿਪੈਂਡ ਕਰਦਾ। ਕਲੀਅਰ ਹੋ ਗਈ ਜੀ ਗੱਲ ਇਹ? ਤਾਂ ਇੱਥੇ ਇਸ ਸਰਕਟ ਵਾਸਤੇ ਅਸੀਂ ਇਹ ਨਹੀਂ ਕਹਿ ਸਕਦੇ ਹੈਗੇ ਵੀ ਜਿਹੜਾ ਇਹ ਸਰਕਟ ਹੈਗਾ, ਇਸ ਸਰਕਟ ਦੇ ਵਿੱਚ ਸਾਡੇ ਕੋਲ ਜਿਹੜਾ ਕਰੰਟ ਹੋਏਗਾ ਹਨਾ, ਉਹ ਸਿਰਫ ਐਕਸਐਲ ਤੇ ਐਕਸ ਸੀ ਦੀਆਂ ਵੈਲਿਊ ਦੇਖ ਕੇ ਸਾਡਾ ਲੈਗ ਲੀਡ ਕਰੇਗਾ, ਇਹ ਨਹੀਂ ਅਸੀਂ ਕਹਿ ਸਕਦੇ। ਤੁਹਾਨੂੰ ਪ੍ਰੋਪਰ ਇਹਦੇ ਕਰੰਟ ਕੱਢਣੇ ਪੈਣਗੇ ਰਾਜੇ। ਵੈਸੇ ਇਹ ਕੁਐਸਚਨ 100% ਸਾਡੇ ਪੇਪਰ ਦੇ ਵਿੱਚ ਨਹੀਂ ਆਊਗਾ, ਬਟ ਤੁਹਾਨੂੰ ਮੈਂ ਕਿਹਾ ਸੀਗਾ ਵੀ ਚਲੋ ਕਰਵਾ ਤਾਂ ਮੈਂ ਦੇਵਾਂਗਾ ਹੀ, ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਰਾਜੇ। ਆ ਦੇਖੋ, ਜਿਵੇਂ ਮੰਨ ਲਓ ਤੁਹਾਡੇ ਕੋਲ ਆਹ ਕੁਐਸਚਨ ਹੈਗਾ, ਇੱਥੇ ਜਿਹੜਾ I1 ਕਰੰਟ ਆ, ਇਸ ਕਰੰਟ ਦਾ ਨਾਂ ਕੀ ਆ? I1 ਹਨਾ। ਤੇ ਇਸ ਕਰੰਟ ਦਾ ਨਾਂ ਕੀ ਆ? I2। I1 ਕਰੰਟ ਸਾਡਾ ਕਿੰਨਾ ਹੈਗਾ? 24 ਐਂਪੀਅਰ। ਤੇ ਐਂਗਲ ਇਹਦਾ ਕਿੰਨਾ ਆਊਗਾ ਪਤਾ? tan ਇਨਵਰਸ 3/4, ਮਤਲਬ tan ਇਨਵਰਸ 3/4 ਦੀ ਵੈਲਿਊ ਕਿੰਨੀ ਦੀ ਆ? 0.75। ਕਿੰਨੇ ਤੇ ਆਊਗਾ? 37 ਡਿਗਰੀ ਆਊਗਾ ਬੱਚੇ। ਯੈਸ ਸਰ। ਤੇ 37 ਡਿਗਰੀ ਆ ਗਿਆ। ਤੇ ਜਿਹੜਾ ਸਾਡਾ I2 ਦੀ ਵੈਲਿਊ ਆ, I2 ਸਾਡਾ tan ਇਨਵਰਸ ਕੀ ਹੁੰਦਾ ਬੱਚੇ? XC/R, ਕਿਉਂਕਿ ਇੱਥੇ ਇੰਡਕਟਰ ਕੈਪੈਸਿਟਰ ਲੱਗਿਆ ਤਾਂ ਕੈਪੈਸਿਟਰ ਡਿਵਾਈਡ ਬਾਈ ਰੈਜ਼ਿਸਟੈਂਸ। ਇਹ ਸਾਡਾ ਆ ਗਿਆ 4/3, ਮਤਲਬ 1.33, ਮਤਲਬ ਕਿੰਨੇ ਡਿਗਰੀ? 53 ਡਿਗਰੀ। ਇਹਨਾਂ ਜੀ ਕੈਲਕੂਲੇਟਰ ਨਾਲ ਨਿਕਲਦੇ ਹੁੰਦੇ ਵੈਲਿਊ ਦੇ, ਤਾਂ ਮੈਂ ਰੱਟਾ ਮਾਰਦਾ ਕਰਕੇ ਮੈਂ ਕਹਿੰਦਾ ਛੇਤੀ। ਸਾਡੇ ਕੋਲ ਦੂਜਾ ਜਿਹੜਾ ਐਂਗਲ ਹੈਗਾ ਜੀ ਕਿੰਨਾ ਆਏਗਾ? 53 ਡਿਗਰੀ। ਹੁਣ ਗੱਲ ਦੇਖਣ ਵਾਲੀ ਇਹ ਹੈਗੀ ਵੀ ਸਾਡੇ ਕੋਲ ਜਦੋਂ ਅਸੀਂ ਫੇਜ਼ਰ ਡਾਇਗਰਾਮ ਬਣਾਵਾਂਗੇ, ਸਾਡੇ ਕੋਲ ਇੱਥੇ ਕਰੰਟ ਕਿਹੜਾ ਆਏਗਾ? ਵੋਲਟੇਜ ਇੱਥੇ ਕਿੰਨੀ ਆਈ? 120 ਹਨਾ। ਰੈਫਰੈਂਸ ਦੇ ਉੱਪਰ ਅਸੀਂ ਵੋਲਟੇਜ ਨੂੰ ਬਣਾਵਾਂਗੇ ਨਾ। ਯੈਸ ਸਰ। I1 ਕਰੰਟ ਸਾਡਾ ਕਿੱਥੇ ਬਣੂਗਾ ਬੱਚੇ ਦੱਸਿਓ? ਆ ਜਿਹੜਾ ਕਰੰਟ ਹੈ ਕਿੱਥੇ ਬਣੇਗਾ? ਲੈਗ ਕਰੇਗਾ, ਲੀਡ ਕਰੇਗਾ? ਲੈਗ ਕਰੂਗਾ। ਕਿੰਨੇ ਡਿਗਰੀ ਨਾਲ ਜੀ? 37 ਡਿਗਰੀ ਨਾਲ। ਬਿਲਕੁਲ ਜੀ, 37 ਡਿਗਰੀ ਨਾਲ। ਤੇ I2 ਸਾਡਾ ਇਹਦਾ ਜਿਹੜਾ ਆਹ ਜਿਹੜਾ ਤੀਰ ਆ, ਇਹ ਕਿੰਨੀ ਲੰਬੀ ਕਿੰਨੀ ਹੈਗੀ ਲਾਈਨ? ਇਹ 24। ਤੇ ਸਾਡੇ ਕੋਲ ਜਿਹੜਾ I2 ਕਰੰਟ ਆ ਬੱਚੇ, I2 ਕਰੰਟ ਇਹ ਕਿਹਦੇ ਵਿੱਚ ਜਾ ਰਿਹਾ? ਇੱਕ ਕੈਪੈਸਿਟਰ ਦੇ ਵਿੱਚ ਜਾ ਰਿਹਾ, ਰੈਜ਼ਿਸਟਿਵ ਇੱਕ ਕੈਪੈਸਿਟਿਵ ਸਰਕਟ ਦੇ ਵਿੱਚ ਫਲੋ ਹੋ ਰਿਹਾ। ਇਹ ਲੈਗ ਕਰੇਗਾ, ਲੀਡ ਕਰੇਗਾ? ਇਹ ਤੋਂ ਵੋਲਟੇਜ ਤੋਂ ਇਹ ਲੀਡ ਕਰੇਗਾ ਜੀ। ਕਿੰਨੇ ਡਿਗਰੀ ਨਾਲ? 53 ਨਾਲ। ਤਾਂ ਹੁਣ ਇੱਥੋਂ ਵੈਸੇ ਤਾਂ ਸਾਨੂੰ ਸਿੱਧਾ ਹੀ ਪਤਾ ਲੱਗ ਗਿਆ, ਇਹ ਹੈਗਾ ਰਾਜੇ 53। ਤਾਂ ਜਿਹੜਾ ਹੈਗਾ ਸਾਡਾ ਹੈਗਾ 24 ਐਂਪੀਅਰ। ਹੁਣ ਆ ਤਾਂ ਮੈਗਨੀਟਿਊਡ ਦਾ ਬਰਾਬਰ ਨੇਗੇ। ਹੁਣ ਜਿਹੜਾ ਐਂਗਲ ਜਿਹੜਾ ਰਿਜ਼ਲਟੈਂਟ ਹੋਊਗਾ ਨਾ, ਝੁਕਾਵ ਕਿੱਧਰ ਹੋਊਗਾ? ਜਿੱਧਰਲੇ ਪਾਸੇ ਐਂਗਲ ਕੀ ਹੈਗਾ ਬੱਚੇ? ਵੱਡਾ ਹੈਗਾ।
ਹਨਾ। ਤੇ ਇਹਦਾ ਮਤਲਬ ਕੀ ਹੋਊਗਾ, ਇਹਦਾ ਝੁਕਾਅ ਹੋਊਗਾ ਜੇ ਆਪਾਂ ਏਦਾਂ ਕੱਢ ਕੇ ਦੇਖੀਏ ਬੱਚੇ, ਇਹਦਾ ਝੁਕਾਅ ਜਿਹੜਾ ਹੋਊਗਾ ਉਹ ਉੱਪਰਲੇ ਪਾਸੇ ਨੂੰ ਆਊਗਾ, ਇੱਥੇ ਆਊਗਾ, ਕੈਪੈਸਿਟਿਵ ਹੋਏਗਾ ਇਹ ਸਰਕਟ। ਜੇ ਤੁਸੀਂ ਐਗਜ਼ੈਕਟ, ਇਹ ਐਗਜ਼ੈਕਟ ਨਹੀਂ ਹੈਗਾ ਬੱਚੇ, ਜੇ ਐਗਜ਼ੈਕਟ ਕੱਢਣਾ ਤੇ ਕਿਹੜਾ ਫਾਰਮੂਲਾ ਲਗਾਓਗੇ ਦੱਸੋ ਬੱਚੇ? I1 ਵਾਲਾ ਜੀ, ਕੀ ਬੋਲੋ? I1 cos θ ਜੀ। ਨਹੀਂ, I1 ਨਹੀਂ ਹੁੰਦਾ ਉੱਪਰ, I2 ਉੱਪਰ ਹੁੰਦਾ ਥੀਟਾ ਇਜ਼ ਇਕੁਅਲ ਟੂ tan ਇਨਵਰਸ, ਹਾਂਜੀ I2 ਅੱਗੇ cos θ ਜੀ, ਸਾਈਨ ਹੁੰਦਾ ਕਿ ਕਾਸ ਹੁੰਦਾ ਯਾਰ? sin θ ਜੀ, ਸਾਈਨ ਹੁੰਦਾ ਰਾਜੇ, ਥੀਟਾ I1 ਪਲੱਸ I2 cos θ, ਆਹ ਹੁੰਦਾ ਰਾਜੇ ਫਾਰਮੂਲਾ। ਤਾਂ I1 ਇਹਨੂੰ ਮੰਨ ਲਈ ਅਸੀਂ, I2 ਇਹਨੂੰ ਮੰਨ ਲੈਂਦੇ, ਤਾਂ ਵੈਲਿਊ ਭਰੋ ਇੱਥੇ, tan ਇਨਵਰਸ 24 sin θ, sin θ ਦਾ ਇਹ ਥੀਟਾ ਕਿਹੜਾ ਲਵਾਂਗੇ ਟੋਟਲ 53 ਦੇ ਵਿੱਚ ਰਾਜੇ, ਅਸੀਂ 30 ਜੋੜਾਂਗੇ ਕਿੰਨਾ ਬਣ ਜੂਗਾ, ਕਿੰਨਾ ਬਣੂਗਾ ਟੋਟਲ 90, 53 ਪਲੱਸ 37 90 ਹੋ ਜੂਗਾ ਜੀ, ਹਨਾ। ਤਾਂ sin 90 ਡਿਵਾਈਡ ਬਾਈ I1 24 ਪਲੱਸ 24 cos 90 ਕਿੰਨਾ ਹੁੰਦਾ ਬੱਚੇ 0, ਤਾਂ ਸਾਰਾ ਤਾਂ ਹੋ ਜੂਗਾ ਸਾਡਾ ਹੇਠਾਂ ਵਾਲੀ ਜਿਹੜੀ ਟਰਮ ਆ ਗਈ ਸਾਡੀ ਕਿੰਨੀ ਹੋ ਜੂਗੀ 0। ਤਾਂ ਉੱਪਰਲੇ ਪਾਸੇ ਰਾਜੇ tan ਇਨਵਰਸ 24 sin 90 ਦੀ ਵੈਲਿਊ ਕਿੰਨੀ ਹੁੰਦੀ ਹੈ ਬੱਚੇ 1 ਜੀ, 24 ਨੂੰ 24 ਵਟਾ 24, ਤਾਂ tan ਇਨਵਰਸ ਕਿੰਨਾ ਆ ਗਿਆ 1 ਆ ਗਿਆ, ਕਿੰਨੇ ਦੇ ਉੱਪਰ ਹੁੰਦਾ ਇਹ 1 45 ਦੀ। ਤਾਂ ਇੱਥੋਂ ਕਿੰਨੀ ਦੂਰ ਆ ਗਿਆ ਐਂਗਲ, I1 ਇਹਨੂੰ ਮੰਨਿਆ ਸੀ ਨਾ, ਤਾਂ ਇੱਥੋਂ ਕਿੰਨੀ ਦੂਰ ਆ ਰਾਜੇ ਇਹ ਐਂਗਲ, ਇਹ ਸਾਡਾ 45 ਡਿਗਰੀ, ਜਿਹੜਾ ਆਹ ਰਿਜ਼ਲਟੈਂਟ ਆਏਗਾ ਕਿੱਥੇ ਆਏਗਾ 45 ਡਿਗਰੀ ਦੂਰ ਆਏਗਾ। 37 ਤਾਂ ਹੇਠੋਂ ਸੀਗਾ, ਉੱਪਰਲੇ ਪਾਸੇ ਨੂੰ ਕਿੰਨਾ ਹੋਰ ਹੈਗਾ ਇਹ 8 ਡਿਗਰੀ ਹੋਰ ਆ ਰਾਜੇ, ਇੱਥੇ 8 ਡਿਗਰੀ ਹੋਰ ਆ। ਤੁਹਾਡੇ ਕੋਲ ਰਿਜ਼ਲਟੈਂਟ ਜਿਹੜਾ ਆਏਗਾ IR, ਜਿਹੜਾ ਟੋਟਲ ਕਰੰਟ ਆਇਆ, ਰਿਜ਼ਲਟੈਂਟ ਕਰੰਟ ਆਇਆ, ਉਹ ਸਾਡਾ ਕੀ ਆਏਗਾ ਬੱਚੇ, ਵੋਲਟੇਜ ਤੋਂ ਲੀਡ ਕਰ ਰਿਹਾ ਕਿੰਨੇ ਡਿਗਰੀ ਨਾਲ, 8 ਡਿਗਰੀ ਨਾਲ, ਕਿਉਂਕਿ ਇੱਥੋਂ ਲੈ ਕੇ ਇੱਥੇ ਤੱਕ ਕਿਹੜਾ ਐਂਗਲ ਸੀਗਾ 37 ਸੀਗਾ, ਪਰ ਸਾਡਾ ਆਨਸਰ ਆਇਆ 45, ਇਹਦਾ ਮਤਲਬ ਹੋਰ ਉੱਪਰ ਜਿਹੜਾ ਰਿਜ਼ਲਟੈਂਟ ਸਾਡਾ ਇੱਥੇ ਹੈ। ਸਰ ਮੈਂ ਕਿਹਾ ਜੇ ਉੱਪਰਲੇ ਨੂੰ I1 ਮੰਨਾਂਗੇ ਫਿਰ ਉਹਦਾ ਐਂਗਲ ਵੀ ਫਰਕ ਪਊਗਾ ਨਾ, ਫਿਰ ਉੱਥੋਂ ਦੂਰ ਆਊਗਾ ਬੱਚੇ, ਉੱਥੋਂ ਦੂਰ ਆਊ ਫਿਰ I1 ਤੋਂ, ਜੇ ਉੱਪਰ ਨੂੰ I1 ਮੰਨੋਗੇ ਤਾਂ ਇੱਥੋਂ ਆਊਗਾ ਐਂਗਲ, ਜਿਹੜਾ ਤੁਹਾਡਾ ਆਨਸਰ ਆਊਗਾ ਉਹ ਇੱਥੋਂ ਐਡੀ ਦੂਰ ਕਿੰਨੀ ਆਊਗਾ ਦੱਸਿਓ ਮੈਨੂੰ, ਤੁਸੀਂ ਆਪ ਹੀ ਦੱਸੋ ਹੁਣ ਕਿੰਨਾ ਆਊਗਾ। I1 ਮੰਨ ਕੇ 53 ਦੇ ਵਿੱਚੋਂ ਰਾਜੇ 8 ਮਾਈਨਸ ਕਰ ਦਿਓ ਕਿੰਨਾ, 45 ਐਂਗਲ ਆਊਗਾ, ਫਿਰ 45 ਡਿਗਰੀ ਆਊਗਾ, ਫਿਰ ਵੀ ਫਿਰ ਉੱਪਰਲੇ ਪਾਸੇ 45 ਡਿਗਰੀ ਦੂਰ ਆਊਗਾ। ਠੀਕ ਹੈ ਸਰ, ਠੀਕ ਹੈ ਚਲੋ। ਇੱਕ ਤੁਹਾਡੇ ਕੋਲ ਆ ਰੈਜ਼ੋਨੈਂਸ ਕਰਵ ਹੈਗੀ, ਆਹ ਸਾਡੇ ਕੋਲੇ ਹੈ ਜੀ, ਜਿਹੜਾ ਆਹ ਕਰੰਟ ਹੁੰਦਾ ਇਹਨੂੰ ਅਸੀਂ ਕੀ ਕਹਿੰਦੇ ਹੁੰਦੇ ਆ, ਮੈਕਸਿਮਮ ਕਰੰਟ। ਇਹ RLC ਸੀਰੀਜ਼, RLC ਰੈਜ਼ੋਨੈਂਸ ਸਰਕਟ ਬਾਰੇ ਪੜ੍ਹ ਰਹੇ ਹਾਂ ਜੀ ਆਪਾਂ, ਜਿਹਨਾਂ ਨੇ ਨਹੀਂ ਪੜ੍ਹਿਆ ਸ਼ਾਇਦ ਉਹਨਾਂ ਨੂੰ ਨਾ ਸਮਝ ਆਵੇ, ਉਹਨਾਂ ਨੂੰ ਅੱਜ ਵਾਲਾ ਟੌਪਿਕ ਦਾ ਸਮਝ ਆਵੇ, ਸ਼ਾਇਦ ਇਹ ਨਹੀਂ ਸਮਝ ਆਊਗਾ, ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਿਓ, ਜਦੋਂ ਕਰ ਲਓਗੇ ਉਦੋਂ ਸਮਝ ਆ ਜਾਊ, ਕੋਈ ਗੱਲ ਨਹੀਂ। ਦੇਖੋ ਤਾਂ ਸਾਡਾ ਜਿਹੜਾ ਮੈਕਸਿਮਮ ਕਰੰਟ ਹੁੰਦਾ ਉਹ ਕਿੰਨੀ ਫ੍ਰੀਕੁਐਂਸੀ ਦੇ ਉੱਪਰ ਫਲੋ ਹੁੰਦਾ ਹੈਗਾ, ਰੈਜ਼ੋਨੈਂਸ ਫ੍ਰੀਕੁਐਂਸੀ ਤੇ, ਹਨਾ। ਤਾਂ ਇਸ ਤੋਂ ਬਾਅਦ ਦੇਖੋ ਸਾਡੇ ਕੋਲੇ ਦੋ ਫ੍ਰੀਕੁਐਂਸੀਜ਼ ਹੁੰਦੀਆਂ, ਇੱਕ ਤਾਂ ਹੁੰਦੀ ਹੈਗੀ ਲੋਅਰ ਕੱਟ ਆਫ ਫ੍ਰੀਕੁਐਂਸੀ, ਇੱਕ ਹੁੰਦੀ ਹੈਗੀ ਅਪਰ ਕੱਟ ਆਫ ਫ੍ਰੀਕੁਐਂਸੀ। ਤਾਂ ਲੋਅਰ ਕੱਟ ਆਫ ਫ੍ਰੀਕੁਐਂਸੀ ਹੁੰਦੀ ਹੈਗੀ ਇੱਥੇ, ਤੇ ਅਪਰ ਕੱਟ ਆਫ ਫ੍ਰੀਕੁਐਂਸੀ ਹੁੰਦੀ ਹੈਗੀ ਇੱਥੇ। ਇਹ ਕੀ ਹੁੰਦੀ ਹੈ ਜੀ, ਦੱਸ ਸਕਦੇ ਹੋਗੇ ਤੁਸੀਂ ਮੈਨੂੰ? ਲੋਅਰ ਕੱਟ ਆਫ ਫ੍ਰੀਕੁਐਂਸੀ ਦਾ ਮਤਲਬ ਕੀ ਹੈ ਵੀ ਜੇ ਇਹਨੂੰ ਆਪਾਂ ਮੈਕਸਿਮਮ ਕਰੰਟ ਮੰਨ ਲਈਏ ਇੱਥੇ, ਜਿਹੜਾ ਕਿ ਰੈਜ਼ੋਨੈਂਸ ਵੇਲੇ ਫਲੋ ਹੁੰਦਾ, ਤਾਂ ਰੈਜ਼ੋਨੈਂਸ ਤੋਂ ਪਹਿਲਾਂ ਇੱਕ ਕਰੰਟ ਜਿਹੜਾ, ਜਦੋਂ ਸਾਡਾ ਰੈਜ਼ੋਨੈਂਸ ਮੈਕਸਿਮਮ ਕਰੰਟ ਦਾ 70% ਹੁੰਦਾ, 70% ਹੁੰਦਾ ਜਿਹੜਾ ਸਾਡਾ ਆਹ ਇੱਥੇ, ਜਿੱਥੇ 100 ਐਂਪੀਅਰ ਕਰੰਟ ਇੱਥੇ ਹੈਗਾ 70.7 ਐਂਪੀਅਰ ਕਰੰਟ। ਤਾਂ ਇਸ ਤੋਂ ਇਧਰਲੇ ਪਾਸੇ ਜਿਹੜਾ ਹੁੰਦਾ, ਜਦੋਂ ਇਧਰੋਂ ਫ੍ਰੀਕੁਐਂਸੀ ਘਟਾਉਣੇ ਅਸੀਂ ਆਹ ਫ੍ਰੀਕੁਐਂਸੀ ਦੇ ਉੱਪਰ, ਸਾਡਾ ਕਰੰਟ ਜਿਹੜਾ ਹੁੰਦਾ ਉਹ ਘੱਟ ਹੁੰਦਾ ਕਾਫੀ, ਉਹਦੀ ਵੈਲਿਊ ਕਾਫੀ ਘੱਟ ਹੁੰਦੀ ਹੈ। ਤਾਂ ਲੋਅਰ ਜਿਹੜੀ ਕੱਟ ਆਫ ਫ੍ਰੀਕੁਐਂਸੀ ਆ ਉਦੋਂ ਸਾਡਾ ਜਿਹੜਾ ਕਰੰਟ ਹੁੰਦਾ ਉਹ 70% ਹੋ ਜਾਂਦਾ, ਕਾਹਦਾ, ਮੈਕਸਿਮਮ ਕਰੰਟ ਦਾ। ਜਾਂ ਫਿਰ ਇੱਥੇ ਵੀ ਜਦੋਂ ਅਸੀਂ ਫ੍ਰੀਕੁਐਂਸੀ ਵਧਾਉਣੀ ਸ਼ੁਰੂ ਕਰ ਦਿੰਦੇ ਹੈਗੇ, ਇੰਪੀਡੈਂਸ ਦੇ ਵਧਣ ਦਾ ਕਰੰਟ ਸਾਡਾ ਘਟਣਾ ਸ਼ੁਰੂ ਹੋ ਜਾਂਦਾ, ਕਿੰਨਾ ਰਹਿ ਜਾਂਦਾ ਹੈਗਾ, ਸਿਰਫ 70% ਰਹਿ ਜਾਂਦਾ, ਕਾਹਦਾ, ਮੈਕਸਿਮਮ ਵੋਲਟ ਕਰੰਟ ਦਾ। ਤਾਂ ਜਿਹੜੇ ਆਹ ਫ੍ਰੀਕੁਐਂਸੀਜ਼ ਹੁੰਦੀਆਂ ਇੱਥੇ, ਸਾਡਾ ਜਿਹੜਾ ਕਰੰਟ ਹੁੰਦਾ ਹੈਗਾ ਉਹ ਘੱਟ ਹੁੰਦਾ ਹੈਗਾ, 70% ਤੋਂ ਘੱਟ ਹੁੰਦਾ। ਇਹਦਾ ਮਤਲਬ F1 ਅਤੇ F2 ਸਾਡੇ ਕੀ ਹੈਗੇ, ਇਹਨਾਂ ਨੂੰ ਆਪਾਂ ਰਾਜੇ ਹਾਫ ਪਾਵਰ ਪੁਆਇੰਟਸ ਕਹਿੰਦੇ ਆ, ਹਾਫ ਪਾਵਰ ਪੁਆਇੰਟਸ ਕਹਿੰਦੇ ਹੁੰਦੇ ਆ, ਹਾਫ ਪਾਵਰ ਪੁਆਇੰਟਸ। ਮੈਂ ਤੁਹਾਨੂੰ ਕੁਐਸਚਨ ਪੁੱਛਦਾਗਾ, ਕਿਸੇ ਸਰਕਟ ਦੇ ਵਿੱਚ ਇੱਕ ਕਰੰਟ ਫਲੋ ਹੋ ਰਿਹਾ ਸੀਗਾ, ਤੇ ਉਹਦੀ ਰੈਜ਼ਿਸਟੈਂਸ ਸੀਗੀ R1, ਤੇ ਟੋਟਲ ਜਿਹੜੀ ਪਾਵਰ ਪੈਦਾ ਹੋ ਰਹੀ ਸੀਗੀ ਉਹ 100 ਵਾਟ ਹੋ ਰਹੀ ਸੀਗੀ। ਜੇ ਮੈਂ I ਨੂੰ
ਡਿਵਾਈਡ ਕਰਦਾ ਰਾਜੇ, ਆਈ ਕਹਿੰਦਾ ਘਟਾਤਾ ਸੀ √2 ਨਾਲ ਡਿਵਾਈਡ ਕਰਦੀ ਅਸੀਂ, ਬਟ ਰੈਜ਼ਿਸਟੈਂਸ ਜਿਹੜੀ ਹੈਗੀ ਉਹ ਸੇਮ ਰਹੇ, ਤਾਂ ਸਾਡੇ ਕੋਲੇ ਪਾਵਰ ਕਿੰਨੀ ਆਊ ਦੱਸ ਸਕਦੇ ਹੋ? 70.7 ਬਿਲਕੁਲ ਜੀ। ਦੇਖੋ ਨਹੀਂ ਗਲਤ ਹੋ ਜੀ, ਗਲਤ ਹੋ ਤੁਸੀਂ। 100/2 ਗਲਤ ਕਹਿ ਰਹੇ ਹੋ ਰਾਜੇ ਤੁਸੀਂ। 50% ਹੋ ਜਾਊਗੀ। 1.41 ਬਿਲਕੁਲ ਜੀ। ਕਿੰਨੀ ਹੋ ਜੂਗੀ? 50%। 1.414 50% ਹੋਊਗੀ ਰਾਜੇ, ਠੀਕ ਆ। ਦੇਖੋ ਮੇਰੀ ਗੱਲ ਸੁਣੋ, ਆਪਾਂ ਮੰਨ ਲੈਂਦੇ ਆ ਵੀ ਸਾਡੇ ਕੋਲ ਜਿਹੜਾ ਕਰੰਟ ਆ ਉਹ ਹੈਗਾ 10, ਠੀਕ ਹੈ, ਤੇ ਰੈਜ਼ਿਸਟੈਂਸ ਦੀ ਵੈਲਿਊ ਵੀ 10 ਮੰਨ ਲਈ। ਟੋਟਲ ਕਿੰਨਾ ਆ ਗਿਆ ਬੱਚੇ? ਇਹ 1000 ਵਾਟ ਆ ਗਿਆ, ਠੀਕ ਹੈ ਜੀ। ਹੁਣ ਅਸੀਂ ਕਰੰਟ ਨੂੰ ਕਿੰਨਾ ਘਟਾਉਣਾਗਾ? 70% ਰੱਖਣਾ ਕਰੰਟ। 10 ਦਾ 70% ਕਿੰਨਾ? ਇੱਥੇ ਸਾਡਾ ਕਰੰਟ ਕਿੰਨਾ ਹੋਊਗਾ? ਆ ਇੱਥੇ 70% ਕਰੰਟ ਆ ਨਾ, 10 ਦਾ 70% ਕਰੰਟ ਕਿੰਨਾ ਹੋਊਗਾ ਰਾਜੇ? 7.07। 70% ਕਰੰਟ ਕਿੰਨਾ ਹੋਊਗਾ ਨਾ? 7 ਹੋਊਗਾ। ਚਲੋ 7 ਲਿਖ ਲਓ, ਸਿੰਪਲੀਫਾਈ ਕਰ ਲੈਂਦੇ ਆਂਗੇ ਆਪਾਂ, 7 ਲਿਖ ਲਓ। ਚਲੋ 7 ਦਾ ਸਕੁਅਰ ਰੈਜ਼ਿਸਟੈਂਸ ਸਾਡੀ ਉਨੀ ਹੋਵੇਗੀ। ਕਿੰਨਾ ਆ ਗਿਆ? 7×7 49 × 10 ਕਿੰਨਾ ਆ ਗਿਆ ਰਾਜੇ? 490 ਵਾਟ। ਇਹਦਾ ਮਤਲਬ ਇਹ ਟੋਟਲ ਪਾਵਰ ਜਿਹੜੀ ਸਾਡੀ, ਜਿਹੜੀ ਮੈਕਸਿਮਮ ਕਰੰਟ ਦੇ ਉੱਪਰ ਹੋ ਰਹੀ, ਜਿਹੜੀ ਪਾਵਰ ਪੈਦਾ ਹੋ ਰਹੀ ਸੀਗੀ, ਉਸ ਪਾਵਰ ਦੀ ਕਿੰਨੀ ਪਾਵਰ ਰਹਿ ਗਈ ਰਾਜੇ? 50% ਪਾਵਰ ਨਹੀਂ ਰਹਿ ਗਈ। ਯੈਸ ਸਰ। ਤਾਂ ਯਾਦ ਰੱਖਣਾਗਾ, ਜਿਹੜਾ ਕਰੰਟ ਸਾਡਾ ਲੋਅਰ ਕੱਟ ਆਫ ਫ੍ਰੀਕੁਐਂਸੀ ਤੇ ਅਪਰ ਕੱਟ ਆਫ ਫ੍ਰੀਕੁਐਂਸੀ ਦੇ ਉੱਪਰ ਹੁੰਦਾ ਹੈਗਾ, ਉਸ ਵੇਲੇ ਜਿਹੜੀ ਸਾਡੀ ਪਾਵਰ ਹੁੰਦੀ ਹੈਗੀ ਉਹ ਕਿੰਨੀ ਰਹਿ ਜਾਇਆ ਕਰਦੀ ਹੈਗੀ? ਸਿਰਫ 50% ਪਾਵਰ ਰਹਿ ਜਾਂਦੀ ਹੈ ਰਾਜੇ। ਓਕੇ ਸਰ। ਕਿਉਂਕਿ ਤੁਸੀਂ ਕੀ ਕਰ ਰਹੇ ਸੀਗੇ? ਤੁਸੀਂ ਸਿੱਧਾ ਕਰੰਟ ਨੂੰ ਰਾਜੇ √2 ਨਾਲ ਡਿਵਾਈਡ ਕਰ ਰਹੇ ਸੀਗੇ, ਜਦ ਕਿ ਇਹਦਾ ਰਾਜੇ ਸਕੁਅਰ ਹੋਊਗਾ। ਜਦੋਂ 1/√2 ਦਾ ਸਕੁਅਰ ਕਰਾਂਗੇ ਅਸੀਂ, ਸਾਡਾ ਕੀ ਆਊਗਾ? 1/2 ਹੋ ਜੂ। ਟੋਟਲ ਪਾਵਰ ਸਾਡੀ ਅੱਧੀ ਰਹਿ ਜੂਗੀ। ਕਲੀਅਰ ਹੋ ਗਈ ਜੀ ਗੱਲ? ਇਹ ਸਰ ਦੋਨਾਂ ਪੁਆਇੰਟਸ ਤੇ ਰਹੇਗੀ। ਬਿਲਕੁਲ ਬੱਚੇ, ਬਿਲਕੁਲ। ਜਦ ਅਸੀਂ ਕਹਿਤਾ ਵੀ ਇੱਥੇ ਵੀ 70% ਕਰੰਟ ਆ ਤੇ ਇੱਥੇ ਵੀ ਪਾਵਰ ਅੱਧੀ ਰਹਿ ਜੂਗੀ, ਜੇ ਅਸੀਂ ਕਹਿਤਾ ਇੱਥੇ ਵੀ 70% ਕਰੰਟ ਆ ਤੇ ਇੱਥੇ ਹੀ ਪਾਵਰ ਅੱਧੀ ਰਹਿ ਜਾਏਗੀ ਉੱਥੇ। ਜੀ ਸਰ। ਤਾਂ ਕਰਕੇ ਇਹਨਾਂ ਦੋਨਾਂ ਪੁਆਇੰਟਸ ਨੂੰ, ਇਹਨਾਂ ਨੂੰ ਅਸੀਂ ਕਹਿੰਦੇ ਆ ਹਾਫ ਪਾਵਰ ਫ੍ਰੀਕੁਐਂਸੀਜ਼ ਵੀ ਕਹਿੰਦੇ, ਇਹਨੂੰ ਆਪਾਂ ਹਾਫ ਪਾਵਰ ਫ੍ਰੀਕੁਐਂਸੀਜ਼ ਕਹਿੰਦੇ ਆ ਜੀ। ਆਪਾਂ ਫ੍ਰੀਕੁਐਂਸੀਜ਼, ਹਾਫ ਪਾਵਰ ਫ੍ਰੀਕੁਐਂਸੀਜ਼ ਕਹਿੰਦੇ ਆ। ਓਕੇ ਬੱਚੇ? ਓਕੇ ਸਰ। ਠੀਕ ਹੈ ਜੀ। ਅਗਲੀ ਗੱਲ ਹੁਣ ਤੁਸੀਂ ਜਿਹੜਾ ਹੁਣ ਕੁਐਸਚਨ ਵੱਲ ਵੱਧਦੇ ਆਗੇ। ਹੁਣ ਕੁਐਸਚਨ 'ਚ ਕੀ ਪੁੱਛ ਰਿਹਾ ਸੀਗਾ? ਹੁਣ ਕੁਐਸਚਨ 'ਚ ਕਹਿੰਦਾ ਸੀਗਾ, ਕਹਿੰਦਾ ਹਾਫ ਪਾਵਰ ਜਦੋਂ ਪੁਆਇੰਟ ਆਉਣਗੇ ਉਦੋਂ ਕਰੰਟ ਕਿੰਨਾ ਹੋਊਗਾ ਰਾਜੇ? ਇਹਨੇ ਜਿਹੜੀ ਆਹ ਡਾਇਗਰਾਮ ਦਿੱਤੀ ਹੋਈ ਹੈ, ਇਹਨੇ ਇਦਾਂ ਦੇ ਕਰਕੇ ਇੱਕ ਡਾਇਗਰਾਮ ਦਿੱਤੀ ਹੋਈ ਹੈਗੀ। ਇਹਦਾ ਜਿਹੜਾ ਆਹ ਡਾਇਗਰਾਮ ਦਾ ਮੈਕਸਿਮਮ ਪੁਆਇੰਟ ਆ ਰਾਜੇ, ਉਹ ਦੇਖੋ ਕਿੱਥੇ ਹੈਗਾ। ਆਹ ਕਿੰਨਾ ਗਾ ਦੇਖਿਓ ਰਾਜੇ, ਕਿੰਨਾ ਦਿੱਤਾ ਹੋਇਆ? 5 ਦਿੱਤਾ ਹੋਇਆ। ਮਿਲੀ ਏਅਰ ਦੇ ਵਿੱਚ 5 ਹੈ ਨਾ। ਉਹ ਕਹਿੰਦਾ ਹਾਫ ਪਾਵਰ ਦੇ ਉੱਪਰ। ਹਾਫ ਪਾਵਰ ਦਾ ਮਤਲਬ ਕੀ ਹੈ? ਵੀ ਕਰੰਟ ਕਿੰਨੇ ਦੇ ਪੁੱਛ ਰਿਹਾ? ਉਹ 70% ਉੱਤੇ। ਤਾਂ ਇਹਦਾ ਸਾਨੂੰ 70% ਕਰਨਾ ਪਊਗਾ ਜੇ 5 ਦਾ 70% ਕਰਨਾ ਪਊਗਾ। 70% ਕੱਢ ਕੇ ਦੇਖ ਲਓ ਕਿੰਨਾ ਬਣੂਗਾ ਸਾਡਾ। ਇਹ ਉਹੀ ਬਣੂਗਾ ਜਿਹੜਾ ਤੇਰਾ 3.53। ਕਲੀਅਰ ਹੋਈ ਮੇਰੀ ਗੱਲ? ਹਾਫ ਪਾਵਰ ਪੁਆਇੰਟਸ ਦੇ ਉੱਪਰ F1 ਤੇ F2 ਦੇ ਉੱਪਰ ਜਿਹੜਾ ਸਾਡਾ ਕਰੰਟ ਹੁੰਦਾ ਹੈਗਾ, ਉਹ ਸਾਡਾ 70% ਰਹਿ ਜਾਂਦਾ। ਜਾਂ ਫਿਰ ਇਹ ਕਹਿ ਲਓ ਵੀ ਟੋਟਲ ਜਿਹੜਾ ਹੁੰਦਾ ਹੈਗਾ, ਟੋਟਲ ਨੂੰ ਡਿਵਾਈਡ ਕਰਦੇ √2 ਟਾਈਮਸ ਨਾਲ ਡਿਵਾਈਡ ਕਰ ਦਿਆਂਗੇ, ਫਿਰ ਆਂਸਰ ਆਉਂਦਾ ਹੁੰਦਾ ਹੈਗਾ। ਤਾਂ 5 ਨੂੰ ਡਿਵਾਈਡ ਕਰ ਦਿਓ √2 ਦੇ ਨਾਲ, ਤੁਹਾਡੇ ਕੋਲ ਆਹ ਕਰੰਟ ਆ ਜਾਊਗਾ ਬੱਚੇ। ਤਾਂ ਹੁਣ ਤੱਕ ਅਸੀਂ ਪੜ੍ਹੀ ਸੀ ਰਾਜੇ ਸਿੰਗਲ ਫੇਸ AC ਸਪਲਾਈ। ਸਿੰਗਲ ਫੇਸ ਦਾ ਕੀ ਮਤਲਬ ਸੀਗਾ? ਕਿ ਸਾਡੇ ਕੋਲ ਟੋਟਲ ਨੰਬਰ ਆਫ ਵਾਇਰ ਕਿੰਨੇ ਸੀਗੇ ਸਾਡੀਆਂ? ਇੱਕ ਸਾਡੇ ਕੋਲੇ ਫੇਸ ਸੀਗੀ, ਇੱਕ ਸਾਡੇ ਕੋਲ ਨਿਊਟਰਲ ਸੀਗੀ, 2 ਤਾਰਾਂ ਹੁੰਦੀਆਂ ਸੀਗੀਆਂ ਸਾਡੇ ਕੋਲੇ, ਹੈ ਨਾ। ਇੱਥੇ ਸਾਡੇ ਕੋਲੇ ਕੋਈ ਨਾ ਕੋਈ ਫ੍ਰੀਕੁਐਂਸੀ ਆਉਂਦੀ ਸੀਗੀ ਤੇ ਇੱਥੇ ਪਾਵਰ ਪੈਦਾ ਹੋ ਜਾਂਦੀ ਸੀਗੀ। ਇਹ ਸੀਗੀ ਰਾਜੇ ਸਿੰਗਲ ਫੇਸ AC ਸਪਲਾਈ। ਹੁਣ ਮੰਨ ਲਓ ਇਹ ਸਿੰਗਲ ਫੇਸ ਸਪਲਾਈ ਪਤਾ ਕਿਵੇਂ ਬਣਦੀ ਸੀਗੀ? ਜੇ ਆਪਾਂ ਜਨਰੇਟਰ ਦੇ ਵਿੱਚ ਜਾਈਏ ਨਾ, ਜੇ ਜਨਰੇਟਰ ਦੀ ਗੱਲ ਕਰੀਏ, ਤਾਂ ਜਨਰੇਟਰ ਦੇ ਵਿੱਚ ਮੰਨ ਲਓ ਇੱਥੇ ਨਾਰਥ ਪੋਲ ਆ ਤੇ ਇੱਥੇ ਸਾਊਥ ਪੋਲ ਆ। ਇੱਥੇ ਸਿਰਫ ਔਰ ਸਿਰਫ ਨਾ ਇੱਕ ਕੋਇਲ ਆ, ਇੱਕ ਕਨੈਕਟਰ ਹੈਗਾ। ਇੱਕ ਕਨੈਕਟਰ ਨੂੰ ਆਪਾਂ ਘੁਮਾਉਂਦੇ ਸੀਗੇ, ਆ ਨਾਰਥ ਪੋਲ ਆ, ਸਾਊਥ ਪੋਲ ਆ। ਜਿਉਂ ਕਨੈਕਟਰ ਸਾਡੀਆਂ ਪੋਜੀਸ਼ਨ ਚੇਂਜ ਕਰੀ ਜਾਂਦਾ ਸੀਗਾ, ਹਨਾ, ਤੇ ਉਹ ਤੋਂ ਸਾਡੇ ਕੋਲੇ ਆਹ ਸਾਈਕਲ ਬਣੀ ਜਾਂਦਾ ਸੀਗਾ ਏਦਾਂ। ਓਕੇ ਬੱਚੇ? ਜਿਹੜੀ ਆਹ ਪੋਜੀਸ਼ਨ ਹੁੰਦੀ ਆ ਰਾਜੇ, ਇਸ ਪੋਜੀਸ਼ਨ ਦੇ ਉੱਪਰ ਮੈਕਸਿਮਮ ਕਰੰਟ ਫਲੋ ਹੁੰਦਾ ਆਹ। ਜਿਉਂ ਸਾਡੇ ਕੋਲੇ ਜਿਹੜਾ ਇਹ ਹੈਗਾ, ਮੰਨ ਲਓ ਇਹਨੇ ਇੱਥੋਂ ਐਂਗਲ ਇੰਨਾ ਕੁ ਵਧਾਇਆ, ਤਾਂ ਓਬਵੀਅਸਲੀ ਜਿਹੜਾ ਨਾਰਥ ਤੋਂ ਸਾਊਥ ਪੋਲ ਦੇ ਵਿੱਚ ਜਿਹੜੀ ਫਲਕਸ ਜਾ ਰਹੀ ਹੈਗੀ, ਉਹ ਪਹਿਲਾਂ ਜਿੰਨੀ ਇਹਦੇ ਵਿੱਚ ਦੀ ਕੱਟ ਨਹੀਂ ਜਾਣੀ ਨਾ, ਇੱਦਾਂ ਪਹਿਲਾਂ ਜਿੰਨੀ ਤਾਂ ਨਹੀਂ ਜਾਣੀ ਹੈਗੀ। ਤਾਂ ਪਹਿਲਾਂ ਨਾਲੋਂ ਜਿਹੜਾ ਸਾਡਾ ਕਰੰਟ ਹੋਊਗਾ ਉਹ ਘੱਟ ਜਾਊਗਾ। ਤਾਂ ਜਦੋਂ ਆਹ ਪੋਜੀਸ਼ਨ ਦੇ ਉੱਪਰ ਆ ਜਾਂਦਾ ਸੀਗਾ ਕਨੈਕਟਰ, ਉਦੋਂ ਕੀ ਹੋ ਜਾਂਦਾ ਸੀ? ਸਾਡਾ ਕਰੰਟ ਬਿਲਕੁਲ ਘੱਟ ਜਾਂਦਾ ਸੀਗਾ।
ਜਦੋਂ ਦੁਬਾਰੇ ਆ ਪੁੱਠਾ ਹੁੰਦਾ ਸੀਗਾ ਫਿਰ ਅਜੇ ਮਾਈਨਸ ਦੇ ਵਿੱਚ ਵਧਣਾ ਸ਼ੁਰੂ ਹੋ ਜਾਂਦਾ ਸੀਗਾ। ਤਾਂ ਸਾਈਕਲ ਕਿਵੇਂ ਬਣਦਾ ਹੁੰਦਾ, ਜਿਉਂ ਸਾਡਾ ਕੰਡਕਟਰ ਆ ਜਿਹੜਾ ਉਹ ਕਿਸੇ ਵੀ ਮੈਗਨੈਟਿਕ ਪਾਥ ਦੇ ਵਿੱਚ ਮੂਵ ਕਰਦਾ ਹੈਗਾ, ਜਿੰਨਾ ਨੇੜੇ ਜਾਈ ਜਾਂਦਾ ਉਨੀ ਵੋਲਟੇਜ ਵਧੀ ਜਾਂਦੀ ਹੈ, ਜਿੰਨਾ ਦੂਰ ਜਾਈ ਜਾਂਦਾ ਉਨੀ ਵੋਲਟੇਜ ਘਟੀ ਜਾਂਦੀ ਹੈ। ਇਹ ਗੱਲ ਦੇਖੋ, ਇਹ ਗੱਲ ਨਾਲ ਸਹਿਮਤ ਹੋ ਬੱਚੇ ਇਸ ਗੱਲ ਨਾਲ? ਹਾਂਜੀ ਸਰ। ਠੀਕ ਹੈ। ਪਰ ਜੇ ਸਪੋਜ਼ ਕਰੋ ਮੇਰੇ ਕੋਲੇ ਇੱਕ ਜਨਰੇਟਰ ਹੈਗਾ ਤੇ ਉਹ ਜਨਰੇਟਰ ਦੇ ਵਿੱਚ ਮੈਂ ਕੀ ਕੀਤਾ, ਇੱਕ ਆਹ ਪੋਲ ਆ ਜੇ ਨਾਰਥ ਪੋਲ, ਇੱਕ ਮੇਰਾ ਇੱਥੇ ਹੈਗਾ ਸਾਊਥ ਪੋਲ, ਤੇ ਮੈਂ ਇੱਕ ਕਨੈਕਟਰ ਪਾਇਆ ਸੀਗਾ ਇੱਥੇ। ਠੀਕ ਹੈ ਜੀ। ਜਦੋਂ ਇਹ ਕਨੈਕਟਰ ਹੈਗਾ 1 2 ਹੈ ਇਹਦਾ ਨਾਮ, ਇਹ 1 2 ਆ ਕਨੈਕਟਰ, ਇਹ ਸਾਡਾ ਇੱਥੇ ਹੋਏਗਾ ਨਾ 1 2, ਇਹ ਸਾਡੀ ਪੋਜੀਸ਼ਨ ਕਿਹੜੀ ਇੱਥੇ ਹੋਏਗਾ। ਜਿਹੜੀ ਆ 1 ਜਿਹੜੀ ਇਹ ਵੇਵ ਬਣੀ ਹੈ ਕਾਹਦੇ ਨਾਲ ਬਣੀ ਹੈ, ਇਸ ਕਨੈਕਟਰ ਦੇ ਵਿੱਚ ਜਿਹੜੀ ਤਾਰ ਬਾਹਰੇ ਕੱਢੀ ਹੋਈ ਇਹਨੇ ਬਣਾਈ ਹੈਗੀ। ਜੇ ਸਪੋਜ਼ ਕਰੋ ਨਾ ਜੀ ਮੈਂ ਇੱਕ ਹੋਰ ਕਨੈਕਟਰ ਪਾ ਦਾਂ ਜਿਹੜਾ ਮੇਰਾ ਇੱਥੇ ਰੱਖਿਆ ਹੋਇਆ ਹੋਵੇ, ਜਿਹੜਾ ਕਿ ਜਦੋਂ ਆ ਘੁੰਮੂਗਾ ਇਹ ਵੀ ਘੁੰਮੂ ਤੇ ਇਹ ਹੈਗਾ 2 2 ਡੈਸ਼, ਚਲੋ ਇਹਨੂੰ 2 ਤੇ ਇਹਨੂੰ ਆ 2 ਤਾਂ ਹੈਗਾ ਹੀ ਸੀਗਾ, ਇਹਨੂੰ 1 1 ਡੈਸ਼ ਕਰ ਲਓ। ਚਲੋ ਤੇਰਾ 2 2 ਡੈਸ਼ ਹੈਗਾ, ਜਿਸ ਵੇਲੇ ਇਹਦੇ ਵਿੱਚ ਜਿਹੜਾ ਕਰੰਟ ਹੈਗਾ ਜੇ ਇਹਦੇ ਵਿੱਚ 1 1 ਦੇ ਵਿੱਚ ਜਿਹੜਾ ਕਰੰਟ ਆ ਜੇ ਮੈਕਸਿਮਮ ਹੈਗਾ ਤਾਂ ਇਹਦੇ ਵਿੱਚ ਜਿਹੜਾ ਕਰੰਟ ਆ ਇਹ ਕਿੱਥੇ ਖੜਾ ਕਰਾਂ ਜੀ, ਮਿਨੀਮਮ ਤੇ ਖੜਾ ਗਾ। ਜਦੋਂ ਇਹਨੂੰ ਘੁਮਾਉਣਾ ਸ਼ੁਰੂ ਕਰਾਂਗੇ, ਰਾਜੇ ਇਹਨੂੰ, ਤਾਂ ਜਿਹੜਾ ਸਾਡਾ 1 1 ਕਨੈਕਟਰ ਆ ਉਹ ਵੀ ਕਲੌਕਵਾਈਜ਼ ਘੁੰਮੂ, ਜਿਹੜਾ 2 2 ਕਨੈਕਟਰ ਆ ਉਹ ਵੀ ਕਲੌਕਵਾਈਜ਼ ਘੁੰਮੂ। ਜਿਹਦੇ ਵਿੱਚ ਕਰੰਟ ਮੈਕਸਿਮਮ ਖੜਾ ਕਰਾਂ ਜੀ ਉਹ ਤਾਂ ਘਟਣਾ ਸ਼ੁਰੂ ਹੋ ਜਾਊਗਾ, ਤੇ ਜਿਹਦੇ ਵਿੱਚ 2 2 ਦੇ ਵਿੱਚ ਆ 1 1 ਵਾਲਾ ਗਾ ਤੇ 2 2 ਦੇ ਵਿੱਚ ਕਰੰਟ ਹੁਣ ਵਧਣਾ ਸ਼ੁਰੂ ਹੋ ਜਾਊਗਾ ਰਾਜੇ। ਆਹ ਬਲੂ ਕਲਰ ਨਾਲ ਬਣਾ ਲੈਂਦੇ ਹੈਗੇ ਆਪਾਂ, ਆਹ ਜਿਹੜਾ ਸਾਡਾ ਆਹ ਜਿਹੜਾ ਹੈਗਾ 2 2 ਹੈਗਾ ਕਨੈਕਟਰ, ਤੇ 2 2 ਦੁਆਰਾ ਪੈਦਾ ਕੀਤੀ ਹੋਈ ਜਿਹੜੀ ਫਲਕਸ ਹੋਊ ਜਦੋਂ ਇਹ ਇੱਧਰ ਘੁੰਮਣ ਲੱਗ ਗਿਆ ਤਾਂ ਉਹ ਰਾਜੇ ਏਦਾਂ ਵਧਣਾ ਸ਼ੁਰੂ ਹੋ ਜਾਊਗੀ। ਹੁਣ ਵੋਲਟੇਜ ਇਹ ਜਿਹੜਾ ਇਹਦੇ ਵਿੱਚ ਵੋਲਟੇਜ ਪੈਦਾ ਹੋਊਗੀ, ਤਾਂ ਇੱਕ ਦੀ ਥਾਂ ਤੇ ਸਾਡੇ ਕੋਲੇ ਕਿੰਨੀਆਂ ਵੇਵਸ ਆ ਗਈਆਂ, ਹੁਣ 2 ਵੇਵਸ ਆ ਗਈਆਂ ਰਾਜੇ। ਜੇ ਕਿਤੇ ਕਨੈਕਟਰ ਹੋਰ ਪਾਇਆ ਹੁੰਦਾ ਉਹ ਸਪੋਜ਼ ਕਰੋ ਇੱਥੋਂ ਇੱਕ ਤੀਜੀ ਚੱਲ ਪੈਂਦੀ, ਤਾਂ ਇਹ ਸਾਰੀਆਂ ਇਹ ਅਲੱਗ ਪਈਆਂ ਨੇਗੀਆਂ, ਇਹ ਅਲੱਗ ਪਈਆਂ ਨੇਗੀਆਂ, ਤੇ ਜਿਹੜਾ ਤੀਜਾ ਹੋਊਗਾ ਇਹ ਅਲੱਗ ਪਿਆਗਾ। ਤਾਂ ਇੱਕ ਫੇਸ ਆ ਗਿਆ ਬੱਚੇ, ਇੱਕ ਫੇਸ ਆ ਗਿਆ, ਇੱਕ ਫੇਸ ਆ ਗਿਆ। ਤਾਂ ਹਲਕਾ ਜਿਹਾ ਹਿੰਟ ਪਤਾ ਲੱਗ ਗਿਆ ਫੇਸ ਦਾ ਕੀ ਮਤਲਬ ਹੁੰਦਾ ਹੈਗਾ। ਇੱਕ ਫੇਸ ਦਾ ਮਤਲਬ ਹੁੰਦਾ ਵੀ ਸਾਡੇ ਆਰਮੇਚਰ ਦੇ ਉੱਪਰ, ਕਿਸੇ ਵੀ ਜਨਰੇਟਰ ਦੇ ਆਰਮੇਚਰ ਦੇ ਉੱਪਰ ਇੱਕ ਪ੍ਰੋਪਰ ਇੱਕ ਵਾਈਂਡਿੰਗ ਪਾਈ ਹੋਈ ਹੈਗੀ, ਪ੍ਰੋਪਰ ਏਦਾਂ ਇੱਕ ਵਾਈਂਡਿੰਗ ਆ ਸੀਗੀ, ਇੱਕ ਵਾਈਂਡਿੰਗ ਏਦਾਂ ਪਾਈ ਹੋਈ ਹੈਗੀ, ਉਹਦੀ ਕਨੈਕਸ਼ਨ ਇੱਕ ਵਾਈਂਡਿੰਗ ਏਦਾਂ ਪਾਈ ਹੋਈ ਹੈ। ਜਿਹੜੀ ਵਾਈਂਡਿੰਗ ਇਹਨਾਂ ਪੋਲਾਂ ਦੇ ਨੇੜੇ ਜਾਵੇਗੀ ਉਹਦੇ ਵਿੱਚ ਵੋਲਟੇਜ ਵੱਧ ਜਾਇਆ ਕਰੇਗੀ, ਜਦੋਂ ਇਹਨਾਂ ਤੋਂ ਦੂਰ ਜਾਇਆ ਕਰੇਗੀ ਉਦੋਂ ਵੋਲਟੇਜ ਘਟ ਜਾਇਆ ਕਰੇਗੀ। ਦੱਸੋ ਬੱਚੇ, ਹਾਂ ਨਾ ਕਹਿ ਕੇ ਜਵਾਬ ਜ਼ਰੂਰ ਦਿਓ, ਜੇ ਕੁਝ ਪੁੱਛਣਾ ਇਸੇ ਤੱਕ ਪੁੱਛੋ। ਤਾਂ ਸਾਡਾ ਜਿਹੜਾ ਰੋਟਰ ਬੱਚੇ ਘੁੰਮਦਾ ਹੁੰਦਾ, ਜਿਹੜਾ ਰੋਟਰ ਘੁੰਮਦਾ ਹੁੰਦਾ, ਇਹਦੇ ਉੱਪਰ ਆਪਾਂ ਜਿੰਨੀਆਂ ਵਾਈਂਡਿੰਗਸ ਰੱਖ ਦਾਂਗੇ, ਜਿੰਨੀਆਂ ਵਾਈਂਡਿੰਗ ਹੋਣਗੀਆਂ ਰਾਏ ਸਾਡੀਆਂ, ਉਨੇ ਹੀ ਨੰਬਰ ਆਫ ਫੇਸ ਬਣ ਜਾਣਗੇ। ਬਸ ਉਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਨਹੀਂ ਕਰਨਾ ਹੈਗਾ। ਕਲੀਅਰ ਹੋ ਗਿਆ? ਜੇ ਰਾਜੇ 2 ਕਨੈਕਟਰ ਰੱਖਿਆ ਤਾਂ 2 ਫੇਸ ਸਪਲਾਈ ਹੋਊਗੀ। ਆਹ ਜਿਹੜੀ 5G ਪਾਉਣਾ ਰਾਜੇ ਇਹਦਾ ਮਤਲਬ ਹੁੰਦਾ ਫੇਸ। ਅੱਛਾ ਯਾਦ ਰੱਖਿਓ, ਕਈ ਵਾਰੀ ਮੈਂ ਭੁੱਲ ਜਾਂਦਾ ਦੱਸਣਾ। ਜੇ 3 ਰੱਖਾਂਗੇ ਰਾਜੇ ਤਾਂ 3 ਫੇਸ ਬਾਈਂਡਿੰਗ ਹੋਊਗੀ, ਜੇ 4 ਰੱਖਾਂਗੇ ਤਾਂ 4 ਫੇਸ ਹੋਊਗੀ, ਜੇ 5 ਰੱਖਾਂਗੇ ਤਾਂ 5, ਜੇ 6 ਰੱਖਾਂਗੇ 6 ਫੇਸ ਹੋਊਗੀ। ਹੁਣ ਤੁਸੀਂ ਦੇਖਣਾ ਕਰ ਰਹੇ ਜਿਹੜੀ ਵਾਈਂਡਿੰਗ ਹੁੰਦੀ ਹੈਗੀ, ਜਾਂ ਜਿਹੜੇ ਇਹ ਐਂਗਲ, ਜਿਹੜੀ ਸਾਡੀ ਆਹ ਵੇਵ ਬਣੀ ਹੈਗੀ, ਆਹ ਵੇਵ ਵੀ ਜਿਹੜੀ ਇੱਕ ਵੇਵ ਆਉਂਦੀ ਆ ਉਹ ਤੋਂ ਜਿਹੜੀ ਦੂਜੀ ਵੇਵ ਰੱਖਣੀ ਹੈ, ਇਹਦਾ ਇੱਕ ਪ੍ਰੋਪਰ ਫਿਕਸ ਹੁੰਦਾ ਹੈਗਾ ਵੀ ਜੇ ਮੰਨ ਲਓ ਆ ਸਿੰਗਲ ਫੇਸ ਆ, ਜਿਹੜਾ ਦੂਜਾ ਫੇਸ ਸ਼ੁਰੂ ਕਰਨਾ ਉਹ ਕਿੰਨੇ ਐਂਗਲ ਤੋਂ ਬਾਅਦ ਕਰਨਾ ਗਾ, ਇਹ ਫਿਕਸ ਹੁੰਦਾ ਗਾ। ਇਹ ਨਹੀਂ ਹੈ ਵੀ ਆਪਾਂ ਕਿਤੇ ਮਰਜ਼ੀ ਸ਼ੁਰੂ ਕਰ ਲਾਂਗੇ ਦੂਜਾ ਫੇਸ। ਤਾਂ ਇਹ ਜਿਹੜਾ ਇਹਦਾ ਇੱਕ ਫਾਰਮੂਲਾ ਹੁੰਦਾ ਰਾਜੇ, ਉਹ ਫਾਰਮੂਲਾ ਹੁੰਦਾ ਗਾ ਵੀ ਐਂਗਲ ਬਿਟਵੀਨ 2 ਫੇਸ ਡਿਫਰੈਂਸਿਸ। ਜਿਹੜਾ ਫੇਸ ਡਿਫਰੈਂਸ ਰੱਖਾਂਗੇ ਅਸੀਂ 2 ਫੇਸ ਵਾਸਤੇ ਉਹ ਕਿੰਨਾ ਹੋਏਗਾ। ਹਮੇਸ਼ਾ ਦਾ ਫਾਰਮੂਲਾ ਮੰਨ ਲਓ ਸਾਡੇ ਕੋਲ 3 ਫੇਸ ਸਪਲਾਈ ਹੈਗੀ, ਉਹ ਪੁੱਛ ਰਿਹਾ ਹੈਗਾ ਵੀ ਜਿਹੜੀ ਤੁਹਾਡੀ ਇੱਕ ਵੇਵ ਆ ਗਈ, ਆਹ ਵੇਵ ਆ, ਦੂਜੀ ਵੇਵ ਕਿੰਨੇ ਐਂਗਲ ਤੋਂ ਬਾਅਦ ਸ਼ੁਰੂ। ਇਹ ਹੁੰਦੀ ਆ ਰਾਜੇ 100, ਇੱਥੇ ਤੱਕ ਕਿੰਨਾ ਐਂਗਲ ਆ 90, 120 ਡਿਗਰੀ ਬਾਅਦ ਦੂਜੀ ਆ ਆਰ ਫੇਸ ਆ, ਆਹ ਵਾਈ ਫੇਸ ਆ। ਤੇ ਜਦੋਂ ਇਹਦਾ 120 ਹੋ ਗਿਆ ਇੱਥੇ ਸਾਡੀ ਆਰ ਵਾਈ ਬੀ, ਇੱਥੇ ਤੀਜਾ ਫੇਸ ਸ਼ੁਰੂ ਹੋਊਗਾ। ਇਹਨੂੰ ਪੂਰਾ ਕੰਪਲੀਟ ਕਰਨਾ ਤੇ ਏਦਾਂ ਕਰ ਲਓ ਵੀ ਆਹ ਫੇਸ ਏਦਾਂ ਜਾ ਰਿਹਾ। ਚਲੋ ਮੈਨੂੰ ਸਹੀ ਤਰੀਕੇ ਨਾਲ ਬਣਾ ਕੇ ਦਿਖਾਉਣਾ। ਦੇਖੋ ਆਹ ਸਾਡੇ ਕੋਲੇ ਇੱਕ ਐਕਸ ਵਾਈ ਐਕਸਿਸ ਹੈਗਾ, ਸਾਡੇ ਕੋਲੇ ਇੱਕ ਆਰ ਫੇਸ ਆ ਬੱਚੇ। ਆਹ ਓਕੇ, ਆਰ ਫੇਸ ਤੋਂ ਬਾਅਦ ਇੱਥੇ 90 ਡਿਗਰੀ ਹੈ ਨਾ, ਜਿਹੜਾ ਸਾਡਾ ਯੈਲੋ ਫੇਸ ਹੋਏਗਾ, ਯੈਲੋ ਫੇਸ ਸਾਡਾ ਕਿੱਥੇ ਹੁੰਦਾ ਹੈਗਾ ਪਤਾ? ਯੈਲੋ ਫੇਸ ਸਾਡਾ ਕਿੰਨੇ ਡਿਗਰੀ ਬਾਅਦ ਹੁੰਦਾ ਰਾਜੇ? ਆਰ
Y ਤੇ B ਦੇ ਵਿੱਚ ਜਿਹੜਾ ਡਿਫਰੈਂਸ ਹੁੰਦਾ ਗਾ ਉਹ ਕਿੰਨੇ ਦਾ ਹੁੰਦਾ ਗਾ ਰਾਜੇ 120 ਡਿਗਰੀ ਦਾ। ਤਾਂ ਇੱਥੇ ਤੱਕ ਤਾਂ ਕਿੰਨਾ ਸੀਗਾ 90 ਡਿਗਰੀ। ਤਾਂ 90 ਡਿਗਰੀ ਤੋਂ ਥੋੜਾ ਜਿਹਾ ਵੱਧ 30 ਡਿਗਰੀ ਹੋਰ ਇੱਥੇ ਸਾਡਾ ਯੈਲੋ ਫੇਸ ਹੋਵੇਗਾ ਇੱਥੇ। ਓਕੇ, ਤੇਰਾ ਜਿਹੜਾ ਇਹ ਇਧਰਲੇ ਪਾਸੇ ਇਹ ਨੈਗੇਟਿਵ ਦੇ ਵਿੱਚ ਤੁਰਿਆ ਫਿਰਦਾ ਹੋਵੇ। RY ਫੇਸ ਬਣ ਗਏ। ਅਗਰ ਤੀਜਾ ਹੈਗਾ ਬਲੂ ਫੇਸ ਰਾਜੇ। ਬਲੂ ਫੇਸ ਸਾਡਾ ਦੂਜੇ ਤੋਂ ਵੀ 180 120 ਡਿਗਰੀ ਦੂਰ ਹੋਏਗਾ। ਆ ਕਿੰਨਾ ਸਾਡਾ ਇੱਥੇ ਹੈ ਨਾ ਇਹਦਾ 90 ਡਿਗਰੀ। ਤਾਂ ਇਹਦੇ ਇੱਥੇ ਕੁ ਬਣੂਗਾ, ਉਹ ਇੱਥੋਂ ਸਟਾਰਟ ਹੋਊਗਾ ਬੱਚੇ। ਤਾਂ ਸਾਡੇ ਕੋਲੇ ਹੈਗਾ ਬੱਚੇ ਬਲੂ ਫੇਸ ਆ ਹੈਗਾ, ਆਰ ਫੇਸ ਇਹ ਹੈਗਾ, ਯੈਲੋ ਫੇਸ। ਪਤਾ ਲੱਗਿਆ ਜੀ ਕੁਛ? ਤਾਂ ਏਦਾਂ ਸਾਡੇ ਕੋਲੇ ਫੇਸਿਸ ਸਾਡੇ ਹੈਗੇ ਜਿਹੜੇ ਏਦਾਂ ਤੁਰਦੇ ਆ। ਇਸ ਤੋਂ ਬਾਅਦ ਫੇਰ ਸਾਡੇ ਕੋਲੇ ਆਰ ਫੇਸ ਫੇਰ ਮੈਕਸਿਮਮ ਹੋਵੇਗਾ ਇੱਥੇ। ਫਿਰ ਉਸ ਤੋਂ ਬਾਅਦ ਦੁਬਾਰਾ ਕਿਹੜਾ ਫੇਸ ਮੈਕਸਿਮਮ ਹੋਵੇਗਾ? ਫਿਰ ਵਾਈ ਹੋਵੇਗਾ। ਫਿਰ ਉਸ ਤੋਂ ਬਾਅਦ ਕਿਹੜਾ ਫੇਸ ਮੈਕਸਿਮਮ ਹੋਵੇਗਾ? ਫਿਰ ਸਾਡਾ ਜਿਹੜਾ ਬਲੂ ਹੈਗਾ ਉਹ ਫੇਸ ਮੈਕਸਿਮਮ ਹੋਵੇਗਾ। ਏਦਾਂ ਤੁਰੀ ਜਾਣਗੇ ਇਹ। ਠੀਕ ਹੈ ਜੀ ਗੱਲ ਇਹ। ਤਾਂ 3 ਫੇਸ ਦੇ ਵਿੱਚ ਸਾਡੇ ਕੋਲੇ ਜਿਹੜਾ ਆਹ ਐਂਗਲ ਆ ਹੁੰਦਾ, ਜਿਹੜਾ ਪਹਿਲਾ ਐਂਗਲ ਜਿਹੜਾ ਪਹਿਲਾ ਫੇਸ ਸੀਗਾ ਸਾਡਾ ਆਹ, ਇਹਦੇ ਵਿੱਚ ਤੇ ਦੂਜਾ ਜਿਹੜਾ ਫੇਸ ਸ਼ੁਰੂ ਹੋਇਆਗਾ, ਦੂਜਾ ਫੇਸ ਸ਼ੁਰੂ ਹੋਇਆ ਆਹ, ਇਹਦੇ ਵਿੱਚ ਜਿਹੜਾ ਟੋਟਲ ਐਂਗਲ ਸੀਗਾ ਕਿੰਨਾ ਸੀਗਾ ਬੱਚੇ ਸਾਡਾ? ਉਹ 120। ਇਹ ਕਿਵੇਂ ਡਿਸਾਈਡ ਹੁੰਦਾ ਰਾਜੇ? ਇਹ ਹੁੰਦਾਗਾ ਵੀ 360 ਡਿਵਾਈਡ ਬਾਈ ਨੰਬਰ ਆਫ ਫੇਸਿਸ। ਕਿੰਨਾ ਆ ਗਿਆ ਬੱਚੇ? ਇਹ 120 ਆ ਗਿਆ ਨਾ। ਓਕੇ ਜੀ। ਜੇ 6 ਫੇਸ ਸਪਲਾਈ ਹੋਵੇ ਸਾਡੇ ਕੋਲੇ, 6 ਫੇਸ ਸਪਲਾਈ ਹੈਗੀ, ਤਾਂ ਇੱਕ ਫੇਸ ਤੋਂ ਦੂਜੇ ਫੇਸ ਦੀ ਰਹੇ ਜਿਹੜਾ ਐਂਗਲ ਹੋਏਗਾ ਕਿੰਨਾ ਹੋਏਗਾ ਦੱਸ ਸਕਦੇ ਹੋਗੇ? 6 ਕਿੰਨਾ ਹੋਏਗਾ ਰਾਏ? 60 ਡਿਗਰੀ ਹੋਏਗਾ। ਇੱਕ ਫੇਸ ਦੂਜੇ ਫੇਸ ਨਾਲੋਂ 60 ਡਿਗਰੀ ਲੈ ਗਿਆ, ਲੀਡ ਕਰੇਗਾ। ਓਕੇ, ਲਾਸਟ ਸਾਡਾ ਤੀਜਾ ਰਹਿ ਗਿਆ ਰਾਏ। ਤੀਜਾ ਸਾਡੇ ਕੋਲੇ ਇੱਕ ਗੱਲ ਅਸੀਂ ਰੱਟਾ ਮਾਰਨਾ 2 ਫੇਸ ਵਾਸਤੇ। 2 ਫੇਸ ਵਾਸਤੇ ਜੇ ਅਸੀਂ 360 ਡਿਵਾਈਡ ਬਾਈ 2 ਕਰ ਦਾਂਗੇ ਨਾ ਤਾਂ ਸਾਡਾ ਐਂਗਲ ਆਊਗਾ 180, ਜਿਹੜਾ ਕਿ ਇਨਵੈਲਿਡ ਆ। ਕਿਉਂ? ਕਿਉਂਕਿ ਜੇ ਇੱਕ ਫੇਸ ਅਸੀਂ ਉੱਪਰ ਲਵਾਂਗੇ ਰਾਜੇ, ਇੱਕ ਫੇਸ ਮਾਈਨਸ ਦੇ ਵਿੱਚ ਲਵਾਂਗੇ, ਤਾਂ ਦੋਨੇ ਫੇਸ ਆਪਸ ਦੇ ਵਿੱਚੋਂ ਕੀ ਹੋ ਜਾਂਦੇ ਹੁੰਦੇ ਹੈਗੇ? ਯਾਦ ਹੈਗਾ? ਜੇ 2 ਫੇਸ ਨਾ ਆਪਸ ਦੇ ਵਿੱਚ 180 ਹੋਣ, ਕੈਂਸਲ ਹੋ ਜਾਣਗੇ, 0 ਹੋ ਜਾਂਦਾ ਰਾਜੇ ਇਹ ਸਾਡਾ। ਇਟ ਮੀਨਸ ਕੀ ਹੈਗਾ? 180 ਦੇ ਵਿੱਚ ਅਸੀਂ ਰੱਖ ਨਹੀਂ ਸਕਦੇ ਹੈਗੇ। 180 ਤਾਂ 2 ਫੇਸ ਵਾਸਤੇ ਆ ਫਾਰਮੂਲਾ ਹੀ ਵੈਲਿਡ ਨਹੀਂ ਹੈਗਾ। ਉਹਦੇ ਵਾਸਤੇ ਸਾਨੂੰ ਇੱਕ ਅਲੱਗ ਤੋਂ ਰੱਟਾ ਮਾਰਨਾ ਪੈਣਾ ਹੈਗਾ ਵੀ 2 ਫੇਸ ਵਾਸਤੇ ਜਿਹੜੀ ਫੇਸ ਡਿਸਪਲੇਸਮੈਂਟ ਹੁੰਦੀ ਹੈ ਕਿ 90 ਡਿਗਰੀ ਹੁੰਦੀ ਹੈ। ਯਾਦ ਰੱਖਣਾ, ਪੇਪਰ ਦੇ ਵਿੱਚ ਆਇਆ ਹੋਇਆ ਕੁਐਸਚਨ ਆ ਬੱਚੇ ਬਹੁਤ ਵਾਰੀ, ਕਿਉਂਕਿ ਬੱਚੇ ਇੱਥੇ ਕਨਫਿਊਜ਼ ਹੋ ਕੇ ਨਾ 180 ਡਿਗਰੀ ਲਾ ਕੇ ਆਉਂਦੇ, ਆਹੀ ਫਾਰਮੂਲਾ ਯਾਦ ਕਰ ਜਾਂਦੇ ਹੈਗੇ। ਓਕੇ ਜੀ। ਤਾਂ 90 ਡਿਗਰੀ ਸਾਡਾ 2 ਫੇਸ ਵਾਸਤੇ, ਸਾਡਾ ਇਹ 2 ਫੇਸਾਂ ਦੇ ਵਿਚਕਾਰ ਜਿਹੜਾ ਹੋਊਗਾ ਫੇਸ ਡਿਫਰੈਂਸ 90 ਡਿਗਰੀ ਦਾ ਹੋਊਗਾ। 3 ਫੇਸਾਂ ਵਾਸਤੇ ਰਾਜੇ ਉਹ ਹੋਊਗਾ 120 ਦਾ। 6 ਫੇਸਾਂ ਵਾਸਤੇ ਹੋਊਗਾ 60 ਦਾ। ਸਾਇੰਟਿਸਟ ਨੇ ਖੋਜਾਂ ਕਰ ਕਰਕੇ ਇੱਕੋ ਰਿਜ਼ਲਟ ਤੇ ਪਹੁੰਚਿਆ ਵੀ ਹੁਣ ਤੱਕ ਜਿਹੜੇ ਫੇਸ ਜੇ ਅਸੀਂ ਮਲਟੀ ਫੇਸ ਬਣਾਉਣੇ ਹੈਗੇ, ਸਾਡੇ ਕੋਲੇ 3 ਫੇਸ ਸਪਲਾਈ ਹੈ ਜਿਹੜੀ, ਇਹ ਬੈਸਟ ਹੈਗੀ, ਇਹ ਵਧੀਆ ਹੈਗੀ ਰਾਜੇ ਸਪਲਾਈ ਸਾਡੀ। ਓਕੇ ਜੀ, ਵਧੀਆ। ਕਿਉਂ? ਇਹਦੇ ਬਾਰੇ ਆਪਾਂ ਡਿਸਕਸ਼ਨ ਕਰ ਲੈਂਦੇ ਹੈਗੇ, ਪਰ ਹਜੇ ਤੱਕ ਸਿਰਫ ਅਸੀਂ ਇੰਨਾ ਸਾਨੂੰ ਪਤਾ ਲੱਗਿਆ ਵੀ ਸਾਡੀ ਜਿਹੜੀ ਫੇਸ ਸਪਲਾਈ ਹੈਗੀ ਸਾਡੀ 3 ਫੇਸ ਸਪਲਾਈ ਇਜ਼ ਬੈਟਰ ਦੈਨ ਸਿੰਗਲ ਫੇਸ। ਤਾਂ 2 ਫੇਸ ਦਾ ਡਿਫਰੈਂਸ 90 ਡਿਗਰੀ ਕਿਹਾ ਸਰ? ਹਾਂਜੀ, ਇਹ ਰੱਟਾ ਮਾਰਨਾ ਰਾਜੇ ਤੁਸੀਂ। ਠੀਕ ਹੈ ਸਰ, ਓਕੇ। 2 ਫੇਸਾਂ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਫੇਸ ਡਿਫਰੈਂਸ ਹੁੰਦਾ ਹੈਗਾ ਦੈਟ ਇਜ਼ 90 ਡਿਗਰੀ। ਤਾਂ ਜਿਹੜੇ ਸਾਡੇ 3 ਫੇਸ ਨੇਗੇ, ਇਹਨਾਂ ਦਾ ਨਾਮ ਰੈੱਡ, ਯੈਲੋ, ਬਲੂ ਹੈਗਾ। ਇਹ ਇੱਕ ਜਸਟ ਨਾਮ ਆ, ਇਹਦੇ ਰੰਗਾਂ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਇਹ ਚਾਹੇ ਇਹ ਸਿਰਫ ਵੈਸੇ ਹੀ ਰੱਖੇ ਹੋਏ ਨੇ, ਸਟੈਂਡਰਡ ਬਣਾਏ ਹੋਏ ਨੇ, ਇਹਦਾ ਕੋਈ ਮਤਲਬ ਨਹੀਂ। ਚਾਹੇ ਇਹਨੂੰ ਆਪਾਂ ABC ਕਹਿ ਲਈਏ ਫੇਸ, ਤਾਂ ਵੀ ਕੋਈ ਦਿੱਕਤ ਨਹੀਂ ਹੈਗੀ। ਚਾਹੇ ਇਹਨਾਂ ਨੂੰ 1 2 3 ਕਹਿ ਲਈਏ, ਤਾਂ ਨਾਮ ਇਹ ਦੇਣੇ ਆਪਾਂ ਵੀ ਸਾਡੇ ਕੋਲੇ 3 ਫੇਸ ਨੇਗੇ ਭਾਈ। ਇਹ ਸਿਰਫ ਨੇਮ ਹੁੰਦੇ ਆ ਇਹਨਾਂ ਦਾ, ਰੈੱਡ, ਯੈਲੋ, ਇਹ ਕਲਰਾਂ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ ਹੈਗਾ ਰਾਜੇ। ਕੱਢਣ ਨਾ ਲੱਗ ਜਾਓ ਕੋਈ ਵੀ ਸੰਬੰਧ। ਈਵਨ ਜਿਹੜੀਆਂ ਸਾਡੀਆਂ ਉਹ ਹੁੰਦੀਆਂ ਨੇ ਰਿਲੇਜ਼ ਹੁੰਦੀਆਂ ਨੇ, ਰਿਲੇਜ਼ ਦੇ ਵਿੱਚ ਜਿਹੜੇ ਫੇਸ ਸੀਕੁਐਂਸ ਪੜ੍ਹੇ ਜਾਂਦੇ ਹੈਗੇ ਉਹ ABC ਨਾਲ ਪੜ੍ਹੇ ਜਾਂਦੇ, ਨਾ ਕਿ RYB ਨਾਲ ਪੜ੍ਹੇ ਜਾਂਦੇ। ਜੇ ਇਹੀ ਪੰਜਾਬ ਵਾਲੇ ਬੰਦੇ ਨੇ ਕਿਸੇ ਨੇ ਖੋਜ ਕੀਤੀ ਹੁੰਦੀ ਨਾ 3 ਫੇਸ ਸਪਲਾਈ ਦੀ, ਤੇ ਇਹਦਾ ਨਾਮ ਹੋਣਾ ਸੀਗਾ ਊੜਾ ਆੜਾ ਈੜੀ। ਪਰ ਸਾਡੇ ਵਾਲੇ ਇਹ ਕੰਮਾਂ ਦੇ ਵਿੱਚ ਤਾਂ ਹੈ ਨਹੀਂ ਨਾ, ਇਹਦਾ ਨਾਂ ਹੀ ਰੱਖਣਾ ਸੀ, ਕੁਛ ਮਰਜ਼ੀ ਰੱਖ ਸਕਦੇ ਸੀਗੇ। ਪਰ ਸਾਡੇ ਵਾਲੇ ਇਹ ਕੰਮਾਂ ਦੇ ਵਿੱਚ ਕਿੱਥੇ ਨੇਗੇ, ਹਨਾ। ਸਾਡੇ ਵਾਲੇ ਗੰਡਾਸਿਆਂ ਤੇ ਟਕੂਏ ਵਾਲੇ ਹੈਗੇ। ਚਲੋ ਐਨੀ ਹਾਓ, ਤਾਂ ਇਹ ਗੱਲ ਸਮਝ ਆ ਗਈ ਰਾਜੇ ਵੀ ਇਹ ਸਿਰਫ ਇੱਕ ਨਾਂ ਨੇ, ਇਹਦਾ ਰੰਗਾਂ ਦਾ ਇਸ ਜਿਹੜੀਆਂ ਅੰਦਰਲੇ ਪਾਸੇ ਵੋਲਟੇਜ ਹੁੰਦੀਆਂ ਉਹਦੇ ਨਾਲ ਕੋਈ ਸੰਬੰਧ ਨਹੀਂ ਹੁੰਦਾ। ਠੀਕ ਹੈ ਜੀ। ਤਾਂ ਕਨਫਿਊਜ਼ ਨਹੀਂ ਹੋਣਾ, ਨਾ ਤਾਂ ਕੋਈ ਮਰਜ਼ੀ ਹੋ ਸਕਦਾ ਹੈਗਾ।
ਠੀਕ ਹੈ ਜੀ। ਚਲੋ ਹੁਣ ਦੇਖੋ ਸਾਡੇ ਕੋਲੇ ਫੇਸ ਸੀਕੁਐਂਸ ਜਿਹੜਾ ਹੁੰਦਾ ਗਾ, ਮੰਨ ਲਓ ਕਿਸੇ ਨੇ ਲਿਖਿਆ ਹੋਇਆ RY ਤੇ B। ਇਹਦਾ ਕੀ ਮਤਲਬ ਹੈ ਰਾਜੇ? ਇਹਦਾ ਮਤਲਬ ਹੈਗਾ ਵੀ ਪਹਿਲਾਂ ਸਾਡੀ ਵਾਈਂਡਿੰਗ ਜਿਹੜਾ ਫੇਸ ਆ ਉਹ ਮੈਕਸਿਮਮ ਹੋ ਰਿਹਾ, ਫਿਰ ਜਿਹੜਾ ਯੈਲੋ ਫੇਸ ਆ ਇਹ ਮੈਕਸਿਮਮ ਹੋ ਰਿਹਾ, ਫਿਰ ਸਾਡਾ ਕਿਹੜਾ ਫੇਸ ਮੈਕਸਿਮਮ ਹੋ ਰਿਹਾ? B ਹੋ ਰਿਹਾ। ਤੇ ਜੇ ਮੈਂ ਕਹਾਂ ਰਾਜੇ ਤੁਹਾਨੂੰ B ਫੇਸ ਤੋਂ ਬਾਅਦ ਕਿਹੜਾ ਫੇਸ ਦੁਬਾਰਾ ਮੈਕਸਿਮਮ ਹੋਏਗਾ ਪਤਾ? R ਵੈਰੀ ਗੁੱਡ। ਤੇ ਉਸ ਤੋਂ ਬਾਅਦ ਰਾਜੇ Y, ਤੇ ਉਸ ਤੋਂ ਬਾਅਦ B। ਤੇ ਜੇ ਮੈਂ ਪਹਿਲੇ ਤਿੰਨ ਨੂੰ ਚੱਕਾਂ, ਇਹਨੂੰ ਇੱਥੇ ਕੀ ਬਣ ਰਿਹਾ? ਇਹ RY ਤੇ B। ਇਹਨੂੰ ਚੱਕ ਕੇ ਦੇਖਾਂ ਮੈਂ, ਮੰਨ ਲਓ ਮੈਂ ਇੱਥੋਂ ਸ਼ੁਰੂ ਕੀਤਾ ਬੱਚੇ ਦੇਖਣਾ, ਤਾਂ ਮੈਂ ਜੇ ਇਹਨਾਂ ਨੂੰ ਤਿੰਨਾਂ ਨੂੰ ਚੱਕਾਂ ਰਾਜੇ, ਫਿਰ ਮੇਰੇ ਕੋਲੇ ਕੀ ਬਣਦਾ ਪਿਆ? Y B ਤੇ R ਬਣਦਾ। ਪਹਿਲਾਂ Y, ਫਿਰ ਉਸ ਤੋਂ ਬਾਅਦ B, ਫਿਰ ਉਸ ਤੋਂ ਬਾਅਦ R ਬਣਦਾ ਪਿਆ ਨਾ। ਤੇ ਜੇ ਬੱਚੇ ਮੈਂ ਦੇਖਣਾ ਸ਼ੁਰੂ ਕੀਤਾ ਹੁੰਦਾ ਇੱਥੋਂ, ਜੇ ਮੈਂ ਇਹਨੂੰ ਇੱਥੋਂ ਦੇਖਣਾ ਸ਼ੁਰੂ ਕੀਤਾ ਹੁੰਦਾ, ਇੱਥੋਂ ਮੇਰੇ ਕੋਲੇ ਜਿਹੜਾ ਫੇਸ ਸੀਕੁਐਂਸ ਬਣਨਾ ਸੀ ਕੀ ਬਣਨਾ ਸੀ? ਪਹਿਲਾਂ B ਆਉਣਾ ਸੀਗਾ, ਫਿਰ ਸਾਡੇ ਕੋਲੇ R, ਫਿਰ Y। ਇਹਦਾ ਮਤਲਬ ਕੀ ਆ ਜੀ? ਆਹ ਜਿਹੜਾ ਫੇਸ ਸੀਕੁਐਂਸ ਹੈ ਇਹਦੇ ਤਿੰਨ ਨਾਮ ਨੇਗੇ। ਹੁਣ ਕੀ ਨੇਗੇ? RYB ਤਾਂ ਹੈਗਾ, ਇਹਦਾ ਦੂਜਾ ਨਾਮ ਆ ਜੀ ਇੱਥੋਂ ਸ਼ੁਰੂ ਕੀਤਾ ਸੀ, Y ਤੋਂ ਬਾਅਦ B, B ਤੋਂ ਬਾਅਦ R। ਆ ਦੇਖੋ Y ਤੋਂ ਬਾਅਦ B, B ਤੋਂ ਬਾਅਦ R, ਤਾਂ Y ਫਿਰ B ਫਿਰ R। ਇਹ ਵੀ ਇੱਕੋ ਹੀ ਗੱਲ ਆ, ਫੇਸ ਸੀਕੁਐਂਸ ਤੇ ਆ ਫੇਸ ਸੀਕੁਐਂਸ ਇੱਕ ਹੀ ਗੱਲ ਆ ਬੱਚੇ। ਉਸ ਤੋਂ ਬਾਅਦ ਰਾਜੇ B ਤੋਂ ਇੱਧਰ ਨੂੰ ਚੱਲਿਆ ਸੀ, B Y ਤੇ R, ਉਸ ਤੋਂ ਬਾਅਦ B R ਤੇ Y, ਫਿਰ ਕੀ ਹੋਗਾ ਜੀ? B R R ਤੇ Y। ਆ ਦੇਖੋ ਆ ਕੀ ਲਿਖਿਆ ਸੀ ਅਸੀਂ, B R ਤੇ Y। ਇਹ ਵੀ ਸਾਡਾ ਫੇਸ ਸੀਕੁਐਂਸ ਉਹੀ ਆ। ਤਾਂ ਅਸੀਂ ਇੱਕ ਫੇਸ ਸੀਕੁਐਂਸ ਨੂੰ ਤਿੰਨ ਤਰੀਕਿਆਂ ਨਾਲ ਲਿਖੇ ਜਾ ਸਕਦਾ। ਇਹ ਗੱਲ ਕਲੀਅਰ ਹੋਈ ਜੀ? ਹਾਂਜੀ। ਜਿਹੜੇ ਬੱਚੇ ਅੱਜ ਪਹਿਲੇ ਦਿਨ ਆਏ ਹੈਗੇ ਉਹ ਯਾਦ ਰੱਖਿਓ ਬੱਚੇ। ਜੇ ਹੁਣ ਕੋਈ ਚੀਜ਼ ਨਹੀਂ ਸਮਝ ਲੱਗੂ ਹੁਣ ਪੁੱਛ ਸਕਦੇ ਹੋ, ਕਿਉਂਕਿ ਇਹ ਨਵਾਂ ਟੌਪਿਕ ਹੈਗਾ। ਤਾਂ ਇਹ ਗੱਲ ਕਲੀਅਰ ਹੋ ਗਈ ਨਾ ਜੀ? RYB, YBR ਤੇ BRY ਇੱਕ ਹੀ ਗੱਲ ਹੈਗੀ। R ਤੋਂ ਬਾਅਦ ਸਾਡੇ ਕੋਲ ਜਿਹੜਾ ਫੇਸ ਆ ਰਿਹਾ ਸੀਗਾ ਰਾਜੇ, R ਤੋਂ ਬਾਅਦ ਉਹ ਕਿਹੜਾ ਆ ਰਿਹਾ ਸੀਗਾ? Y ਆ ਰਿਹਾ ਸੀਗਾ ਨਾ। ਜੇ R ਤੋਂ ਬਾਅਦ Y ਦੀ ਥਾਂ ਤੇ ਸਾਡੇ ਕੋਲੇ ਰਾਜੇ B ਆਉਂਦਾ, ਤੇ ਫਿਰ ਸਾਡੇ ਕੋਲੇ ਆਉਂਦਾ ਇੱਥੇ Y, ਤਾਂ ਫਿਰ ਸਾਡਾ ਫੇਸ ਸੀਕੁਐਂਸ ਕਿਹੜਾ ਬਣਨਾ ਸੀ? RBY। ਇਹ ਫੇਸ ਸੀਕੁਐਂਸ ਇਹਨਾਂ ਚ ਹੈਗਾ ਕਿਤੇ? RBY, RBY, RBY। ਇੱਥੇ ਕਿਤੇ ਲਿਖਿਆ ਹੋਇਆ RBY, RBY ਕਿਤੇ ਲਿਖਿਆ ਹੋਇਆ ਰਾਜੇ ਆ ਤਿੰਨਾਂ ਦੇ ਵਿੱਚੋਂ? ਨਹੀਂ ਹੈ ਕਿਤੇ ਵੀ ਲਿਖਿਆ ਹੋਇਆ, ਕਿਉਂਕਿ ਆਪਾਂ ਕਦੇ ਵੀ RBY ਆ ਲਿਖਿਆ ਤਾਂ ਹੋਇਆ, ਪਰ ਇੱਧਰ ਨੂੰ ਨਹੀਂ ਪੜ੍ਹਨਾ ਹੈਗਾ। ਇੱਧਰ ਨੂੰ ਪੜ੍ਹਨਾ ਆਪਾਂ, ਜਿੱਧਰ ਨੂੰ ਵੀ ਪੜ੍ਹਨ ਲੱਗੇ ਆਪਾਂ ਸਿਰਫ ਅੱਗੇ ਨੂੰ ਪੜ੍ਹਨਾ ਹੁੰਦਾ ਰਾਜੇ। ਤਾਂ ਇਹ RBY ਆ, ਇਹਨੂੰ ਅਸੀਂ ਇਹਨੂੰ ਵੀ ਆਪਾਂ ਅੱਡ ਤਰੀਕੇ ਨਾਲ ਲਿਖ ਸਕਦੇ ਹਾਂ। ਕਿੱਦਾਂ ਕੀ ਲਿਖ ਸਕਦੇ ਰਾਜੇ? ਇਹਦਾ ਇੱਕ ਫਾਰਮ ਤਾਂ ਇਹਦੀ ਹੈ, ਦੂਜੀ ਫਾਰਮ ਇਹਦੀ ਕੀ ਹੋਏਗੀ? RBY ਦੀ BYR, B ਤੋਂ ਬਾਅਦ R, B ਤੋਂ ਬਾਅਦ Y, Y ਤੋਂ ਬਾਅਦ R, ਤਾਂ VYR ਵੀ ਲਿਖ ਸਕਦੇ ਹਾਂ ਇਹਨੂੰ। ਜਾਂ ਫਿਰ ਆਪਾਂ ਕੀ ਲਿਖਾਂਗੇ? B ਤੋਂ ਸ਼ੁਰੂ ਕੀਤੇ, ਹੁਣ ਅਸੀਂ Y ਤੋਂ ਸ਼ੁਰੂ ਕਰੋ ਆਪਾਂ, Y ਫਿਰ R, Y R B ਸਰ। ਇਹ ਆ ਫੇਸ ਸੀਕੁਐਂਸ ਸਾਡੇ ਨੇ ਬੱਚੇ, ਇਹ ਸੇਮ ਫੇਸ ਸੀਕੁਐਂਸ ਨੇ, ਆਹ ਸੇਮ ਫੇਸ ਸੀਕੁਐਂਸ ਨੇ। ਠੀਕ ਹੈ ਜੀ। ਤਾਂ ਟੋਟਲ 3 ਫੇਸ ਨੂੰ ਆਪਾਂ ਅੱਗੇ ਪਿੱਛੇ ਕਰਕੇ ਕਿੰਨੇ ਫੇਸ ਕਿੰਨੇ ਫੇਸ ਸੀਕੁਐਂਸਿਸ ਬਣਾ ਸਕਦੇ ਆਂਗੇ ਬੱਚੇ? 2 ਫੇਸ ਸੀਕੁਐਂਸਿਸ ਬਣਦੇ ਆ। ਇੱਕ ਕਹਿ ਲਓ RYB ਵਾਲਾ ਬਣਿਆਗਾ, ਇੱਕ ਸਾਡਾ RBY ਵਾਲਾ ਬਣਿਆ। ਕਲੀਅਰ ਹੋ ਗਈ ਨਾ ਜੀ ਗੱਲ? ਇਹ ਕੀ ਹੋਰ ਫੇਸ ਸੀਕੁਐਂਸ ਬਣ ਸਕਦਾ ਕੋਈ? ਅਸੀਂ ਆ ਜਿਹੜਾ ਸੀਗਾ RYB ਸੀਗਾ ਨਾ, RYB ਦੇ ਵਿੱਚੋਂ ਅਸੀਂ R ਨੂੰ ਤਾਂ ਇੱਥੇ ਰੱਖਿਆ, ਇਹਨਾਂ ਨੂੰ ਦੋਨਾਂ ਨੂੰ ਆਪਸ ਦੇ ਵਿੱਚ ਇੰਟਰਚੇਂਜ ਕਰ ਲਿਆ। ਠੀਕ ਹੈ। ਜੇ ਅਸੀਂ Y ਨੂੰ ਰੱਖਦੇ ਏਦਾਂ ਹੀ ਤੇ ਇਹਨਾਂ ਨੂੰ ਇੰਟਰਚੇਂਜ ਕਰਦੇ, Y ਨੂੰ ਅਸੀਂ ਵਿਚਾਲੇ ਰੱਖਦੇ ਤੇ ਆ B ਨੂੰ ਅਸੀਂ ਮੂਹਰੇ ਲੈ ਆਉਂਦੇ ਤੇ R ਨੂੰ ਅਸੀਂ ਪਿੱਛੇ ਲੈ ਜਾਂਦੇ, ਫਿਰ ਸਾਡੇ ਕੋਲੇ ਕਿਹੜਾ ਬਣਨਾ ਸੀ? BYR। ਆ ਦੇਖੋ ਲਿਖਿਆ ਹੋਇਆ। ਓਕੇ ਜੀ। ਤਾਂ ਸਾਡੇ ਕੋਲੇ ਇਹ 2 ਫੇਸ ਸੀਕੁਐਂਸ ਬਣਦੇ ਆ ਰਹੇ 3 ਫੇਸ ਦੇ ਵਿੱਚ। ਓਕੇ, ਤੁਹਾਨੂੰ ਯਾਦ ਹੋਊਗਾ ਜੇ ਕਿਸੇ ਨੋਰਮਲੀ ਜੇ ਕੋਈ ਕਰਦਾ ਗਾ ਇਹ ਕੰਮ ਇੰਡਕਸ਼ਨ ਮੋਟਰ ਦੇ ਵਿੱਚ, ਜੇ ਇੰਡਕਸ਼ਨ ਮੋਟਰ ਜੇ ਏਦਾਂ ਕਲੌਕ ਵਾਈਜ਼ ਹੋਵੇ ਤੇ ਉਹ ਕਿਸੇ ਬਾਈ ਚਾਂਸ ਪੁੱਠੇ ਚੱਕਰ ਹੋ ਜਾਣ ਉਹਦੇ,
ਤਾਂ ਅਸੀਂ ਕੀ ਕਰ ਦਿੰਦੇ, ਇੱਕ ਤਾਰ ਨੂੰ ਤਾਂ ਉੱਦਾਂ ਹੀ ਰਹਿਣ ਦਿੰਦੇ ਆਗੇ, ਦੋ ਤਾਰਾਂ ਨੂੰ ਆਪਸ ਚ ਬਦਲਦੇ ਹੁੰਦੇ ਆ। ਯੈਸ ਸਰ। ਜੇ ਦੋ ਤਿੰਨ ਤਾਰਾਂ ਬਦਲ ਦਾਂਗੇ, ਵੀ ਆਪਾਂ ਏਦਾਂ ਲਾ ਦਈਏ ਵੀ ਇੱਥੇ ਆਪਾਂ ਪਹਿਲਾਂ ਆਰ ਲੱਗਿਆ ਹੋਇਆ ਸੀਗਾ, ਇੱਥੇ ਵਾਈ ਲੱਗਿਆ ਹੋਇਆ ਸੀ, ਇੱਥੇ ਵੀ ਸੀਗਾ, ਇੱਥੇ ਆਪਾਂ ਆਰ ਲਾ ਦਈਏ, ਇੱਥੇ ਆਪਾਂ ਵਾਈ ਲਾ ਦਈਏ, ਇੱਥੇ ਲਾ ਦਈਏ ਤਾਂ ਵੀ, ਤਾਂ ਫਿਰ ਵੀ ਬੇਸਿਕ ਤਾਂ ਸੇਮ ਹੀ ਰਹਿ ਗਿਆ ਨਾ, ਇਹਦੇ ਨਾਲ ਵੀ ਬਦਲਣੇ ਨਹੀਂ ਹੈ ਕਨੈਕਸ਼ਨ। ਅਸੀਂ ਕੀ ਕਰਦੇ ਹੁੰਦੇ ਆਗੇ, ਅਸੀਂ ਕੀ ਕਰਦੇ ਆ ਬੱਚੇ, ਫੇਸ ਸੀਕੁਐਂਸ ਪੁੱਠਾ ਕਰਨ ਵਾਸਤੇ ਅਸੀਂ ਇਹ ਦੋਨਾਂ ਨੂੰ ਆਪਸ ਚ ਬਦਲਦੇ ਆ, ਇੱਥੇ ਲਾ ਦਿੰਦੇ ਆ 20, ਇੱਥੇ ਲਾ ਦਿੰਦੇ ਆ ਬਾਈ। ਓਕੇ ਜੀ, ਲਓ ਜੀ। ਹੁਣ ਇਸ ਤੋਂ ਬਾਅਦ ਸਾਡੇ ਕੋਲੇ ਆਉਂਦਾ ਹੈਗਾ ਫੇਸ ਸੀਕੁਐਂਸ ਨੂੰ ਅਸੀਂ ਮੰਨ ਲਓ ਸਾਡੇ ਕੋਲੇ ਨਾ ਇੱਕ ਸਟਾਰ ਕਨੈਕਸ਼ਨ ਬਣਾਇਆ ਹੋਇਆਗਾ, ਇਹਨਾਂ ਦਾ ਪਤਾ ਨਾ ਤੁਹਾਨੂੰ ਇਹ ਸਟਾਰ ਕਨੈਕਸ਼ਨ ਹੁੰਦਾ ਹੈਗਾ। ਇੱਥੇ ਲਿਖਿਆ ਹੋਇਆ ਹੈਗਾ B, ਇੱਥੇ ਲਿਖਿਆ ਹੋਇਆ ਹੈਗਾ A, ਇੱਥੇ ਲਿਖਿਆ ਹੋਇਆ C। ਕਹਿੰਦੇ ਨਾ ਫੇਸ ਸੀਕੁਐਂਸ ਕੀ ਹੋਊਗਾ, BCA, BAC ਜਾਂ ਫਿਰ ACB। ਕਿਹੜਾ ਫੇਸ ਸੀਕੁਐਂਸ ਹੋਊਗਾ ਕਹਿੰਦਾ ਇਹਨਾਂ ਚੋਂ। ਯਾਦ ਰੱਖਣਾ ਰਾਜੇ, ਜੇ ਅਸੀਂ ਫੇਸ ਸੀਕੁਐਂਸ ਕੱਢਣਾ ਹੋਵੇ ਇਹਦਾ, ਇੱਕ ਕੰਮ ਕਰੋ, ਦਰਬਾਰ ਸਾਹਿਬ ਗਏ ਹੋ ਕਦੇ? ਹਾਂਜੀ 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 ਸਰ। ਕਿੱਧਰ ਨੂੰ ਘੁੰਮਦੇ ਹੁੰਦੇ ਰਾਜੇ ਤੁਸੀਂ, ਪਰਿਕਰਮਾ ਕਿੱਧਰ ਕਰਦੇ ਹੁੰਦੇ ਹੋਗੇ? ਲੋਕ ਬਾਈ ਕਲੌਕਵਾਈਜ਼। ਐਂ ਕਰਦੇ ਹੋ ਨਾ ਕਲੌਕਵਾਈਜ਼ ਪਰਿਕਰਮਾ, ਹਮੇਸ਼ਾ ਆਹੀ ਹੁੰਦੀ ਹੈ ਨਾ, ਆਪ ਪੁੱਠੀ ਤਾਂ ਨਹੀਂ ਕਰਦੇ ਕੋਈ? ਨਹੀਂ ਸਰ। ਤਾਂ ਇੱਥੇ ਵੀ ਅਸੀਂ ਪਰਿਕਰਮਾ ਕਰਦੇ ਹੋਏ ਜਾਣਾ ਕਿੱਧਰ ਨੂੰ, ਕਲੌਕਵਾਈਜ਼ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਮੰਨ ਲਓ ਤੁਸੀਂ ਇੱਥੋਂ ਪਰਿਕਰਮਾ ਕਰਨੀ ਸ਼ੁਰੂ ਕੀਤੀ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੀ ਦਿਖਿਆ ਬੱਚੇ? ਬੀ। ਫੇਰ ਜਦੋਂ ਪਰਿਕਰਮਾ ਕਰਦੇ ਕਰਦੇ ਇੱਧਰ ਆਏ ਹੋਗੇ ਤੁਸੀਂ, ਫਿਰ ਤੁਹਾਨੂੰ ਕੀ ਦਿਖਿਆ? ਏ। ਉਸ ਤੋਂ ਬਾਅਦ ਤੁਹਾਨੂੰ ਕੀ ਦਿਖਿਆ? ਸੀ। ਤੇਰਾ ਫੇਸ ਸੀਕੁਐਂਸ ਜਾਂ ਤਾਂ BAC ਦਿਖਿਆ ਲੱਭੋ ਅਸੀਂ ਕਿਤੇ, ਜਾਂ ਰਾਜੇ ACB ਦਿਖਿਆ ਲੱਭੋ, ਜਾਂ ਫਿਰ CBA। ਬਿਲਕੁਲ ਜੀ, BAC ਆ ਪਿਆ ਕਰ। ਤਾਂ ਅਸੀਂ ਕਿਵੇਂ ਤੁਰਨਾਗਾ, ਕਲੌਕਵਾਈਜ਼। ਜੇ ਅਸੀਂ ਆ ਪੂਰੀ ਫਿਗਰ ਨੂੰ ਘੁਮਾਉਣਾ ਹੋਵੇ, ਆ ਪੂਰੀ ਫਿਗਰ ਨੂੰ ਘੁਮਾਉਣਾ ਹੋਵੇ, ਜੇ ਅਸੀਂ ਆ ਪੂਰੀ ਫਿਗਰ ਨੂੰ ਘੁਮਾਉਣਾ ਹੋਵੇ, ਇਹਨੂੰ ਕਿਵੇਂ ਘੁਮਾਉਣੇ ਹੁੰਦੇ ਹੈਗੇ ਅਸੀਂ? ਐਂਟੀ ਕਲੌਕਵਾਈਜ਼। ਇਹ ਪੂਰੀ ਫਿਗਰ ਘੁਮਾਵਾਂਗੇ ਪਹਿਲਾਂ, ਫਿਰ ਸਾਨੂੰ ਕੀ ਦਿਖੂਗਾ? ਆ ਅੱਖਾਂ ਸਾਡੀ ਆ ਪਹਿਲਾਂ ਘੁੰਮ ਕੇ ਆ ਇੱਥੇ ਆਊਗੀ ਨਾ, ਤਾਂ ਮਤਲਬ ਸਾਨੂੰ ਕੀ ਦਿਖੂਗਾ? A। ਫਿਰ ਆ ਘੁੰਮ ਕੇ ਇੱਥੇ ਆਊਗੀ, ਜੇ ਪੂਰੀ ਫਿਗਰ ਨੂੰ ਅਸੀਂ ਘੁਮਾ ਰਹੇ ਹਾਂਗੇ ਐਂਟੀ ਕਲੌਕਵਾਈਜ਼, ਫਿਰ C ਆਊਗੀ, ਫਿਰ ਆਊਗਾ ਸਾਡਾ B। ਤਾਂ ਦੇਖੋ ਆ ਇਹਦੇ ਵਿੱਚ ਆਉਂਦਾ ਗਾ ਇਹਦੇ ਫੇਸ ਸੀਕੁਐਂਸ ACB ਆ ਪਿਆ। ਕਲੀਅਰ ਹੋ ਗਈ ਜੀ ਗੱਲ ਮੇਰੀ, ਜਾਂ ਦੁਬਾਰੇ ਕਰਵਾਉਣਾ ਪਊਗਾ? ਠੀਕ ਹੈ ਸਰ। ਜੇ ਅਸੀਂ ਵਾਈਂਡਿੰਗ ਬਣਾਉਣੇ ਹੈਗੀ ਕੋਈ, ਹਨਾ ਰਾਜੇ, ਇੱਕ ਵਾਈਂਡਿੰਗ ਏਦਾਂ ਬਣਦੀ ਹੁੰਦੀ ਹੈਗੀ। ਅਸੀਂ ਜੇ ਜਦੋਂ ਇੱਕ ਵਾਈਂਡਿੰਗ ਬਣਾਈ ਸੀ, ਇਹਦੇ ਕਿੰਨੇ ਸਿਰੇ ਹੁੰਦੇ ਰਾਜੇ? 1 2 3 4 5 6। ਇੱਕ ਫੇਸ ਦੇ ਕਿੰਨੇ ਸਿਰੇ ਹੁੰਦੇ ਹੈਗੇ? 2 ਬੱਚੇ। ਤਾਂ ਜੇ 3 ਫੇਸ ਜੇ ਅਸੀਂ ਵਾਈਂਡਿੰਗ ਪਾਵਾਂਗੇ ਕਿਸੇ ਆ ਅਲਟਰਨੇਟਰ ਦੇ ਵਿੱਚ, ਏਦਾਂ ਕਰਕੇ 3 ਫੇਸ ਪਾਵਾਂਗੇ ਅਸੀਂ, ਤਾਂ ਕੁੱਲ ਕਿੰਨੇ ਰਾਜੇ ਸਾਡੇ ਆਹ ਬਾਹਰ ਨਿਕਲਣਗੇ ਸਾਡੇ ਸਿਰੇ? 6 ਸਿਰੇ ਨਿਕਲਣਗੇ ਨਾ। ਤਾਂ 6 ਸਿਰਿਆਂ ਨੂੰ ਆਪਸ ਦੇ ਵਿੱਚ ਕਿੱਦਾਂ ਜੋੜੀ ਦਾ ਗਾ? ਹੁਣ ਸਾਨੂੰ ਬਾਹਰੇ ਕਿੰਨੇ ਚਾਹੀਦੇ ਨੇਗੇ ਰਾਜੇ? ਬਾਹਰੇ ਅਸੀਂ ਕਿੰਨੇ ਕੱਢਣੇ ਨੇ? ਸਿਰਫ 3 ਕੱਢਣੇ ਨੇਗੇ, ਪਰ ਵਾਈਂਡਿੰਗਾਂ ਦੇ ਕਿੰਨੇ ਬਣ ਗਏ ਕੁੱਲ? 6 ਬਣਨਗੇ ਨਾ। ਤਾਂ 6 ਨੂੰ ਅਸੀਂ 3 ਦੇ ਵਿੱਚ ਕਨਵਰਟ ਕਿਵੇਂ ਕਰ ਦਿਆਂਗੇ? ਇਹਦੇ ਸਾਡੇ ਕੋਲੇ 2 ਕਨੈਕਸ਼ਨ ਹੁੰਦੇ ਆ, ਇੱਕ ਹੁੰਦਾ ਬੱਚੇ ਸਟਾਰ, ਇੱਕ ਹੁੰਦਾ ਸਾਡੇ ਕੋਲੇ ਡੈਲਟਾ। ਸਾਡੇ ਕੋਲੇ 2 ਕਨੈਕਸ਼ਨ ਹੁੰਦੇ ਆ। ਅਸੀਂ ਪਹਿਲਾਂ ਪੜਾਂਗੇ ਰਾਜੇ, ਅਸੀਂ 6 ਕਨੈਕਸ਼ਨਾਂ ਨੂੰ, 3 ਵਾਈਂਡਿੰਗਾਂ ਨੂੰ ਤੇ 6 ਕਨੈਕਸ਼ਨਾਂ ਨੂੰ ਅਸੀਂ ਸਟਾਰ ਦੇ ਵਿੱਚ ਸੈੱਟ ਕਰਾਂਗੇ, ਫਿਰ ਅਸੀਂ ਉਹਨੂੰ ਕਰਾਂਗੇ ਡੈਲਟਾ ਦੇ ਵਿੱਚ ਸੈੱਟ। ਤਾਂ ਪਹਿਲਾਂ ਅਸੀਂ ਲਿਖਦੇ ਆਂਗੇ, ਜਿਹੜਾ ਸਾਡਾ ਪਹਿਲਾ ਗਾ ਉਹ ਅਸੀਂ ਪੜ੍ਹਦੇ ਆਂਗੇ ਸਟਾਰ ਕਨੈਕਸ਼ਨ। ਇੱਥੋਂ AC ਸਪਲਾਈ ਸਾਡੀ ਸ਼ੁਰੂ ਹੁੰਦੀ ਹੈ ਬੱਚੇ, ਇਹ ਸਾਡੇ ਸਟਾਰ ਕਨੈਕਸ਼ਨ ਨੇਗੇ। ਸਟਾਰ ਕਨੈਕਸ਼ਨ ਦਾ ਮਤਲਬ ਇੱਕ ਆ ਵਾਈਂਡਿੰਗ ਪਈ ਆ ਬੱਚੇ, ਆ 3 ਵਾਈਂਡਿੰਗਾਂ ਪਈਆਂ। ਅਸੀਂ ਕਿਸੇ ਵੀ ਵਾਈਂਡਿੰਗਾਂ ਦੇ ਇੱਕ ਸਿਰੇ ਨੂੰ ਆਪਸ ਦੇ ਵਿੱਚ ਸ਼ਾਰਟ ਕਰ ਦਾਂਗੇ ਏਦਾਂ। ਜਿਹੜੇ ਬਾਕੀ 2 ਸਿਰੇ ਰਹਿ ਗਏ, ਇੱਥੇ R, ਇੱਥੇ ਕੋਈ ਵੀ ਦੂਜਾ ਫੇਸ, ਆ ਹੋਊਗਾ ਤੀਜਾ ਫੇਸ। ਇਹ ਸਾਡਾ ਕੀ ਹੋ ਗਿਆ ਜੀ? ਇਹ ਸਾਡੇ ਕੋਲ ਕਿਹੜੀ ਸਪਲਾਈ ਹੋ ਗਈ ਬੱਚੇ? 3 ਫੇਸ ਸਟਾਰ ਕਨੈਕਸ਼ਨ। 3 ਫੇਸ ਸਪਲਾਈ ਹੋ ਗਈ। ਇਹ ਸਾਡੇ ਕੋਲੇ 3 ਫੇਸ ਸਪਲਾਈ ਆ ਗਈ ਨਾ ਸਾਡੀ, 3 ਫੇਸ ਆ ਗਏ ਰਾਜੇ। ਹੁਣ ਅਸੀਂ 2 ਗੱਲਾਂ ਯਾਦ ਕਰਨੀਆਂ ਨੇਗੀਆਂ। ਇੱਕ ਸਾਡੇ ਕੋਲੇ
ਜੇ ਅਸੀਂ ਇੱਕ ਵੋਲਟ ਮੀਟਰ ਲੈ ਕੇ ਆਈਏ, ਵੋਲਟ ਮੀਟਰ ਸਾਡਾ ਕੀ ਮਾਪਦਾ ਹੁੰਦਾ ਬੱਚੇ? ਵੋਲਟ ਮੀਟਰ ਕੀ ਮਿਲਦਾ ਹੁੰਦਾ ਹੈਗਾ? ਸਾਡੀ ਵੋਲਟੇਜ, ਹਨਾ ਹੈ ਜੀ। ਵੋਲਟ ਮੀਟਰ ਕੀ ਮਾਪਦਾ ਹੁੰਦਾ ਬੱਚੇ? ਵੋਲਟੇਜ ਜੀ। ਵੋਲਟੇਜ ਸਰ। ਵੋਲਟੇਜ। ਤੇ ਜੇ ਅਸੀਂ ਕੋਈ ਇੱਕ ਵੋਲਟ ਮੀਟਰ ਨੂੰ ਲਿਆ ਕੇ ਆਹ ਦੋ ਸਿਰਿਆਂ ਦੇ ਉੱਪਰ ਜੋੜਾਂਗੇ, ਇੱਥੇ ਇੱਕ ਆਰ ਫੇਸ ਦੇ ਵਿੱਚ ਤੇ ਇੱਕ ਵਾਈ ਫੇਸ ਦੇ ਵਿੱਚ, ਤੇ ਵੋਲਟ ਮੀਟਰ ਜਿਹੜੀ ਇਹ ਵੋਲਟੇਜ ਦੇਊਗਾ, ਇਹਨੂੰ ਇੱਕ ਅਸੀਂ ਨਾਂ ਦੇਵਾਂਗੇ, ਜਿਹੜਾ ਨਾਂ ਉਹਦਾ ਹੈਗਾ ਬੱਚੇ ਕਿਹੜੀ ਵੋਲਟੇਜ? ਲਾਈਨ ਵੋਲਟੇਜ। ਯੈਸ ਸਰ। ਜੇ ਕਦੇ ਵੀ ਕੋਈ ਵੋਲਟ ਮੀਟਰ ਦੋ ਫੇਸਾਂ ਦੇ ਵਿਚਕਾਰ ਜੁੜਿਆਗਾ, ਦੋ ਫੇਸਾਂ ਦੇ ਵਿਚਕਾਰ ਜੁੜਿਆਗਾ, ਤਾਂ ਉਸ ਵੋਲਟੇਜ ਨੂੰ ਕਿਹਾ ਜਾਂਦਾ ਹੈਗਾ ਲਾਈਨ ਵੋਲਟੇਜ। ਤੇ ਜੇ ਜਿਹੜਾ ਸਾਡਾ ਆਹ ਕਾਮਨ ਟਰਮੀਨਲ ਹੈਗਾ, ਇਹ ਕਾਮਨ ਟਰਮੀਨਲ, ਇਸ ਕਾਮਨ ਟਰਮੀਨਲ ਤੇ ਇੱਥੇ ਜੇ ਅਸੀਂ ਵੋਲਟ ਮੀਟਰ ਨੂੰ ਲਗਾਵਾਂਗੇ, ਇਸ ਨੂੰ ਕਿਹਾ ਜਾਂਦਾ ਹੈਗਾ ਰਾਜੇ ਫੇਸ ਵੋਲਟੇਜ। ਇੱਥੇ ਮੋਸਟਲੀ ਸਟੂਡੈਂਟਸ ਕਨਫਿਊਜ਼ਨ ਕੀ ਕ੍ਰੀਏਟ ਕਰਦੇ ਹੈਗੇ, ਉਹ ਤੁਹਾਨੂੰ ਕੁਐਸਚਨ ਪੁੱਛੂਗਾ, ਵੋਲਟ ਮੀਟਰ ਕਨੈਕਟਡ ਬਿਟਵੀਨ ਟੂ ਫੇਜ਼ਿਸ, ਰੀਡਸ, ਦੋ ਫੇਸਾਂ ਦੇ ਵਿਚਕਾਰ ਜੇ ਲੱਗਿਆ ਹੋਇਆ ਤਾਂ ਕਿਹੜੀ ਵੋਲਟੇਜ ਪੜੂਗਾ ਰਾਜੇ? ਉਹ ਲਾਈਨ ਵੋਲਟੇਜ, ਲਾਈਨ ਵੋਲਟੇਜ ਜੀ। ਫੇਸ ਵੋਲਟੇਜ ਕਿ ਲਾਈਨ ਵੋਲਟੇਜ? ਦੋ ਫੇਸਾਂ 'ਚ ਲੱਗਿਆ ਹੋਇਆਗਾ ਲਾਈਨ ਵੋਲਟੇਜ ਜੀ। ਲਾਈਨ ਕਹਾਂਗੇ ਰਾਜਾ, ਆਪਾਂ ਇਹਨੂੰ ਫੇਸ ਵੋਲਟੇਜ ਨਹੀਂ ਕਹਿਣਾ, ਭੁੱਲ ਕੇ ਵੀ। ਹਾਂਜੀ ਠੀਕ ਹੈ, ਨਾ ਤਾਂ ਹੈਗੀ ਫੇਸਾਂ ਦੇ ਲੱਗਿਆ ਨਾ, ਫੇਸਾਂ ਦੇ ਵਿਚਕਾਰ ਹੋਇਆ, ਪਰ ਪੜੂਗਾ ਕਿਹੜੀ ਰਾਜੇ? ਜਿਹੜੀ ਵੋਲਟੇਜ ਪੜੂਗਾ ਨਾਂ ਕੀ ਲਿਖਾਂਗੇ ਅਸੀਂ? ਲਾਈਨ। ਠੀਕ ਹੈ ਸਰ। ਓਕੇ, ਠੀਕ ਹੈ ਜੀ, ਅੱਗੇ ਚੱਲਦੇ ਆਂਗੇ ਰਾਜੇ ਆਪਾਂ। ਜੇ ਸਾਡੇ ਕੋਲੇ ਜਿਹੜਾ, ਅੱਛਾ, ਇਹ ਦੋਨਾਂ ਵੋਲਟੇਜ ਦੇ ਵਿੱਚ ਫਰਕ ਕੀ ਹੈ ਰਾਜੇ? ਜਿਹੜਾ ਤਾਂ ਆਹ ਵੋਲਟ ਮੀਟਰ ਆ ਸਾਡਾ, ਆਹ ਇਹਦਾ ਪੜ ਰਿਹਾ ਰਾਜੇ ਆ ਦੋਨੇ ਫੇਸ ਜਿਹੜੇ ਆ ਦੇਖੋ, ਆਰ ਆਹ ਵਾਈਂਡਿੰਗ ਆ ਜਿਹੜੀ, ਤੇ ਇੱਕ ਆਹ ਵਾਈਂਡਿੰਗ ਆ, ਇਹ ਦੋਨੇ ਵਾਈਂਡਿੰਗ ਦਾ ਇਕੱਠਾ ਡ੍ਰੌਪ ਪੜ ਰਿਹਾ। ਤਾਂ ਆ ਦੋ ਵਾਈਂਡਿੰਗਾਂ ਡ੍ਰੌਪ, ਵੋਲਟੇਜ ਡ੍ਰੌਪ ਪੜ ਰਿਹਾ ਨਾ। ਤੇ ਜਿਹੜਾ ਸਾਡਾ ਆਹ ਵੋਲਟ ਮੀਟਰ ਆ ਬੱਚੇ, ਆਹ ਉਹ ਸਿਰਫ ਕਿੰਨੀ ਕੁ ਵਾਈਂਡਿੰਗ ਦਾ ਡ੍ਰੌਪ ਪੜ ਰਿਹਾ? ਇੰਨੀ ਕੁ ਦਾ। ਇਸ ਵਾਈਂਡਿੰਗ ਦੇ ਕ੍ਰਾਸ ਵੋਲਟੇਜ ਡ੍ਰੌਪ ਕਿੰਨਾ ਹੋਇਆ? ਇਹ ਸਿਰਫ ਇੰਨੀ ਗੱਲ ਪੜ ਰਿਹਾ। ਓਕੇ ਜੀ। ਤਾਂ ਵੱਧ ਵੋਲਟੇਜ ਡ੍ਰੌਪ ਰਾਜੇ ਇੱਕ ਵਾਈਂਡਿੰਗ ਦੇ ਕ੍ਰਾਸ ਹੁੰਦਾ ਕਿ ਦੋ ਵਾਈਂਡਿੰਗਾਂ ਦੇ ਕ੍ਰਾਸ ਵੱਧ ਹੋਏਗਾ? ਦੋਵਾਂ ਦੇ, ਹਨਾ। ਜੇ ਦੋ ਵਾਈਂਡਿੰਗਾਂ ਦੇ ਕ੍ਰਾਸ ਅਸੀਂ ਵੋਲਟੇਜ ਡ੍ਰੌਪ ਦੇਖਾਂਗੇ ਤਾਂ ਦੋ ਵਾਈਂਡਿੰਗਾਂ ਦੇ ਕ੍ਰਾਸ ਵੋਲਟੇਜ ਡ੍ਰੌਪ ਵੱਧ ਹੋਏ ਨਾ, ਕਿਉਂਕਿ ਦੋ ਵਾਈਂਡਿੰਗਾਂ ਜਿਹੜੀ ਰੈਜ਼ਿਸਟੈਂਸ ਹੈਗੀ ਉਹ ਵੱਧ ਹੁੰਦੀ ਹੈਗੀ ਐਸ ਕੰਪੇਅਰ ਟੂ ਸਿੰਗਲ ਫੇਸ ਨਾਲੋਂ। ਯੈਸ ਸਰ। ਤਾਂ ਇੱਥੇ ਬੱਚੇ ਸਾਡੇ ਕੋਲੇ ਜਿਹੜੀ VL ਵੋਲਟੇਜ ਹੈਗੀ, ਵੋਲਟੇਜ ਕ੍ਰਾਸ ਲਾਈਨ ਵੋਲਟੇਜ, ਉਹ ਹਮੇਸ਼ਾ ਵੱਡੀ ਹੁੰਦੀ ਹੈ ਰਾਜੇ ਕਿਹਦੇ ਨਾਲੋਂ? V ਫੇਸ ਨਾਲੋਂ। ਤੇ ਉਹਨਾਂ ਦਾ ਆਪਸ ਦੇ ਵਿੱਚ ਰਿਲੇਸ਼ਨ ਕੀ ਹੁੰਦਾ ਵੀ ਜਿਹੜੀ ਸਾਡੀ ਫੇਸ ਵੋਲਟੇਜ ਹੈਗੀ, ਉਹ ਸਾਡੀ ਰਾਜੇ VL ਡਿਵਾਈਡ ਬਾਈ √3 ਹੁੰਦੀ ਹੈਗੀ। ਇਹਨੂੰ ਰੱਟਾ ਮਾਰ ਲਓ ਬੱਚੇ ਨੂੰ। ਪਹਿਲਾ ਫਾਰਮੂਲਾ ਯਾਦ ਕੀਤਾ ਸੀ ਕਾਹਦੇ ਵਾਸਤੇ? ਸਟਾਰ ਕਨੈਕਸ਼ਨ ਵਾਸਤੇ। ਸਾਡੀ ਇਹ ਵਾਲੀ ਜਿਹੜੀ ਵੋਲਟੇਜ ਆ ਸਾਡੀ, ਆਹ ਵਾਲੀ, ਆਹ ਟਰਮੀਨਲ ਦੇ ਵੋਲਟੇਜ ਵੱਧ ਹੈਗੀ ਤੇ ਆਹ ਟਰਮੀਨਲ ਦੇ ਉੱਪਰ ਵੋਲਟੇਜ ਘੱਟ ਹੈਗੀ। ਜਿਹੜੀ ਇਹ ਵਾਲੀ ਵੋਲਟੇਜ ਆ ਘੱਟ ਵੋਲਟੇਜ, ਇਹਨੂੰ ਅਸੀਂ ਕਵਾਂਗੇ ਇਸ ਫੇਸ ਦੀ ਜਾਂ ਇਸ ਵਾਈਂਡਿੰਗ ਦਾ ਡ੍ਰੌਪ ਕਵਾਂਗੇ ਇਹਨੂੰ ਆਪਾਂ, ਇਹਦਾ। ਤੇ ਜਿਹੜੀ ਆਹ ਆਰ ਤੇ ਵਾਈ ਆ, ਇਹ ਸਾਡਾ ਟੋਟਲ ਆ ਵਾਈਂਡਿੰਗ ਦਾ ਡ੍ਰੌਪ ਆ। ਉਸੇ ਤਰੀਕੇ ਨਾਲ ਜਿਹੜਾ ਵਾਈ ਤੇ V ਦੇ ਕ੍ਰਾਸ ਵੋਲਟੇਜ ਆ, ਉਹ ਇਹਦਾ ਡ੍ਰੌਪ ਆ। ਠੀਕ ਹੈ ਜੀ, ਓਕੇ। ਚਲੋ ਅੱਗੇ ਚੱਲਦੇ ਆਂਗੇ। ਇੰਨੀ ਗੱਲ ਪਤਾ ਲੱਗ ਗਈ ਬੱਚੇ? ਸਪੋਜ਼ ਕਰੋ ਇੱਕ ਕਰੰਟ ਹੈਗਾ, ਜਿਹੜਾ ਕਰੰਟ ਸਾਡਾ ਇੱਥੋਂ ਚੱਲਿਆ ਬੱਚੇ, ਇੱਥੋਂ ਇਹ ਸਾਡੀ ਲਾਈਨ ਹੈਗੀ ਨਾ, ਇਹ ਆਹ ਲਾਈਨ ਆ ਬਾਰੇ। ਤਾਂ ਆਹ ਸਾਡੀ ਕੀ ਆ? ਵਾਈਂਡਿੰਗ ਆ। ਤੇ ਇਹਨੂੰ ਆਪਾਂ ਕਵਾਂਗੇ ਫੇਸ ਹੈ ਸਾਡਾ। ਜੇ ਮੰਨ ਲਓ ਸਾਡੇ ਕੋਲੋਂ ਕਰੰਟ ਇੱਥੋਂ ਚੱਲਿਆ ਰਾਜੇ, ਤਾਂ ਇੱਥੋਂ ਕਰੰਟ ਜਿੰਨਾ ਵੀ ਚੱਲਿਆ ਸੀ, ਜਦੋਂ ਵਾਈਂਡਿੰਗ ਦੇ ਵਿੱਚ ਐਂਟਰ ਕਰੂਗਾ, ਕਿ ਉਹ ਵਧੂਗਾ ਕਿ ਘਟੂਗਾ? ਹਾਂਜੀ, ਸੇਮ ਰਹੂਗਾ ਜੀ। ਜਿਹੜਾ ਕਰੰਟ ਇੱਥੋਂ ਚੱਲਿਆ ਸਾਡਾ, ਕਿ ਉਹ ਵਾਈਂਡਿੰਗ ਦੇ ਅੰਦਰ ਜਾਣ ਵੇਲੇ ਰਾਜੇ ਵਧੂਗਾ ਕਿ ਘਟੂਗਾ? ਸੇਮ ਰਹੂਗਾ ਜੀ। ਸੇਮ ਕਿਉਂ ਰਿਹਾ ਹੈਗਾ? ਕਿਉਂਕਿ ਇਹ ਇੱਕ ਸੀਰੀਜ਼ ਕਨੈਕਸ਼ਨ ਹੈ। ਇੱਕ ਸੀਰੀਜ਼ ਕਨੈਕਸ਼ਨ ਆਣਗੇ ਨਾ, ਯੈਸ ਸਰ। ਤਾਂ ਕਰਕੇ ਅਸੀਂ ਕਵਾਂਗੇ ਜੇ ਇੱਥੇ ਜਿਹੜਾ ਕਰੰਟ ਸੀਗਾ, ਜੇ ਉਹਦਾ ਨਾਂ ਅਸੀਂ ਲਾਈਨ ਕਰੰਟ ਰੱਖ ਲਈਏ, ਜਿਹੜਾ ਵਾਈਂਡਿੰਗ ਦੇ ਅੰਦਰ ਐਂਟਰ ਕਰ ਰਿਹਾ, ਜਿਹਦਾ ਨਾਂ ਅਸੀਂ ਫੇਸ ਕਰੰਟ ਰੱਖ ਲਈਏ, ਤਾਂ ਅਸੀਂ ਕਵਾਂਗੇ ਲਾਈਨ ਕਰੰਟ ਤੇ ਫੇਸ ਕਰੰਟ ਆਪਸ ਦੇ ਵਿੱਚ ਬਰਾਬਰ ਹੁੰਦੇ ਹੈਗੇ ਦੋਨੇ। ਇਹ ਦੂਜੀ ਗੱਲ ਹੈਗੀ।
ਇਹ 'ਚ ਯਾਦ ਰੱਖਣ ਦੀ ਲੋੜ ਨਹੀਂ ਪੈਣੀ ਹੈਗੀ, ਸਿਰਫ ਕੀ ਕਰਨ ਦੀ ਲੋੜ ਹੈਗੀ, ਸਾਨੂੰ ਦੇਖਣ ਦੀ ਲੋੜ ਆ ਵੀ ਸੀਰੀ ਦੇ ਵਿੱਚ ਕਰੰਟ ਦਾ ਬਰਾਬਰ ਹੁੰਦਾ, ਤਾਂ ਕਰਕੇ ਦੋਵੇਂ ਕਰੰਟ ਇਹ ਬਰਾਬਰ ਹੋ ਗਏ। ਓਕੇ ਜੀ। ਓਕੇ ਸਰ। ਤੀਜੀ ਗੱਲ ਜੀ, ਇਸ ਵਾਈਂਡਿੰਗ ਦੀ ਆਪਣੀ ਕੋਈ ਨਾ ਕੋਈ ਰੈਜ਼ਿਸਟੈਂਸ ਹੋਵੇਗੀ। ਇਸ ਵਾਈਂਡਿੰਗ ਦੀ ਇਹਨੂੰ ਅਸੀਂ ਕਵਾਂਗੇ ਆਰ ਫੇਸ ਵਾਈਂਡਿੰਗ ਦੀ ਰੈਜ਼ਿਸਟੈਂਸ, ਆ ਵੀ ਆਰ ਫੇਸ ਵਾਈਂਡਿੰਗ ਦੀ ਰੈਜ਼ਿਸਟੈਂਸ, ਆ ਵੀ ਆਰ ਫੇਸ ਵਾਈਂਡਿੰਗ ਦੀ ਰੈਜ਼ਿਸਟੈਂਸ। ਤੇ ਜੇ ਮੈਨੂੰ ਪੁੱਛਿਆ ਜਾਵੇ ਵੀ ਜਿਹੜਾ ਆਰ ਫੇਸ ਹੁੰਦਾ ਗਾ ਉਹ ਕੀ ਹੁੰਦੀ ਹੈ ਰਾਜੇ, ਆਰ ਫੇਸ ਕੀ ਹੁੰਦਾ? ਸਾਡੀ ਟੋਟਲ ਵੋਲਟੇਜ ਡਿਵਾਈਡ ਬਾਈ ਟੋਟਲ ਕਰੰਟ। ਜਿਹੜੀ ਰੈਜ਼ਿਸਟੈਂਸ ਆ ਇਹਦੇ ਕ੍ਰਾਸ ਜਿਹੜੀ ਵੋਲਟੇਜ ਹੈਗੀ ਉਹ, ਤੇ ਇਹਦੇ ਵਿੱਚ ਜਿਹੜਾ ਕਰੰਟ ਆ ਉਹ। ਰੈਜ਼ਿਸਟੈਂਸ ਦੇ ਕ੍ਰਾਸ ਵੋਲਟੇਜ ਕਿਹੜੀ ਹੈ ਰਾਜੇ? ਫੇਸ ਵੋਲਟੇਜ ਕਿ ਲਾਈਨ ਵੋਲਟੇਜ? ਇਸ ਵਾਈਂਡਿੰਗ ਦੇ ਕ੍ਰਾਸ ਵੋਲਟੇਜ ਕਿਹੜੀ ਹੈ? ਫੇਸ ਵੋਲਟੇਜ ਜੀ। ਬਿਲਕੁਲ ਜੀ, ਤਾਂ ਫੇਸ ਵੋਲਟੇਜ ਡਿਵਾਈਡ ਬਾਈ ਆਈ ਫੇਸ ਕਰੰਟ। ਆਹ ਫਾਰਮੂਲਾ ਸਾਡਾ ਤੀਜਾ ਫਾਰਮੂਲਾ ਬੱਚੇ ਯਾਦ ਰੱਖਣਾ। ਠੀਕ ਹੈ ਜੀ। ਲਾਸਟ ਫਾਰਮੂਲਾ ਹੈਗਾ ਰਾਜੇ ਦਾ, ਹੁਣ ਸਾਨੂੰ ਵੋਲਟੇਜ ਵੀ ਪਤਾ ਲੱਗ ਗਈ, ਸਾਨੂੰ ਕਰੰਟ ਵੀ ਪਤਾ ਲੱਗ ਗਿਆ। ਲਾਸਟ ਚੀਜ਼ ਹੈਗੀ ਰਾਜੇ ਪਾਵਰ। ਜੇ 3 ਫੇਜ਼ ਦੀ ਪਾਵਰ ਕੱਢਣੀ ਹੈ, ਸਿੰਗਲ ਫੇਜ਼ ਦੀ ਪਾਵਰ ਕੀ ਸੀ ਰਾਜੇ? ਵੀ ਆਈ cos φ। ਯੈਸ ਸਰ। ਇਹਦੀ ਪਾਵਰ ਹੈਗੀ ਰਾਜੇ √3 VL IL cos φ। ਇਹ 3 ਫੇਜ਼ ਪਾਵਰ ਆ ਜਾਏਗੀ ਸਾਡੀ ਇੱਥੋਂ। ਓਕੇ। ਜੇ ਅਸੀਂ ਅੱਛਾ ਯਾਦ ਰੱਖਣਾ, ਦੋਨੇ ਵੈਲਿਊਜ਼ ਕਿਹੜੀਆਂ ਵੈਲਿਊਜ਼ ਲੈ ਰਹੇ ਹੈਗੇ? ਅਸੀਂ ਲਾਈਨ ਵੈਲਿਊਜ਼ ਲੈ ਰਹੇ ਹੈਗੇ। ਤੇ ਜੇ ਇੱਥੇ ਰਾਜੇ ਫੇਸ ਵੈਲਿਊ ਲੈਂਦੇ, ਫਿਰ ਅਸੀਂ ਲੈਂਦੇ 3 V ਫੇਸ I ਫੇਸ cos φ। ਫਿਰ ਅਸੀਂ ਆ ਲੈਂਦੇ। ਚਲੋ ਮੈਂ ਤੈਨੂੰ ਥੋੜਾ ਦੱਸਦਾ ਇਹ ਬਣਿਆ ਕਿਵੇਂ ਆ। ਦੇਖੋ ਇੱਕ ਮਿੰਟ ਛੱਡੋ। ਦੇਖੋ ਜੀ, ਸਟਾਰ ਕਨੈਕਸ਼ਨ ਦੇ ਵਿੱਚ IL ਦੀ ਥਾਂ ਤੇ ਆਪਾਂ I ਫੇਸ ਲਿਖ ਸਕਦੇ ਹਾਂਗੇ, ਯੈਸ ਸਰ। ਕਿਉਂਕਿ ਬਰਾਬਰ ਹੁੰਦੇ ਆ। cos θ ਦਾ cos θ ਰਹੇਗਾ। ਠੀਕ ਹੈ। VL ਦੀ ਵੈਲਿਊ ਕੀ ਸੀਗੀ ਰਾਜੇ? ਇੱਥੇ ਦੇਖਿਓ VL ਦੀ ਵੈਲਿਊ ਇੱਥੋਂ ਕੱਢਿਓ, √3 V ਫੇਸ ਜੀ। VL ਦੀ ਵੈਲਿਊ ਸਾਡੀ ਰਾਜਾ √3 ਨੂੰ ਉੱਧਰ ਲੈ ਜਾਵਾਂਗੇ, √3 V ਫੇਸ। ਕੀ VL ਨੂੰ ਆਪਾਂ √3 V ਫੇਸ ਕਹਿ ਸਕਦੇ ਹਾਂਗੇ? ਯੈਸ ਸਰ। ਤਾਂ ਆਹ VL ਦੀ ਥਾਂ ਤੇ ਅਸੀਂ ਕੀ ਭਰਨਾ ਹੈਗਾ? √3 V ਫੇਸ। √3 ਇੱਕ ਹੋਰ ਪਰ ਲੱਭੋ। √3 ਦਾ ਹਜੇ ਬਾਰੇ ਇੱਕ ਹੋਰ ਪਿਆ ਹੈਗਾ। √3 ਦਾ ਕਰਾਂਗੇ ਰਾਜੇ ਕਿੰਨਾ ਬਣ ਜਾਊਗਾ? 3। ਫਿਰ ਆਊਗਾ ਸਾਡੇ ਕੋਲੇ V ਫੇਸ, ਫਿਰ ਆਊਗਾ I ਫੇਸ, ਫਿਰ ਆਊਗਾ cos θ। ਸਾਡੇ ਕੋਲੇ ਇਹ ਦੋ ਫਾਰਮੂਲੇ ਹੋ ਗਏ ਰਾਜੇ। ਸਰ ਇਹਨੂੰ ਆਪਾਂ √3 VI cos φ ਵੀ ਲਿਖ ਸਕਦੇ ਹਾਂ ਨਾ ਜੀ? ਕਿੱਦਾਂ ਰਾਜੇ? √3 VI cos φ? ਹਾਂਜੀ ਸਰ, ਜਿਵੇਂ ਆਪਾਂ ਸਿੰਗਲ ਫੇਜ਼ 'ਚ VI cos φ ਲਿਖਦੇ ਸਰ, ਹਾਂ, ਇਹ 'ਚ ਆਪਾਂ √3 VI cos φ ਲਿਖ ਸਕਦੇ ਹਾਂ ਸਰ ਹਨਾ? ਉਹ ਸਾਨੂੰ ਰਾਜੇ ਪਤਾ ਨਹੀਂ ਲੱਗਣਾ। ਹੁਣ ਸਾਨੂੰ ਪਤਾ ਵੀ ਆ 3 ਫੇਜ਼ ਦੇ ਵਿੱਚ ਦੋ ਵੋਲਟੇਜਾਂ ਨੇਗੀਆਂ, 2 ਵੋਲਟੇਜ ਨੇਗੀਆਂ, ਇੱਕ ਲਾਈਨ ਆ ਗਈ, ਇੱਕ ਫੇਜ਼ ਆ ਗਈ, ਕਰੰਟ ਵੀ 2 ਨੇ। ਕਿਹੜਾ ਲਈਏ ਕਿਹੜਾ ਨਹੀਂ ਲਈਏ, ਫਿਰ ਅਸੀਂ ਕਨਫਿਊਜ਼ ਹੋ ਜਾਵਾਂਗੇ ਨਾ। ਠੀਕ ਹੈ ਸਰ। ਓਕੇ ਜੀ, ਓਕੇ। ਠੀਕ ਹੈ ਬੱਚੇ। ਤਾਂ ਯਾਦ ਓਕੇ ਸਰ। ਰੱਖਣਾ, ਜਦੋਂ √3 ਲਿਖੋਗੇ ਤਾਂ ਲਾਈਨ L ਲਿਖਣਾ ਹੈਗਾ। ਜਦੋਂ ਰਾਜੇ ਠੀਕ ਹੈ ਤੁਸੀਂ 3 ਲਿਖੋਗੇ ਅੱਗੇ ਤਾਂ ਫੇਸ ਲਿਖਣਾ। ਇਹ ਯੂਨੀਵਰਸਲ ਫਾਰਮੂਲੇ ਨੇਗੇ। ਇਹ ਆਨਸਰ ਇਹਦਾ ਕਾਹਦੇ ਵਿੱਚ ਆਊਗਾ ਬੱਚੇ? ਵਾਟ ਦੇ ਵਿੱਚ। ਜੇ ਆਪਾਂ ਬਣਾਈਏ ਵੀ ਏਦਾਂ R ਫੇਸ ਹੈਗਾ, ਫਿਰ ਇੱਥੋਂ Y ਹੈਗਾ, ਤੇ ਫਿਰ ਇੱਥੇ V ਹੈਗਾ। ਵੀ ਇੱਥੇ ਸਾਡੇ ਕੋਲੇ ਪਹਿਲਾਂ ਇੱਥੇ ਜਿਹੜਾ ਕਰੰਟ, ਅੱਛਾ ਜਿਹੜਾ ਲਾਈਨ ਕਰੰਟ ਪਹਿਲਾਂ ਏਦਾਂ ਸੀਗਾ, ਫਿਰ ਉਸ ਤੋਂ ਬਾਅਦ ਉਹ ਕਰੰਟ ਇੱਧਰ ਗਿਆ ਹਨਾ। ਫਿਰ ਤੁਸੀਂ ਕਹਿੰਦੇ ਵੀ ਜਿਹੜਾ Y ਫੇਸ ਹੈਗਾ ਹਨਾ, ਵੀ ਉਹ ਇੱਥੋਂ ਨਿਕਲ ਕੇ ਫਿਰ ਏਦਾਂ ਜਾਊਗਾ ਜੀ ਹਨਾ। ਹਾਂਜੀ ਹਾਂ, ਏਦਾਂ ਹੀ ਜਾਂਦਾ ਹੁੰਦਾ ਰਾਜੇ ਇਹ। ਤੇ ਠੀਕ ਹੈ ਸਰ। ਉਹ ਤਿੰਨੇ ਵਾਰੀ ਰਾਜੇ ਅਲੱਗ-ਅਲੱਗ ਜਾਂਦਾ ਹੁੰਦਾ ਹੈਗਾ। ਇੱਕ ਵਾਰੀ ਦੇਖੋ, ਮੇਰੀ ਗੱਲ ਸੁਣੋ, ਜਦੋਂ RYB ਦੀ ਗੱਲ ਕਰਦੇ ਆ ਨਾ ਅਸੀਂ, ਤੁਹਾਨੂੰ ਪਤਾ 3 ਫੇਸ ਵਾਸਤੇ ਨਾ ਸਾਨੂੰ ਕੋਈ ਨਿਊਟਰਲ ਲਗਾਉਣ ਦੀ ਲੋੜ ਨਹੀਂ ਹੁੰਦੀ। ਜੇ ਅਸੀਂ ਨਿਊਟਰਲ ਨਾ ਵੀ ਲਗਾਈਏ ਨਾ, ਤਾਂ ਵੀ ਸਾਡਾ ਕਰੰਟ ਫਲੋ ਹੋ ਜਾਂਦਾ ਹੁੰਦਾ ਹੈਗਾ। ਉਹਦਾ ਕਾਰਨ ਕੀ ਹੁੰਦਾ? ਉਹਦਾ ਕਾਰਨ ਸਿਰਫ ਇਹ ਹੁੰਦਾ ਹੈਗਾ ਵੀ ਜਦੋਂ ਸਾਡੇ ਕੋਲੇ ਇੱਕ ਵੋਲਟੇਜ ਆ ਜਿਹੜੀ ਸਾਡੀ ਉਹ ਮੈਕਸੀਮਮ ਆ ਗਈ ਹੈ ਨਾ, ਉਸ ਵੇਲੇ ਕੋਈ ਹੋਰ ਵੋਲਟੇਜ ਆ ਜਿਹੜੀ ਮਿਨੀਮਮ ਹੋਊਗੀ। ਤਾਂ ਜਿੱਧਰ ਇੱਧਰਲੇ ਪਾਸੇ R ਆ, ਜੇ ਮੰਨ ਲਓ ਇੱਥੇ Y ਫੇਸ ਹੈਗਾ ਹਨਾ, ਸਪੋਜ਼ ਕਰੋ, ਜਾਂ B ਫੇਸ ਹੈਗਾ ਇੱਥੇ, ਤਾਂ ਆਹ ਰਹੇ ਜੇ ਸਾਡਾ ਫੇਸ ਦਾ ਕੰਮ ਕਰ ਰਿਹਾ, ਤਾਂ ਉਸ ਵੇਲੇ ਆਹ ਸਾਡਾ ਨਿਊਟਰਲ ਦਾ ਕੰਮ ਕਰ ਰਹੀ ਆ ਵੋਲਟੇਜ। ਤਾਂ ਸਾਰਾ ਕਰੰਟ ਨਹੀਂ ਅਸੀਂ ਕਹਿ ਸਕਦੇ ਰਾਜੇ ਵੀ ਜਿਹੜਾ ਲਾਈਨ ਦੇ ਵਿੱਚੋਂ ਕਰੰਟ ਆ ਉਹ ਸਾਰਾ ਇੱਧਰ ਚਲ ਗਿਆ, ਇਹ ਨਹੀਂ ਕਹਿ ਸਕਦੇ।
ਕੁਝ ਬਾਈ ਕਰੰਟ ਤੇ ਵੀ ਰਾਜੇ ਪੈਰਲਲ ਵੋਲਟੇਜ ਹੈ ਜੀ। ਆਈਐਲ ਦੇ ਬਾਈ ਤੇ ਵੀ ਪੈਰਲਲ ਚ ਆ ਗਈਆਂ ਜੀ। ਨਹੀਂ 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 ਅਜੇ ਐ ਨਾ ਕਹੋ ਵੀ ਪੈਰਲਲ ਚ ਆ ਗਈਆਂ, ਕਿਉਂ ਨਹੀਂ ਆਈਆਂ ਪੈਰਲਲ ਚ, ਕਿਉਂਕਿ ਇੱਥੇ ਕਿਹੜਾ ਸਾਡੇ ਕੋਲ ਇੱਕੋ ਸੋਰਸ ਲੱਗਿਆ ਹੋਇਆ ਹੈਗਾ। ਅੱਛਾ ਜੀ। 3 ਫੇਜ਼ ਦੇ ਵਿੱਚ ਰਾਜੇ ਕੋਈ ਵੀ ਰੈਜ਼ਿਸਟੈਂਸ ਆਪਸ ਦੇ ਵਿੱਚ ਸੀਰੀਜ਼ ਪੈਰਲਲ ਦਾ ਅਸੀਂ ਕੱਢ ਹੀ ਨਹੀਂ ਸਕਦੇ। 3 ਫੇਜ਼ ਦੇ ਵਿੱਚ ਕੋਈ ਵੀ ਨਾ ਤਾਂ ਕੁਝ ਸੀਰੀਜ਼ ਚ ਹੁੰਦਾ ਹੈਗਾ ਰਾਜੇ, ਨਾ ਕੁਝ ਪੈਰਲਲ ਦੇ ਵਿੱਚ ਹੁੰਦਾ ਹੈਗਾ। ਇਹ ਸੀਰੀਜ਼ ਪੈਰਲਲ ਵਾਲਾ ਕਨਸੈਪਟ ਸਾਡਾ ਪਿੱਛੇ ਰਹਿ ਗਿਆ ਸਿਰਫ ਔਰ ਸਿਰਫ ਸਿੰਗਲ ਫੇਜ਼ ਵਾਸਤੇ। ਓਕੇ ਸਰ। ਇੱਥੇ ਸਾਡੇ ਕੋਲ ਕੁਝ ਨਹੀਂ ਹੈਗਾ ਸੀਰੀਜ਼ ਪੈਰਲਲ ਦੇ ਵਿੱਚ। ਓਕੇ ਜੀ। ਓਕੇ। ਤਾਂ ਸ਼ੁਭਮ ਜੀ ਜਿਹੜੀ ਚੀਜ਼ ਤੁਸੀਂ ਕਹਿ ਸਾਰਾ ਰਹੇ ਦਾ ਹੋ ਸਾਰਾ ਜੀ, ਕਰੰਟ ਬਾਈ ਚ ਤਾਂ ਨਹੀਂ ਜਾਊਗਾ ਜੀ, ਕੁਝ ਵਿੱਚ ਚ ਵੀ ਜਾਊਗਾ ਜੀ। ਨਹੀਂ ਜਾਊਗਾ ਬਿਲਕੁਲ ਰਾਜੇ, ਮੈਂ ਉਹੀ ਤਾਂ ਕਹਿ ਰਿਹਾ ਤੁਹਾਨੂੰ ਵੀ ਹੋ ਸਕਦਾ ਜਿਹੜੀ ਆ ਵੋਲਟੇਜ ਹੈਗੀ ਸਾਡੀ ਆਹ ਬਾਈ ਹੈਗੀ, ਉਸ ਤੋਂ ਬਾਅਦ ਜਿਹੜੀ ਬੀ ਹੈ ਸਾਡੀ ਉਹ ਇੱਥੇ ਹੈਗੀ, ਤਾਂ ਸਾਡੇ ਕੋਲੇ ਜਿਹੜਾ ਫੇਜ਼ ਡਿਫਰੈਂਸ ਇੱਥੇ ਆ ਤੇ ਇੱਕ ਫੇਜ਼ ਡਿਫਰੈਂਸ ਇੱਥੇ ਹੈਗਾ। ਜਿੱਧਰ ਵੋਲਟੇਜ ਦਾ ਵੱਧ ਫਰਕ ਹੈਗਾ ਆਰ ਤੇ ਵਾਈ ਦਾ, ਜੇ ਵੋਲਟੇਜ ਦਾ ਵੱਧ ਫਰਕ ਹੈ ਤਾਂ ਵੱਧ ਕਰੰਟ ਇੱਧਰ ਵਾਪਸ ਜਾਊਗਾ, ਕੁਝ ਕਰੰਟ ਰਾਜੇ ਇੱਧਰ ਵੀ ਜਾਊਗਾ। ਹਾਂ ਐਂ ਕਹਿ ਰਿਹਾ ਸੀ ਕੁਛ ਕੁ ਤਾਂ ਜਾਊਗਾ ਇੱਧਰ ਹੀ। ਬਿਲਕੁਲ ਰਾਜੇ, ਅਸੀਂ ਸਾਰਾ ਨਹੀਂ ਕਹਿ ਸਕਦੇ ਵੀ ਇੱਧਰ ਵੀ ਸਾਰਾ ਕਰੰਟ ਵਾਪਸ ਆ ਰਿਹਾ ਹੈਗਾ। ਹਾਂਜੀ ਸਰ। ਓਕੇ ਜੀ। ਯੈਸ ਸਰ। ਕਲੀਅਰ ਹੋ ਗਿਆ ਸਰ। ਠੀਕ ਹੈ ਜੀ। ਤਾਂ ਕਿੰਨਾ ਕਰੰਟ ਇੱਧਰ ਜਾਊ ਕਿੰਨਾ ਕਰੰਟ ਇੱਧਰ ਜਾਊ ਇਹ ਕਿਹਦੇ ਡਿਪੈਂਡ ਕਰ ਰਿਹਾ ਹੈਗਾ, ਸਾਡਾ ਉਸ ਵੇਲੇ ਉਸ ਪੋਜੀਸ਼ਨ ਦੇ ਉੱਪਰ ਸਾਡੇ Y ਤੇ B ਦੇ ਵਿੱਚ ਵੋਲਟੇਜ ਕਿੰਨੀ ਹੈਗੀ, ਉਹ ਆਪਾਂ ਨੂੰ ਪਤਾ ਹੈਗੀ ਵੀ ਅਲੱਗ-ਅਲੱਗ ਹੈਗੀ। ਵੈਸੇ ਇਸ ਚੀਜ਼ ਦੀ ਜਿਹੜੀ ਤੁਸੀਂ ਇਹ ਪੁੱਛ ਰਹੇ ਹੋ ਬੱਚੇ ਦੀ ਕਦੇ ਵੀ ਲੋੜ ਨਹੀਂ ਪਏਗੀ ਮੇਰੇ ਹਿਸਾਬ ਨਾਲ, ਮੈਨੂੰ ਤਾਂ ਕਦੇ ਕਿਸੇ ਕੁਐਸਚਨ 'ਚ ਲੱਭਿਆ ਨਹੀਂ ਅਜੇ ਤੱਕ ਇਹ ਚੀਜ਼। ਇਹਦੀ ਲੋੜ ਨਹੀਂ ਪੈਂਦੀ, ਸਾਨੂੰ ਸਿਰਫ ਇਹੀ ਪੁੱਛਿਆ ਜਾਂਦਾ ਹੈਗਾ ਵੀ ਇਸ ਲਾਈਨ ਕਰੰਟ, ਇਹ ਲਾਈਨ ਕਰੰਟ ਤੇ ਫੇਸ ਕਰੰਟ ਦਾ ਆਪਸ ਦੇ ਵਿੱਚ ਕੀ ਰਿਲੇਸ਼ਨ ਹੈਗਾ, ਇਸ ਲਾਈਨ ਵੋਲਟੇਜ ਦਾ ਤੇ ਫੇਸ ਵੋਲਟੇਜ ਦਾ ਕੀ ਰਿਲੇਸ਼ਨ ਹੈਗਾ। ਚਲੋ ਜੀ, ਤਾਂ ਮੈਂ ਤੁਹਾਨੂੰ ਹੁਣ ਦਿੰਦਾ ਬੱਚੇ ਇੱਕ ਕੁਐਸਚਨ, ਉਹ ਕੁਐਸਚਨ ਤੁਸੀਂ ਕਰਨਾ ਹੈਗਾ। ਲਓ ਜੀ, ਇੱਥੇ ਜਿਹੜੀ ਵੋਲਟੇਜ ਦਿੱਤੀ ਹੈ ਰਾਜੇ, ਉਹ ਵੋਲਟੇਜ ਦਿੱਤੀ ਹੈਗੀ 400 ਵੋਲਟ। ਇਹਦੀ ਰੈਜ਼ਿਸਟੈਂਸ ਆ ਗਈ, ਉਹ ਹੈਗੀ ਰਾਜੇ ਸਾਡੀ 100 ਓਮ। ਕਹਿੰਦਾ ਫਾਈਂਡ ਦਾ ਟੋਟਲ ਪਾਵਰ ਕੰਜ਼ਿਊਮਡ। ਪਾਵਰ ਕੰਜ਼ਿਊਮਡ ਪੁੱਛੀ ਹੈ ਰਾਜੇ ਸਾਨੂੰ। ਇੱਕ ਉਹਨੇ ਪੁੱਛਿਆ ਹੈਗਾ ਸਾਨੂੰ ਲਾਈਨ ਕਰੰਟ ਤੇ ਫੇਸ ਕਰੰਟ ਪੁੱਛਿਆ ਹੈਗਾ। ਦੱਸੋ ਬੱਚੇ। ਨਿਕਲ ਜੂਗਾ ਬੱਚੇ ਕੁਐਸਚਨ। ਦੇਖੋ ਜੇ ਇਹਨੇ ਪੁੱਛੀ ਆ ਬੱਚੇ ਪਾਵਰ, ਤਾਂ ਪਾਵਰ ਵਾਸਤੇ ਸਾਨੂੰ ਕੀ ਚਾਹੀਦਾ ਹੋਊਗਾ, ਇੱਕ ਲਾਈਨ ਵੋਲਟੇਜ, ਇੱਕ ਲਾਈਨ ਕਰੰਟ, ਇੱਕ cos ਥੀਟਾ, ਜਾਂ ਫਿਰ ਅੱਛਾ ਅਗਲੇ ਪਾਸੇ ਚਾਹੀਦਾ ਹੋਊਗਾ √3, ਜਾਂ ਫਿਰ ਸਾਨੂੰ ਚਾਹੀਦਾ ਹੋਊਗਾ ਫੇਸ ਵੋਲਟੇਜ, ਲਾਈਨ ਫੇਸ ਕਰੰਟ ਤੇ cos φ, ਜਾਂ ਸਾਨੂੰ ਇਹ ਚਾਹੀਦਾ ਹੋਊਗਾ ਹਨਾ। ਤਾਂ ਸਾਡੇ ਕੋਲੇ ਜੇ ਮੈਂ ਇਸ ਫਾਰਮੂਲੇ ਦੀ ਗੱਲ ਕਰਾਂ, √3 ਦੀ ਵੈਲਿਊ ਤਾਂ ਚਲੋ ਭਰੀ ਜਾਊਗੀ, ਲਾਈਨ ਵੋਲਟੇਜ ਦੀ ਵੈਲਿਊ ਭਰੀ ਜਾਊਗੀ, ਹੈਗੀ ਆ ਦੇਖੋ, ਹੈਗੀ ਆ ਪਈ ਆ। ਲਾਈਨ ਕਰੰਟ ਨਹੀਂ ਹੈਗਾ ਸਾਡੇ ਕੋਲੇ, ਹੁਣ ਲਾਈਨ ਕਰੰਟ ਕੱਢਣਾ ਪਊਗਾ ਸਾਨੂੰ, ਇੱਥੇ ਕਰੰਟ ਲਾਈਨ ਕਰੰਟ ਇੱਥੇ ਇਹ ਕੱਢਣਾ। cos φ ਦਾ ਇੱਥੇ ਸਾਡੇ ਕੋਲੇ ਇਕੱਲੀ ਰੈਜ਼ਿਸਟੈਂਸ ਦਿੱਤੀ ਹੋਈ ਆ, ਅਸੀਂ ਕੱਢ ਹੀ ਲਵਾਂਗੇ ਹਨਾ। ਤਾਂ ਸਭ ਤੋਂ ਪਹਿਲੀ ਪ੍ਰੋਬਲਮ ਇੱਥੇ ਕੀ ਆ ਰਾਜੇ, ਕੋਈ ਇਹੋ ਜਿਹਾ ਫਾਰਮੂਲਾ ਦੇਖੋ ਜਿਹਦੇ ਵਿੱਚ ਲਾਈਨ ਕਰੰਟ ਆਉਂਦਾ ਹੋਵੇ, ਹੈਗਾ ਕੋਈ ਫਾਰਮੂਲਾ? ਸਰ ਫਿਰ ਜੀ ਉਹ ਬਣਾ ਕੇ ਜੀ, ਬੇਸ ਵੋਲਟੇਜ ਬਣਾ ਕੇ ਜੀ, ਫੇਸ ਵੋਲਟੇਜ ਬਣਾ ਕੇ ਜੀ। ਹਾਂ, IL ਜਿਹੜਾ ਹੁੰਦਾ ਹੈਗਾ ਉਹ ਫੇਸ ਕਰੰਟ ਜਿਹੜਾ ਹੁੰਦਾ ਤੇ ਲਾਈਨ ਕਰੰਟ ਜਿਹੜਾ ਹੁੰਦਾ, ਇਹ ਦੋਨੇ ਬਰਾਬਰ ਹੁੰਦੇ ਨੇ ਨਾ। ਹਾਂਜੀ। ਤਾਂ ਲਾਈਨ ਕਰੰਟ ਦਾ ਤਾਂ ਕੋਈ ਫਾਰਮੂਲਾ ਅਸੀਂ ਇੱਥੇ ਲਿਖਿਆ ਨਹੀਂ ਹੈਗਾ, ਲਾਈਨ ਕਰੰਟ ਦਾ ਫਾਰਮੂਲਾ ਤਾਂ ਇੱਥੇ ਕੋਈ ਨਹੀਂ ਸੀਗਾ। ਪਰ ਆਹ ਫਾਰਮੂਲਾ ਦੇਖ ਰਹੇ ਹੋ ਰਾਜੇ, ਇਹਦੇ ਪੈਰ 'ਚ ਵੀ ਫੇਸ ਹੈ, ਇਹਦੇ ਪੈਰ 'ਚ ਵੀ ਤੇ ਇਹਦੇ ਪੈਰ 'ਚ ਵੀ। ਤਾਂ ਜੇ ਸਾਨੂੰ ਫੇਸ ਵੋਲਟੇਜ ਤੇ ਫੇਸ ਕਰੰਟ ਪਤਾ ਹੋਵੇ, ਜਾਂ ਫਿਰ ਐਂ ਕਹਿ ਲਓ ਹਾਂ, ਤਾਂ ਫਿਰ ਅਸੀਂ ਆਰ ਫੇਸ ਕੱਢ ਸਕਦੇ ਹਾਂ ਨਾ। ਜਾਂ ਫਿਰ ਸਾਨੂੰ ਜੇ ਫੇਸ ਵੋਲਟੇਜ ਤੇ ਰੈਜ਼ਿਸਟੈਂਸ ਪਤਾ ਤਾਂ ਅਸੀਂ ਕਰੰਟ ਕੱਢ ਸਕਦੇ ਹਾਂ ਨਾ। ਤਾਂ ਅਸੀਂ ਕਹਿ ਸਕਦੇ ਹਾਂ ਨਾ ਜੀ ਇੱਥੇ ਵੀ ਜਿਹੜਾ ਸਾਡਾ ਆਈ ਫੇਸ ਹੁੰਦਾ ਹੈਗਾ, ਫੇਸ ਕਰੰਟ ਹੁੰਦਾ ਹੈਗਾ, ਕਰੰਟ ਕੱਢਣਾ ਨਾ, ਹਾਂ, ਉਹ V ਫੇਸ ਡਿਵਾਈਡ ਬਾਏ ਕੀ ਹੁੰਦਾ ਬੱਚੇ, ਆਰ ਫੇਸ ਹੁੰਦਾ ਹੈਗਾ। ਕੀ ਇਹ ਗੱਲ ਕਹਿ ਸਕਦੇ ਹਾਂ ਕਿ ਅਸੀਂ ਆਹ ਪੈਰਾਂ 'ਚ ਧਿਆਨ ਰੱਖਣਾ, ਇਹਦੇ ਪੈਰ 'ਚ ਫੇਸ, ਇਹਦੇ ਪੈਰ 'ਚ ਆਹ ਤਰ੍ਹਾਂ ਜੀ ਫਾਰਮੂਲਾ ਸਿੰਪਲ ਹੈ ਨਾ, V = IR, ਇਹਦਾ ਆਫਸਲਾ ਇਹ ਹੈ ਨਾ, ਕਰੰਟ = ਕੀ ਹੁੰਦਾ ਹੈਗਾ, V/R। ਪੈਰਾਂ 'ਚ ਫੇਸ ਲਿਖਿਆ ਦੋਨਾਂ ਦੇ, ਠੀਕ ਹੈ ਜੀ। ਤਾਂ ਸਾਨੂੰ ਇਹ ਕੱਢਣ ਵਾਸਤੇ ਸਾਨੂੰ ਚਾਹੀਦਾ ਰਾਜੇ ਫੇਸ ਵੋਲਟੇਜ। ਹੁਣ ਜਿਹੜੀ ਆਹ ਸਾਨੂੰ ਦਿੱਤੀ ਹੋਈ ਇਹ ਕੀ ਹੈਗੀ ਸਾਡੀ,
ਲਾਈਨ ਵੋਲਟੇਜ ਆ। ਤਾਂ ਫੇਸ ਵੋਲਟੇਜ ਕਿਵੇਂ ਕੱਢਾਂਗੇ? ਲਾਈਨ ਵੋਲਟੇਜ ਨੂੰ ਡਿਵਾਈਡ ਕਰਾਂਗੇ ਬੱਚੇ √3 ਨਾਲ। ਤਾਂ 400 ਨੂੰ ਕਰ ਲਓ √3 ਨਾਲ ਡਿਵਾਈਡ, ਕੈਲਕੂਲੇਟਰਾਂ ਦੇ ਉੱਪਰ ਕਿੰਨਾ ਆ ਰਿਹਾ ਜੀ? 230 ਵੋਲਟ ਆ ਰਿਹਾ ਜੀ। ਜੀ ਸਰ। ਠੀਕ ਹੈ ਜੀ। ਤਾਂ ਸਾਡੇ ਕੋਲ ਇਹ ਕੀ ਆ ਰਿਹਾ ਜੀ? ਇਹ ਆਈ ਸਾਡੀ ਫੇਸ ਵੋਲਟੇਜ ਆ ਗਈ। ਹੁਣ ਅਸੀਂ ਇੱਥੇ ਭਰਨਾ ਪਊ ਸਾਨੂੰ ਇਹ 230 ਡਿਵਾਈਡ ਬਾਏ ਸਾਡੇ ਕੋਲੇ ਰੈਜ਼ਿਸਟੈਂਸ ਕਿੰਨੀ ਹੈਗੀ? 100। ਸਾਡੇ ਕੋਲੇ ਫੇਸ ਕਰੰਟ ਕਿੰਨਾ ਆ ਗਿਆ? ਸਾਡੇ ਕੋਲੇ 2.3 ਐਂਪੀਅਰ। ਹੁਣ ਇਹ ਫਾਰਮੂਲੇ ਦੇ ਵਿੱਚ ਭਰ ਲਓ ਰਾਜੇ, P √3 VL। ਲਓ ਰਾਜੇ, ਹੁਣ ਅਸੀਂ ਆਹ ਕੱਢ ਲਿਆ ਬੱਚੇ। ਹੁਣ ਅਸੀਂ ਕੀ ਕੱਢਣਾ ਸੀ? ਕਰੰਟ ਵੀ ਕੱਢ ਲਿਆ। ਹੁਣ ਅਸੀਂ ਆਹ ਫਾਰਮੂਲੇ ਦੇ ਵਿੱਚ ਪੁੱਟ ਕਰਾਂਗੇ ਇਹਦੇ ਵਿੱਚ ਕਿ ਪਾਵਰ ਦਾ ਫਾਰਮੂਲਾ ਕੀ ਹੁੰਦਾ ਰਾਜੇ? VL IL cos φ। VL ਦੀ ਵੈਲਿਊ ਕਿੰਨੀ ਹੈਗੀ ਰਾਜੇ ਸਾਡੀ? 400। ਆ ਸਹੀ ਲਿਖਿਆ ਰਾਜੇ ਫਾਰਮੂਲਾ, ਹਨਾ? ਆਪਾਂ ਅੰਡਰ ਰੂਟ ਰਹਿ ਗਈ ਸਰ √3 ਆਊਗਾ। ਬਿਲਕੁਲ ਜੀ ਬਿਲਕੁਲ। ਸਭ ਤੋਂ ਪਹਿਲਾਂ ਆਊਗਾ √3, ਫਿਰ ਆਊਗਾ ਲਾਈਨ ਵੋਲਟੇਜ ਕਿੰਨੀ ਹੈਗੀ? 400 ਜੀ। ਹੁਣ ਲਾਈਨ ਕਰੰਟ ਨਹੀਂ ਹੈਗਾ ਸਾਡੇ ਕੋਲੇ, ਪਰ ਫੇਸ ਕਰੰਟ ਹੈਗਾ ਗਾ। ਸੇਮ ਹੀ ਹੁੰਦੇ ਜੀ। ਸੇਮ ਹੀ ਹੁੰਦੇ ਆ ਜੀ। ਫੇਸ ਕਰੰਟ ਤੇ ਲਾਈਨ ਕਰੰਟ ਸਾਡੇ ਸੇਮ ਹੁੰਦੇ ਹੈਗੇ। ਕਾਹਦੇ ਵਿੱਚ? ਸਟਾਰ ਦੀ ਗੱਲ ਹੋ ਰਹੀ ਹੈ। ਮਲਟੀਪਲਾਈ ਬਾਈ cos θ ਸਾਡੇ ਕੋਲ ਜੀ ਇਕੱਲੀ ਰੈਜ਼ਿਸਟੈਂਸ ਦਿੱਤੀ ਹੋਈ ਹੈ। ਰੈਜ਼ਿਸਟੈਂਸ ਦਿੱਤੀ ਸੀ ਨਾ 3, ਤਾਂ ਇਹ ਤਾਂ ਰੈਜ਼ਿਸਟੈਂਸ ਵਾਸਤੇ cos φ ਕਿੰਨਾ ਹੁੰਦਾ? ਯੂਨਿਟੀ ਕਰਕੇ ਦੇਖੋ ਤੁਸੀਂ, ਲਗਭਗ ਇਹ 1580 ਦੇ ਨੇੜੇ ਰਿਹਾ ਹੈ ਜੀ। ਹੈ ਜੀ। ਆਹੀ ਹੈ ਜੀ। ਇਸੇ ਤਰੀਕੇ ਨਾਲ ਰਾਜੇ ਹੁਣ ਡੈਲਟਾ ਹੁੰਦਾ ਹੈਗਾ। ਹੁਣ ਡੈਲਟਾ ਦੇ ਵਿੱਚ ਦੇਖੋ ਰਾਜੇ ਕੀ ਹੁੰਦਾ। ਇਹ ਹੈ ਸੀ ਸਾਡੇ ਸਟਾਰ ਕਨੈਕਸ਼ਨ। ਹੁਣ ਅਸੀਂ ਕਰ ਲੈਂਦੇ ਹਾਂ ਡੈਲਟਾ ਕਨੈਕਸ਼ਨ। ਦੇਖੋ ਬੱਚੇ, ਡੈਲਟਾ ਕਨੈਕਸ਼ਨ ਦੇ ਵਿੱਚ ਕੀ ਹੋਏਗਾ? ਡੈਲਟਾ ਕਨੈਕਸ਼ਨ ਕੋਈ ਫਾਰਮੂਲਾ ਨਵਾਂ ਨਹੀਂ ਪੜਾਂਗੇ, ਹਰ ਚੀਜ਼ ਉਹੀ ਲਿਖਾਂਗੇ ਜਿਹੜੀ ਪਹਿਲਾਂ ਲਿਖੀ ਸੀ। ਸਿਰਫ ਇਕੱਲੇ ਕਰੰਟ ਤੇ ਉਹਦਾ ਫਰਕ ਹੈਗਾ ਵੀ ਇੱਕ ਸਾਡੇ ਕੋਲੇ ਆਹ ਰੈਜ਼ਿਸਟੈਂਸ ਲੱਗੀ ਹੋਈ ਆ ਬੱਚੇ, ਇੱਕ ਆਹ ਰੈਜ਼ਿਸਟੈਂਸ ਆ ਗਈ, ਇੱਕ ਸਾਡੀ ਹੈਗੀ ਆ ਆਹ ਰੈਜ਼ਿਸਟੈਂਸ। ਜੇ ਅਸੀਂ ਆਹ ਸਾਡੇ ਕੋਲੇ 3 ਵਾਈਂਡਿੰਗਾਂ ਨੇ ਰਾਜੇ, 1 2 3, ਆਹ 6 ਸਿਰੇ ਨੇ ਨਾ। ਅਸੀਂ ਕੀ ਕਰਨਾ ਗਾ? ਆਹ ਸਿਰੇ ਨੂੰ ਇਹਦੇ ਨਾਲ ਜੋੜ ਦੇਣਾ ਤੇ ਇੱਥੇ ਇੱਕ ਫੇਸ ਦੇ ਦੇਣਾ, ਇਹਨੂੰ ਇਹ ਨਾਲ ਜੋੜ ਦੇਣਾ ਤੇ ਇੱਥੇ ਇੱਕ ਫੇਸ ਦੇ ਦੇਣਾ, ਇਹਨੂੰ ਇਹ ਨਾਲ ਜੋੜ ਦੇਣਾ ਤੇ ਇੱਥੇ ਇੱਕ ਫੇਸ ਦੇ ਦੇਣਾ ਗਾ। 3 ਫੇਸ ਦੀ ਬਣ ਗਈ ਨਾ ਸਾਡੇ। ਤਾਂ ਦੇਖੋ 2 ਸਿਰਿਆਂ ਨੂੰ ਜੋੜਿਆ ਤੇ ਇੱਥੇ ਇੱਕ ਫੇਸ ਦਿੱਤਾ, ਜਿਹਦਾ ਨਾਂ ਲਿਖਤਾ ਸੀ R। ਆਹ 2 ਜੋੜੇ ਇੱਥੇ Y ਲਿਖਤਾ, ਆਹ 2 ਜੋੜੇ ਇੱਥੇ ਅਸੀਂ V ਲਿਖਤਾ। ਤੁਹਾਡੇ ਕੋਲੇ 3 ਰੈਜ਼ਿਸਟੈਂਸ ਨੇ, R ਫੇਸ ਤੇ R ਫੇਸ। ਸਾਡੇ ਕੋਲੇ ਇੱਥੇ ਜਿਹੜੀ ਵੋਲਟੇਜ ਹੈਗੀ ਰਾਜੇ, ਕਿਹੜੀ ਵੋਲਟੇਜ ਹੈਗੀ? ਲਾਈਨ ਵੋਲਟੇਜ ਹੈ ਨਾ। 2 ਫੇਸਾਂ ਦੇ ਵਿਚਕਾਰ ਦੀ ਵੋਲਟੇਜ ਨੂੰ ਲਾਈਨ ਵੋਲਟੇਜ ਕਵਾਂਗੇ ਨਾ ਅਸੀਂ। ਤੇ ਜਿਹੜੀ ਆਹ ਵਾਈਂਡਿੰਗ ਦੇ ਕ੍ਰਾਸ ਵੋਲਟੇਜ ਆ ਰਾਜੇ, ਇਹ ਕੀ ਵੋਲਟੇਜ ਕਿਹੜੀ ਹੈਗੀ? ਫੇਸ ਵੋਲਟੇਜ। ਤਾਂ ਮੈਨੂੰ ਦੱਸ ਸਕਦੇ ਹੋ ਰਾਜੇ ਫੇਸ ਵੋਲਟੇਜ ਤੇ ਲਾਈਨ ਵੋਲਟੇਜ ਕੋਈ ਫਰਕ ਹੈਗਾ? ਦੇਖੋ ਇਹਦੀ ਤਾਰ ਸਿੱਧੀ ਆ ਕੇ ਕਿੱਥੇ ਜੁੜੀ ਹੋਈ ਹੈ? ਇੱਥੇ। ਇਹ ਤਾਂ ਸੇਮ ਹੀ ਨਹੀਂ ਹੈਗੀਆਂ ਦੋਨੇ। ਜੀ ਸਰ, ਸੇਮ ਹੁੰਦੇ। ਠੀਕ ਹੈ ਜੀ। ਤਾਂ ਕੀ ਅਸੀਂ ਕਹਿ ਸਕਦੇ ਹਾਂ ਡੈਲਟਾ ਵਾਸਤੇ ਸਾਡੇ ਕੋਲੇ ਜਿਹੜੀ ਲਾਈਨ ਵੋਲਟੇਜ ਹੁੰਦੀ ਹੈਗੀ ਉਹ ਬਰਾਬਰ ਹੁੰਦੀ ਹੈ ਰਾਜੇ ਫੇਸ ਵੋਲਟੇਜ। ਹਾਂਜੀ ਠੀਕ ਹੈ। ਜੇ ਸਾਡੇ ਕੋਲੇ ਕਰੰਟ ਰਾਜੇ ਇੱਥੋਂ ਜਿਹੜਾ ਕਰੰਟ ਆ ਰਿਹਾ ਉਹ ਆ ਰਿਹਾ ਸਾਡਾ ਲਾਈਨ ਕਰੰਟ, ਜਿਹੜਾ ਬਾਹਰੋਂ ਲਾਈਨ ਦੇ ਵਿੱਚੋਂ ਆ ਰਿਹਾ। ਜਦੋਂ ਉਹ ਇੱਥੇ ਜਾਵੇਗਾ, ਇੱਥੇ ਡਿਵਾਈਡ ਹੋ ਜਾਏਗਾ, ਤਾਂ ਪੱਕੀ ਗੱਲ ਆ ਰਾਜੇ ਅੰਦਰ ਜਦੋਂ ਜਾਏਗਾ ਕਰੰਟ, ਇਹ ਸਾਡਾ ਕਰੰਟ ਕੀ ਹੋ ਜਾਏਗਾ? ਘਟ ਜਾਏਗਾ। ਆਹ ਕਰੰਟ ਵੱਧ ਹੋ, ਕਿਉਂਕਿ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਨਾ। ਇਹ ਕਿੰਨਾ ਘਟੇਗਾ ਰਾਜੇ? √3 ਟਾਈਮ। ਤਾਂ ਸਾਡੇ ਕੋਲੇ ਜਿਹੜਾ ਫੇਸ ਕਰੰਟ ਹੋਏਗਾ ਡੈਲਟਾ ਦੇ ਵਿੱਚ, ਉਹ ਲਾਈਨ ਕਰੰਟ ਦਾ √3 ਟਾਈਮ ਘਟੇਗਾ। ਇਹ ਫਾਰਮੂਲਾ ਹੈਗਾ ਦੂਜਾ, ਇਹਨੂੰ ਰੱਟਣਾ ਗਾ। ਓਕੇ ਜੀ। ਇਸ ਤੋਂ ਬਾਅਦ ਫਾਰਮੂਲੇ 'ਚ ਕੋਈ ਫਰਕ ਨਹੀਂ ਹੈਗਾ ਵੀ ਜੇ ਅਸੀਂ ਆਰ ਫੇਸ ਦਾ ਫਾਰਮੂਲਾ ਅਸੀਂ ਕੱਢਣਾ ਹੋਵੇ, ਉਹ ਹੀ ਹੋਏਗਾ V ਫੇਸ ਡਿਵਾਈਡ ਬਾਏ I ਫੇਸ। ਤੀਜਾ ਫਾਰਮੂਲਾ ਕਾਹਦਾ ਸੀਗਾ ਰਾਜੇ? ਪਾਵਰ ਦਾ। ਤਾਂ ਪਾਵਰ ਦਾ ਫਾਰਮੂਲਾ ਇੱਕ ਫਾਰਮੂਲਾ ਲਿਖ ਲੈਂਦੇ ਸੀ, √3 VL IL cos θ। ਯਾਨੀ ਕੰਮ ਕਰਦੇ ਹਾਂ ਅਸੀਂ
VL ਦੀ ਥਾਂ ਤੇ ਅਸੀਂ VL ਦੀ ਥਾਂ ਤੇ V ਫੇਸ ਲਿਖ ਸਕਦੇ ਹਾਂ ਕਿਉਂਕਿ ਦੋਨੇ ਬਰਾਬਰ ਹੁੰਦੇ ਆ ਬੱਚੇ। ਇੱਥੇ ਤੱਕ ਠੀਕ ਹੈ ਰਾਜੇ, ਇੰਨਾ ਕੁ ਲਿਖ ਲਿਆ। ਹੁਣ IL ਦੀ ਵੈਲਿਊ ਰਾਜੇ, ਇੱਥੋਂ ਅਸੀਂ IL ਦੀ ਵੈਲਿਊ ਕੱਢੀ। IL ਸਾਡਾ ਕੀ ਹੋਏਗਾ, √3 ਉਧਰ ਚਲ ਜਾਏਗਾ ਨਾ। ਹੈ ਜੀ, ਕੀ ਪੁੱਛ ਰਹੇ ਹੋ ਬੱਚੇ? ਤਾਂ ਇੱਥੇ ਜੇ ਅਸੀਂ ਭਰਾਂਗੇ ਰਾਜੇ, ਇੱਥੇ IL ਦੀ ਥਾਂ ਤੇ ਕੀ ਭਰਾਂਗੇ, √3 × IPH। ਤਾਂ √3 ਨੂੰ √3 ਨਾਲ ਗੁਣਾ ਕਰਾਂਗੇ ਰਾਜੇ, ਕਿੰਨਾ ਜੀ 3। ਆਹ ਇਕੱਲਾ ਹੈਗਾ VPH, ਆਹ ਹੈਗਾ IPH, ਆਹ ਹੈਗਾ cos phi। ਤਾਂ ਇਹਦਾ ਯੂਨੀਵਰਸਲ ਫਾਰਮੂਲਾ ਰਾਜੇ ਸਾਡਾ ਇਹਦੇ ਵਿੱਚ ਗਿਆ ਸੀਗਾ। ਦੇਖੋ ਵੀ ਜੇ ਅਸੀਂ ਫੇਸ ਵੈਲਿਊਜ਼ ਲੈਣੀਆਂ ਨੇ ਫਿਰ 3 ਆਊਗਾ, ਜੇ ਲਾਈਨ ਵੈਲਿਊਜ਼ ਲੈਣੀਆਂ ਨੇਗੀਆਂ ਫਿਰ √3 ਆਊਗਾ। ਜੇ ਅਸੀਂ ਫੇਸ ਵੈਲਿਊਜ਼ ਲੈਣੀਆਂ ਨੇਗੀਆਂ ਤਾਂ ਸਾਡਾ 3 ਆਊਗਾ, ਜੇ ਅਸੀਂ ਫੇਸ ਵੈਲਿਊਜ਼ ਵੇਲੇ 3 ਆਊਗਾ ਰਾਜੇ, ਲਾਈਨ ਵੈਲਿਊਜ਼ ਵੇਲੇ √3 ਆਊਗਾ। ਉਤਾਰ ਲਓ ਜੀ ਇਹਨੂੰ ਜੀ। ਚਲੋ ਇਹਦਾ ਵੀ ਆਪਾਂ ਨੂਮੈਰੀਕਲ ਕਰ ਦਿਆਂਗੇ। ਅਸੀਂ ਸੇਮ ਵੈਲਿਊਜ਼ ਲੈ ਉਤਾਰ ਲਿਆ ਬੱਚੇ ਸਾਰਿਆਂ ਨੇ? ਹਾਂਜੀ ਸਰ। ਲਓ ਜੀ, ਇਹਦੀ ਅਸੀਂ ਨੂਮੈਰੀਕਲ ਕਰ ਦਿਆਂਗੇ। ਇੱਕ ਸਾਡੇ ਕੋਲੇ ਆ ਦਿੱਤਾ ਹੋਇਆਗਾ, ਅਸੀਂ ਕੰਮ ਕਰਦੇ ਹਾਂ ਜੀ, ਜਿਹੜੀ ਸਟਾਰ ਵਾਲੀ ਵਾਈਂਡਿੰਗ ਸੀਗੀ ਨਾ, 19 ਕੁ ਵਾਈਂਡਿੰਗ ਜੋੜ ਦਿਆਂਗੇ। 19 ਕੁ ਵਾਈਂਡਿੰਗ ਦੀ ਰੈਜ਼ਿਸਟੈਂਸ ਸਾਡੀ ਸੇਮ ਰੱਖਦੇ, ਅਸੀਂ 100 ਰੱਖ ਲੈਂਦੇ ਹਾਂ। ਇਹਨੂੰ ਵੀ 100 ਰੱਖ ਲੈਂਦੇ ਆਗੇ, ਤੇ ਇਹਨੂੰ ਵੀ 100 ਰੱਖ ਲੈਂਦੇ ਆ। ਸਟਾਰ ਨੂੰ ਅਸੀਂ ਵੋਲਟੇਜ ਦਿੱਤੀ ਸੀ 400, ਅਸੀਂ ਇਹਨੂੰ ਵੀ 400 ਵੋਲਟ ਦਿੰਦੇ ਜੀ। ਹੁਣ ਇੱਥੇ ਅਸੀਂ ਕੱਢ ਕੇ ਦੇਖਦੇ ਹਾਂ ਜੇ ਪਾਵਰ ਕਿਵੇਂ ਨਿਕਲੂ, ਟੋਟਲ ਪਾਵਰ ਕਿੰਨੀ ਹੋਊਗੀ ਉਹ ਕੱਢ ਕੇ ਦੇਖਦੇ ਇੱਥੇ ਅਸੀਂ। ਠੀਕ ਹੈ, ਪਾਵਰ ਦਾ ਫਾਰਮੂਲਾ ਜੀ √3 VLIL cos phi। ਹੁਣ √3 ਹੈਗਾ, ਠੀਕ ਹੈ। VL ਤਾਂ ਸਾਨੂੰ ਪਤਾ ਬੱਚੇ, IL ਸਾਡਾ ਇੱਥੋਂ ਨਿਕਲੂਗਾ ਬੱਚੇ ਵੀ IL ਕਿੰਨਾ ਗਿਆ ਸੀਗਾ। IL ਤਾਂ ਨਿਕਲੂ ਜੇ ਸਾਨੂੰ ਕੀ ਪਤਾ ਹੋਊਗਾ I ਫੇਸ। ਸਭ ਤੋਂ ਪਹਿਲਾ ਕੰਮ ਸਾਡਾ ਕੀ ਰਹਿ ਗਿਆ ਰਾਜੇ, ਕੀ ਕੱਢਣਾ ਹੈਗਾ ਅਸੀਂ? ਪਹਿਲਾ ਕੰਮ ਕੀ ਹੈਗਾ, I ਫੇਸ ਕੱਢਣਾ। I ਫੇਸ ਕੀ ਹੋਏਗਾ, V ਫੇਸ ਡਿਵਾਈਡ ਬਾਏ ਹਾਂਜੀ R ਫੇਸ। ਫੇਸ ਵੋਲਟੇਜ ਕਿੰਨੀ ਆ ਬੱਚੀ ਸਾਡੀ? ਆ ਤਾਂ ਲਾਈਨ ਵੋਲਟੇਜ ਆ, ਫੇਸ ਵੋਲਟੇਜ ਕਿੰਨੀ ਆਊਗੀ? ਲਾਈਨ ਵੋਲਟੇਜ ਦੇ ਬਰਾਬਰ ਹੀ ਆ ਜੂਗੀ, ਬਰਾਬਰ ਆਊਗੀ ਰਾਜੇ। ਇਹੀ ਸਾਡੀ ਵੋਲਟੇਜ ਇਹਨਾਂ ਦੋਨਾਂ ਪੁਆਇੰਟਸ ਦੇ ਉੱਪਰ ਆ ਗਈ, ਆ ਦੋਨੇ ਇਹਦੇ ਕ੍ਰਾਸ। 400 ਡਿਵਾਈਡ ਬਾਏ R ਫੇਸ ਕਿੰਨਾ ਰਾਜੇ ਸਾਡਾ? ਰੈਜ਼ਿਸਟੈਂਸ ਕਿੰਨੀ ਆ ਫੇਸ ਦੀ? 100। ਕਰੰਟ ਕਿੰਨਾ ਆ ਗਿਆ? 4। 4 ਐਂਪੀਅਰ ਕਰੰਟ ਦਾ ਆਏਗਾ ਫੇਸ ਕਰੰਟ। ਅਸੀਂ ਕੱਢਣਾ ਬੱਚੇ ਲਾਈਨ ਕਰੰਟ। ਤਾਂ ਲਾਈਨ ਕਰੰਟ ਕਿਵੇਂ ਕੱਢਾਂਗੇ? I ਫੇਸ ਕਰੰਟ ਕੀ ਹੁੰਦਾ ਹੈਗਾ, ਲਾਈਨ ਡਿਵਾਈਡ ਬਾਏ √3। ਕੱਢਣਾ ਅਸੀਂ ਕੀ ਆ, ਲਾਈਨ, ਤਾਂ ਉਹ ਇੱਧਰਲੇ ਪਾਸੇ ਮਲਟੀਪਲਾਈ ਹੋ ਜਾਊ। ਤਾਂ ਫੇਸ ਕਰੰਟ ਨਾਲ ਅਸੀਂ √3 ਮਲਟੀਪਲਾਈ ਕਰਾਂਗੇ ਫੇਸ ਕਰੰਟ ਨਾਲ, ਤੇ ਸਾਡੇ ਕੋਲੇ ਕੀ ਬਣ ਜਾਊਗਾ ਬੱਚੇ, ਲਾਈਨ ਕਰੰਟ, ਜਿਹੜਾ ਕੀ ਹੈਗਾ √3 × 4। ਤਾਂ 4√3 ਐਂਪੀਅਰ ਆ ਗਿਆ ਜੀ ਕਰੰਟ ਸਾਡਾ। ਹੁਣ ਅਸੀਂ ਵੈਲਿਊ ਪੁੱਟ ਕਰੋ ਰਾਜੇ। ਸਭ ਤੋਂ ਪਹਿਲਾਂ ਅਸੀਂ ਭਰਨਾ ਗਾ √3, ਠੀਕ ਹੈ ਜੀ, ਮੰਨ ਲਈ ਇਹਦੀ ਗੱਲ। ਫਿਰ ਅਸੀਂ ਭਰਨਾ VL। ਆ ਦੇਖੋ ਇੱਥੇ ਲਾਈਨ ਬਣਾ ਤਾਂ ਲਿਆ, ਜਿਹੜਾ ਫੇਸ ਕਰੰਟ ਸੀਗਾ ਉਹ ਆ ਫੇਸ ਕੱਢਿਆ ਸੀਗਾ। ਅਸੀਂ ਫੇਸ ਨਹੀਂ ਭਰ ਰਹੇ, ਇਸ ਤਰ੍ਹਾਂ ਉਹਨੂੰ ਲਾਈਨ ਬਣਾ ਲਿਆ। ਦੇਖੋ ਉਹਨੂੰ √3 ਨਾਲ ਮਲਟੀਪਲਾਈ ਕਰਕੇ ਨਾ ਇੱਧਰ ਆ ਦੇਖੋ ਉਹਨੂੰ, ਆ ਦੇਖੋ ਜਿਹੜਾ ਆਹ ਕਰੰਟ ਬਣਿਆ, ਆਹ ਸਾਡਾ ਫੇਸ ਸੀਗਾ, ਸਾਡਾ ਕੀ ਹੈਗਾ, ਲਾਈਨ ਆ। ਅਸੀਂ ਲਾਈਨ ਕਰੰਟ ਬਣਾ ਚੁੱਕੇ ਹਾਂ ਰਾਜੇ, ਆ ਦੇਖੋ। ਹਾਂਜੀ ਠੀਕ ਹੈ ਸਰ, ਓਕੇ। ਤਾਂ ਇੱਥੇ ਅਸੀਂ ਲਾਈਨ ਕਰੰਟ ਭਰਾਇਆ, ਕਿੰਨਾ ਹੈਗਾ ਇਹ, 4√3 × cos θ ਕਿੰਨਾ ਰਾਜੇ 1। ਤਾਂ ਸਾਡੇ ਕੋਲ ਆ ਪਹਿਲਾਂ ਅਸੀਂ 3 ਨੂੰ 3, ਇਹਨੂੰ √3 ਨੂੰ √3 ਨਾਲ ਕੀਤਾ, 3 ਆ ਗਿਆ, ਗੁਣਾ 4 ਆ ਗਿਆ, ਗੁਣਾ ਸਾਡਾ 400 ਆ ਗਿਆ। ਤਾਂ ਕਿੰਨਾ ਆ ਗਿਆ, 4800 ਵਾਟ ਆ ਗਿਆ ਰਾਜੇ। ਜਿਹੜਾ ਤੁਸੀਂ ਫਾਰਮੂਲਾ ਲਗਾਉਣਾ ਚਾਹੁੰਦੇ ਹੋ, ਤੁਸੀਂ ਲਗਾਉਣਾ ਚਾਹੁੰਦੇ ਹੋ ਫੇਸ ਵਾਲਾ, ਹਨਾ? ਤਾਂ ਦੂਜਾ ਫੇਸ ਵਾਲਾ ਲਗਾ ਕੇ ਦੇਖ ਲੈਣਾ। ਫੇਸ ਵਾਲਾ ਫਾਰਮੂਲਾ ਕੀ ਹੈ ਸਾਡਾ, ਟੋਟਲ ਪਾਵਰ = 3 × V ਫੇਸ I ਫੇਸ cos phi। 3 × ਫੇਸ ਵੋਲਟੇਜ ਸਾਡੀ ਆਹੀ ਜਿਹੜੀ ਲਾਈਨ ਵੋਲਟੇਜ ਹੈਗੀ। ਫੇਸ ਕਰੰਟ ਸਾਡਾ ਕਿੰਨਾ ਆਇਆ ਸੀ ਬੱਚੇ, 4। cos phi ਸਾਡਾ ਕਿੰਨਾ ਹੈਗਾ, 1। ਤਾਂ ਚੌਕੋ ਚੌਕ 16 4800 ਵਾਟ, ਫਿਰ ਵੀ ਸਾਡੀ ਆਹੀ ਆਉਂਦੀ ਹੈ ਪਾਵਰ। ਠੀਕ ਹੋ ਗਈ ਗੱਲ ਇਹ। ਤਾਂ ਇੱਥੇ ਇੱਕ ਕੰਕਲੂਜਨ ਨਿਕਲ ਰਿਹਾ ਬੱਚੇ, ਧਿਆਨ ਨਾਲ ਦੇਖੋ।
ਪਾਵਰ ਜ਼ਿਆਦਾ ਮਿਲ ਗਈ ਡੈਲਟਾ 'ਚ। ਬਿਲਕੁਲ ਜੀ ਬਿਲਕੁਲ। ਵੋਲਟੇਜ ਵੀ ਅਸੀਂ ਉਨੀ ਉਹ ਦਿੱਤੀ ਹੈ ਜਿੰਨੀ 400 ਵੋਲਟ ਆ, ਦੇਖੋ ਇਹਦੇ ਵਿੱਚ ਦਿੱਤੀ ਸੀਗੀ ਇੱਥੇ, ਜਿੰਨੀ ਵੋਲਟੇਜ ਰਾਜੇ ਅਸੀਂ ਇੱਥੇ ਦਿੱਤੀ ਸੀਗੀ ਇੱਥੇ, ਉਨੀ ਹੀ ਵੋਲਟੇਜ ਅਸੀਂ ਸਟਾਰ ਡੈਲਟਾ ਦੇ ਵਿੱਚ ਦਿੱਤੀ ਹੈਗੀ ਆ। ਦੇਖੋ ਇੱਥੇ ਜਿੰਨੀ ਰੈਜ਼ਿਸਟੈਂਸ ਸਾਡੀ ਡੈਲਟਾ ਦੇ ਸਟਾਰ ਦੇ ਵਿੱਚ ਸੀਗੀ ਬੱਚੇ 100, ਇੱਥੇ ਵੀ ਸਾਡੀ ਕਿੰਨੀ ਸੀ ਰੈਜ਼ਿਸਟੈਂਸ ਉਨੀ ਸੀ। ਤੇ ਸਾਰਾ ਕੁਝ ਸੇਮ ਹੋਣ ਦੇ ਬਾਵਜੂਦ ਸਾਡੇ ਕੋਲੇ ਇਹਦੇ ਵਿੱਚ ਪਾਵਰ ਕਿੰਨੀ ਆਈ ਸੀਗੀ ਬੱਚੇ, ਸਾਡੇ ਕੋਲੇ ਆਹ 1587, ਲਗਭਗ ਸਾਡੀ ਕਿੰਨੀ ਆਈ ਸੀਗੀ 1600, ਤੇ ਇਹਦੇ ਵਿੱਚ ਕਿੰਨੀ ਆ ਗਈ ਸਾਡੇ ਕੋਲੇ 4800 ਵੈਸੇ। ਤਾਂ 16 ਨੂੰ ਕਿੰਨੇ ਨਾਲ ਗੁਣਾ ਕਰੀਏ ਵੀ 48 ਬਣੇ 3 ਨਾਲ। ਤਾਂ ਡੈਲਟਾ ਦੇ ਵਿੱਚ ਜਿਹੜੀ ਪਾਵਰ ਪੈਦਾ ਹੁੰਦੀ ਆ ਰਾਜੇ ਉਹ 3 ਟਾਈਮਸ ਵੱਧ ਪੈਦਾ ਹੁੰਦੀ ਆ। ਇੰਨੀ ਗੱਲ ਯਾਦ ਰਹਿ ਜੂਗੀ। ਹਾਂਜੀ ਜੀ ਸਰ। ਇਹ ਕਿਉਂ ਹੋਇਆ ਹੋਊਗਾ? ਇਹ ਏਦਾਂ ਤੁਹਾਡੇ ਸਾਹਮਣੇ ਹੋਇਆ ਅੱਖਾਂ ਦੇ ਵਿੱਚ ਤਾਂ ਜਾਦੂ ਜਿਹੜਾ ਹੋਇਆ, ਕਿਉਂ ਹੋਇਆ ਰਾਜੇ? ਇਹ ਵੋਲਟੇਜ ਜ਼ਿਆਦਾ ਮਿਲਦੀ ਫੇਸ 'ਚ ਹੀ। ਬਿਲਕੁਲ ਜੀ। ਇਹਦੇ ਵਿੱਚ ਕੀ ਸੀਗਾ, ਰੈਜ਼ਿਸਟੈਂਸ ਦੇ ਕ੍ਰਾਸ ਕਿੰਨਾ ਕਰੰਟ ਜਾਊਗਾ, ਇਹ ਕਿਹਦੇ ਡਿਪੈਂਡ ਕਰਦਾ ਹੁੰਦਾ? ਸਾਡੀ ਵੋਲਟੇਜ ਦੇ ਉੱਪਰ ਨਾ। ਯੈਸ। ਤਾਂ ਜੇ ਕਿਸੇ ਰੈਜ਼ਿਸਟੈਂਸ ਨੂੰ ਵੋਲਟੇਜ ਘੱਟ ਮਿਲੂ ਰਾਜੇ ਉੱਥੇ ਪਾਵਰ ਘੱਟ ਹੋਊਗੀ, ਜੇ ਕਿਸੇ ਰੈਜ਼ਿਸਟੈਂਸ ਨੂੰ ਵੋਲਟੇਜ ਵੱਧ ਮਿਲੂ ਉੱਥੇ ਪਾਵਰ ਵੱਧ ਹੋਊਗੀ। ਇੱਥੇ ਜਿਹੜੀ ਤੁਹਾਡੀ ਰੈਜ਼ਿਸਟੈਂਸ ਨੂੰ ਆ ਜਿਹੜੀ 100 ਓਮ ਸੀਗੀ, ਇਹਨੂੰ ਵੋਲਟੇਜ ਕਿੰਨੀ ਮਿਲਦੀ ਪਈ ਸੀਗੀ 239 ਵੋਲਟ। ਤੇ ਸਾਡੇ ਕੋਲੇ ਇੱਥੇ ਰਾਜੇ ਇੱਕ ਰੈਜ਼ਿਸਟੈਂਸ ਨੂੰ ਜਿਹੜੀ ਵੋਲਟੇਜ ਮਿਲੀ ਹੈਗੀ ਇੱਥੇ ਆਹ ਨਿਊਮੈਰੀਕਲ ਚ, ਉਹ ਕਿੰਨੀ ਮਿਲੀ ਆ ਬੱਚੇ 400। ਤਾਂ ਵੋਲਟੇਜ ਕਿੰਨੇ ਟਾਈਮਸ ਵੱਧ ਗਈ ਸਾਡੀ 200 ਦੀ, ਇਹ ਵੱਧ ਗਈ ਸਾਡੀ ਵੋਲਟੇਜ ਕਿੰਨੇ ਟਾਈਮ ਵੱਧ ਗਈ ਸਾਡੀ √3 ਟਾਈਮਸ ਵੱਧ ਗਈ ਰਾਜੇ। ਜਿਹੜੀ ਪਾਵਰ ਹੁੰਦੀ ਆ ਉਹ ਕੀ ਹੁੰਦੀ ਆ V² ਡਿਵਾਈਡ ਬਾਈ R। ਰੈਜ਼ਿਸਟੈਂਸ ਤਾਂ ਸਾਡੀ ਸੇਮ ਆ, ਵੋਲਟੇਜ ਜਿਹੜੀ ਸਾਡੀ ਆ ਉਹ √3 ਟਾਈਮ ਵਧੀ ਹੈਗੀ, ਮਤਲਬ ਸਕੁਅਰ ਹੋਇਆ, ਮਤਲਬ ਕਿੰਨੇ ਗੁਣਾ ਵੱਧ ਗਈ ਟੋਟਲ ਪਾਵਰ ਸਾਡੀ 3 ਟਾਈਮਸ ਵੱਧ ਗਈ। ਓਕੇ ਜੀ, ਇਹ ਯਾਦ ਰੱਖਣਾ ਰਾਜੇ ਇਹ ਟੌਪਿਕ। ਤੁਹਾਨੂੰ ਯਾਦ ਇੱਕ ਗੱਲ ਸੁਣੋ ਰਾਜੇ, ਤੁਸੀਂ ਸਟਾਰ ਡੈਲਟਾ ਸਟਾਰਟਰ ਬਾਰੇ ਸੁਣਿਆਗਾ? ਸਟਾਰ ਡੈਲਟਾ ਹਾਂਜੀ ਹਾਂਜੀ ਸਰ। ਉਹ ਮੋਟਰ ਨੂੰ ਪਹਿਲਾਂ ਰਾਜੇ ਸਟਾਰ ਚ ਚਲਾਉਂਦਾ ਹੈਗਾ, ਫਿਰ ਉਹ ਡੈਲਟਾ ਚ ਚਲਾਉਂਦਾ ਹੈਗਾ। ਪਹਿਲਾਂ ਸਟਾਰ ਚ ਇਸ ਲਈ ਚਲਾਉਂਦਾ ਕਿਉਂਕਿ ਵਾਈਂਡਿੰਗ ਦੇ ਕ੍ਰਾਸ ਜਿਹੜੀ ਵੋਲਟੇਜ ਹੁੰਦੀ ਆ ਉਹ ਘੱਟ ਪਹੁੰਚਦੀ ਆ, ਹਨਾ, ਕਿਉਂਕਿ ਫੇਸ ਵੋਲਟੇਜ ਸਾਡੀ ਹੁੰਦੀ ਆ ਉਹ ਘੱਟ ਹੁੰਦੀ ਆ ਲਾਈਨ ਨਾਲੋਂ। ਜਿਹੜੀ ਸਟਾਰ ਦੇ ਵਿੱਚ ਫੇਸ ਵੋਲਟੇਜ ਹੁੰਦੀ ਹੈ, ਜਿਹੜੀ ਵਾਈਂਡਿੰਗ ਤੱਕ ਵੋਲਟੇਜ ਪਹੁੰਚੇਗੀ, ਉਹ ਲਾਈਨ ਵੋਲਟੇਜ ਨਾਲੋਂ ਘੱਟ ਪਹੁੰਚੇਗੀ ਨਾ। ਯੈਸ। ਜੇ ਵੋਲਟੇਜ ਉੱਥੇ ਘੱਟ ਜਾਏਗੀ ਰਾਜੇ ਤਾਂ ਉਹਦੇ ਰੈਜ਼ਿਸਟੈਂਸ ਦੇ ਵਿੱਚ ਜਿਹੜਾ ਕਰੰਟ ਹੋਊਗਾ ਉਹ ਵੀ ਘੱਟ ਜਾਊਗਾ। ਸਟਾਰਟਿੰਗ ਦੇ ਵਿੱਚ ਮੋਟਰ ਜਿਹੜੀ ਹੁੰਦੀ ਆ ਉਹ ਬਹੁਤ ਜ਼ਿਆਦਾ ਕਰੰਟ ਖਿੱਚਦੀ ਹੁੰਦੀ ਹੈ, ਤਾਂ ਕਰਕੇ ਅਸੀਂ ਕਰਦੇ ਹਾਂ ਉਹਦੀ ਵੋਲਟੇਜ ਨੂੰ ਘਟਾ ਕੇ ਉਹਦਾ ਕਰੰਟ ਘਟਾ ਦਿੰਦੇ ਹੈਗੇ ਤਾਂ ਕਿ ਸਾਡਾ ਜਰਕ ਨਾ ਪਵੇ। ਪਰ ਜੇ ਇਸੇ ਸਟਾਰ ਦੇ ਵਿੱਚ ਲਗਾਤਾਰ ਚਲਾਈ ਜਾਵਾਂਗੇ, ਸਾਡੀ ਪਾਵਰ ਆ ਜਿਹੜੀ, ਜੇ ਮੋਟਰ ਸਾਡੀ 20 HP ਜਾਂ ਚਲੋ 30 HP ਦੀ ਮੋਟਰ ਹੈ, ਇੱਕ ਸਾਡੀ ਮੋਟਰ ਹੈ ਇੱਕ 30 HP ਦੀ, ਜਿਹੜੀ ਕਿ ਡੈਲਟਾ ਦੇ ਵਿੱਚ ਬੰਨੀ ਹੋਈ ਸੀਗੀ 30 HP ਦੀ ਮੋਟਰ, ਪਰ ਉਹਨੂੰ ਧੱਕੇ ਨਾਲ ਸਟਾਰ ਦੇ ਵਿੱਚ ਚਲਾਵਾਂਗੇ, ਸਿਰਫ ਉਹ ਕਿੰਨੇ HP ਦੇ ਉੱਪਰ ਚੱਲੇਗੀ ਰਾਜੇ? 3 ਗੁਣਾ ਪਾਵਰ ਘੱਟ ਜਾਏਗੀ, ਸਿਰਫ 10 HP ਤੇ ਚੱਲੇਗੀ। ਤਾਂ ਜਦੋਂ ਉਹਨੂੰ ਸਟਾਰ ਤੁਸੀਂ ਕਨਵਰਟ ਕਰ ਦਿਆਂਗੇ ਡੈਲਟਾ ਥੋੜੇ ਟਾਈਮ ਬਾਅਦ ਆਪਦੇ ਆਪ, ਤਾਂ ਉਹਦੇ ਵਿੱਚ ਪਾਵਰ ਕਿੰਨੀ ਪੈਦਾ ਹੋ ਜਾਂਦੀ ਹੈਗੀ 30 HP। ਸਾਡੇ ਕੋਲ 3 ਗੁਣਾ ਪਾਵਰ ਦਾ ਫਰਕ ਹੋ ਜਾਂਦਾ ਜੇ ਅਸੀਂ ਸਿਰਫ ਕਨੈਕਸ਼ਨ ਹੀ ਚੇਂਜ ਕਰ ਦਈਏ, ਹੋਰ ਕੁਛ ਨਾ ਚੇਂਜ ਕਰੀਏ, ਵੋਲਟੇਜ ਨੂੰ ਵੀ ਸੇਮ ਰੱਖੀਏ ਤੇ ਵਾਈਂਡਿੰਗ ਨੂੰ ਵੀ ਸੇਮ ਰੱਖੀਏ। ਦੱਸੋ ਜੀ, ਕੰਕਲੂਜਨ ਪਤਾ ਲੱਗ ਗਿਆ ਬੱਚੇ? ਹਾਂਜੀ ਸਰ। ਇੰਨਾ ਹੀ ਕਰਨਾ ਸੀਗਾ ਰਾਜੇ ਆਪਾਂ। ਇੱਕ ਤੁਹਾਡਾ ਇਹਦੇ ਰਿਲੇਟਡ ਇੱਕ ਕੁਐਸਚਨ ਵੀ ਹੈਗਾ, ਕਹਿੰਦਾ ਇੱਕ ਜਨਰੇਟਰ ਸੀਗਾ ਜਿਹੜਾ ਕਿ ਜਨਰੇਟਰ ਦੇ ਵਿੱਚ 3 ਵਾਈਂਡਿੰਗਾਂ ਸੀਗੀਆਂ ਜਿਹੜੀਆਂ ਕਿ 120 ਡਿਗਰੀ ਦੇ ਉੱਪਰ ਡਿਸਪਲੇਸਡ ਸੀਗੀਆਂ, 120 ਡਿਗਰੀ ਦੇ ਡਿਸਪਲੇਸਡ ਸੀਗੀਆਂ। ਇਹਦਾ ਕਾਮਨ ਪੁਆਇੰਟ ਨੂੰ ਹਟਾ ਕੇ ਇਹਨੂੰ ਵਾਈਂਡਿੰਗਾਂ ਨੂੰ ਆਪਸ ਦੇ ਵਿੱਚ ਏਦਾਂ ਜੋੜ ਲਿਆ, ਸੀਰੀਜ਼ ਚ ਜੋੜ ਲਿਆ, ਤਾਂ ਇੱਥੇ ਵੋਲਟੇਜ ਜਿਹੜੀ ਆਊਗੀ ਉਹ ਕਿੰਨੀ ਆਊਗੀ? 0 ਵੋਲਟ ਆਊਗੀ ਰਾਜੇ। 3 ਵੋਲਟੇਜ ਨੂੰ ਜੇ ਆਪਾਂ ਇਕੱਠਾ ਕਰ ਦਈਏ ਤਾਂ ਟੋਟਲ ਜਿਹੜੀ ਵੋਲਟੇਜ ਬਣਦੀ ਹੁੰਦੀ ਹੈ ਉਹ ਕੀ ਬਣਦੀ ਹੁੰਦੀ ਹੈ ਜੀ? 0 ਬਣਦੀ ਹੁੰਦੀ ਹੈ ਰਾਜੇ। ਓਕੇ ਓਕੇ ਸਰ। ਇੱਕ ਸਰ ਜਿਹੜਾ ਤੁਸੀਂ ਫੇਸ ਸੀਕੁਐਂਸ ਵਾਲਾ ਦੱਸਿਆ ਸੀਗਾ ਜੀ, ਹਾਂਜੀ, ਵੀ ਆਪਾਂ ਇੱਥੇ ਸਾਹਮਣੇ ਖੜ ਕੇ ਹੀ ਉਹ ਸਰ ਰਿਪੀਟ ਕਰਿਓ ਦੁਬਾਰਾ ਜੀ, ਥੋੜੀ ਕਨਫਿਊਜ਼ਨ ਆਈ।
ਕੋਈ ਨਾ ਲਓ ਰਾਜੇ, ਮੇਰੀ ਗੱਲ ਸੁਣੋ। ਮੰਨ ਲਓ ਸਾਡੇ ਕੋਲੇ ਆਹ ਫੇਸ ਸੀਕੁਐਂਸ ਲਓ, ਆਹ ਬਣਾਇਆ ਹੋਇਆ ਰਾਜੇ, ਆਹ ਡੈਲਟਾ ਬਣਾਇਆ ਹੋਇਆ ਮੰਨ ਲਓ। ਇਹਦਾ ਨਾਂ ਹੈਗਾ ਗਾ ਸਾਡਾ 1 2 ਤੇ 3। ਇਹਨੇ 1 2 3 ਦਿੱਤੇ ਹੋਏ ਫੇਸ। ਕਹਿੰਦਾ ਦੱਸੋ ਜੀ ਇਹਦਾ ਫੇਸ ਸੀਕੁਐਂਸ ਸਾਡਾ ਕੀ ਹੋਊਗਾ। ਤੁਸੀਂ ਰਾਜੇ ਪਰਿਕਰਮਾ ਕਰਨੀ ਸ਼ੁਰੂ ਕਰਨੀ ਹੈਗੀ, ਹੈ ਨਾ। ਕਿਹੜੀ ਡਾਇਰੈਕਸ਼ਨ ਦੇ ਵਿੱਚ? ਕਲੌਕਵਾਈਜ਼। ਕਿੱਥੋਂ ਕਰਨੀ ਸ਼ੁਰੂ ਕਰੋਗੇ? ਚਲੋ ਦੱਸੋ। ਇੱਥੋਂ ਕਰੀਏ, A ਪੁਆਇੰਟ ਤੋਂ ਕਰੀਏ, B ਪੁਆਇੰਟ ਤੋਂ ਕਰੀਏ ਕਿ C ਤੋਂ ਕਰੀਏ? 1 ਨੰਬਰ ਤੋਂ ਕਰ ਲਓ, ਇਹ ਤੋਂ ਕਰ ਲਓ। ਕਿਤੋਂ? ਵੈਸੇ ਆਪਾਂ ਕਿੱਥੋਂ ਕਰਨਾ ਹੈ? ਸਾਨੂੰ ਵਧੀਆ ਗੱਲ ਕਿੱਥੋਂ ਹੁੰਦੀ ਹੈ, ਕਿੱਥੋਂ ਕਰੀਏ? ਇਹ ਤੋਂ ਹੀ ਕਿਤੋਂ ਵੀ ਸ਼ੁਰੂ ਕਰ ਸਕਦੇ ਰਾਜੀ। ਇਹਦਾ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੈਗਾ ਵੀ A ਤੋਂ ਕਰਨੀ ਹੈ, B ਤੋਂ ਕਰਨੀ ਹੈ ਕਿ C ਤੋਂ ਕਰਨੀ ਹੈ। ਤੁਸੀਂ A ਤੋਂ ਕਹਿ ਰਹੇ ਮੈਂ ਪੁੱਠਾ ਕਰਕੇ ਦੇਖਦਾ, ਮੈਂ B ਤੋਂ ਕਰਕੇ ਦੇਖਦਾ ਗਾ, ਹਨਾ। ਵੱਧ ਤੋਂ ਵੱਧ ਅਸੀਂ ਕੁਐਸਚਨ ਨੂੰ ਉਲਝਾ ਕੇ ਦੇਖਦੇ ਹਾਂ। ਜਦੋਂ ਮੈਂ B ਕੋਲੇ ਖੜਿਆ ਬੱਚੇ, ਮੈਨੂੰ B ਕੋਲੇ ਖੜੇ ਨੂੰ ਕਿਹੜਾ ਫੇਸ ਦਿਖਿਆ ਹੈਗਾ? ਹਾਂਜੀ, 3 ਨੰਬਰ ਹੀ। ਮੈਂ 3 ਨੰਬਰ ਲਿਖ ਰਿਹਾ ਜੀ ਪਹਿਲਾਂ। ਹੁਣ ਮੈਂ ਕਲੌਕਵਾਈਜ਼ ਘੁੰਮਣਾ ਨਾ, ਕਿਹੜਾ ਫੇਸ ਦਿਖਿਆ ਰਾਜੇ ਮੈਨੂੰ? 2 ਨੰਬਰ ਹੀ। ਫਿਰ ਉਸ ਤੋਂ ਬਾਅਦ 1 ਨੰਬਰ ਹੀ। ਤਾਂ 3 2 1 ਇਹ ਸਾਡਾ ਫੇਸ ਸੀਕੁਐਂਸ ਹੈਗਾ। ਜਾਂ ਫਿਰ ਇਹਨੂੰ ਕੀ ਲਿਖ ਸਕਦੇ? ਜੇ ਮੰਨ ਲਓ ਮੈਂ 2 ਤੇ ਖੜਾ ਹੁੰਦਾ ਤਾਂ 2 ਤੋਂ ਬਾਅਦ ਕਿਹੜਾ ਹੁੰਦਾ ਸਾਡਾ? 2 ਤੋਂ ਬਾਅਦ ਕਿਹੜਾ ਹੁੰਦਾ? 1। 1 ਤੋਂ ਬਾਅਦ ਕਿਹੜਾ ਹੁੰਦਾ ਰਾਜੇ? 3। ਤਾਂ 2 1 3 ਇਹ ਵੀ ਉਹੀ ਫੇਸ ਸੀਕੁਐਂਸ ਹੈਗਾ। ਠੀਕ ਹੈ ਜੀ। ਤੇ ਜੇ ਰਾਜੇ ਮੈਂ ਇੱਥੇ ਖੜਾ ਹੁੰਦਾ, ਪਹਿਲਾਂ ਮੈਂ 2 ਤੇ ਖੜਾ, ਫਿਰ ਜੇ ਮੈਂ ਇੱਥੇ 1 ਤੋਂ ਸ਼ੁਰੂ ਕਰਦਾ, 1 ਤੋਂ ਬਾਅਦ ਕਿੰਨਾ ਦਾ ਸਾਡਾ? 1 ਤੋਂ ਬਾਅਦ ਸਾਡਾ 3 1 3 2 ਇਹ ਵੀ ਫੇਸ ਸੀਕੁਐਂਸ ਹੋਈ ਹੈ। ਠੀਕ ਹੈ ਜੀ। ਇਹ ਚੀਜ਼ ਹੈ ਬੱਚੇ ਵੀ, ਚਾਹੇ ਤੁਸੀਂ 3 2 1 ਲਿਖ ਲਓ, ਚਾਹੇ ਰਾਜੇ ਇੱਥੋਂ ਸ਼ੁਰੂ ਕਰੋ ਵੀ 2 1 ਤੇ 3, ਚਾਹੇ ਇੱਥੋਂ ਸ਼ੁਰੂ ਕਰੋ 1 ਉਦੋਂ ਬਾਅਦ ਕੀ ਹੈ 3 ਫਿਰ ਕਿੰਨਾ 2। ਆਹ ਸਾਰੇ ਫੇਸ ਸੀਕੁਐਂਸ ਇਹਦੇ ਹੀ ਨੇਗੇ। ਓਕੇ ਜੀ। ਹਾਂਜੀ ਓਕੇ, ਠੀਕ ਹੈ ਜੀ। ਚਲੋ ਠੀਕ।